ਇਸ ਵਕਤ ਅਸੀਂ ਜਿਹੜਾ ਆਫਿਸ ਦੇ ਵਿੱਚ ਆ ਚੁੱਕੇ ਹਾਂ, ਇਸ ਇਤਿਹਾਸਿਕ ਬਿਲਡਿੰਗ ਦੀ ਜਿਹੜੇ ਦਿਖਾ ਕੇ ਤੁਹਾਨੂੰ ਜੋ ਵੀ ਅਸੀਂ ਉੱਥੇ ਕਵਰ ਕਰ ਸਕਦੇ ਤੁਹਾਨੂੰ ਕੀਤਾ, ਪਰ ਉਹਨਾਂ ਬਾਰੇ ਗੱਲਾਂ ਬਹੁਤ ਸਾਰੀਆਂ ਕਰਨ ਵਾਲੀਆਂ ਸਨ। ਤਸਵੀਰਾਂ ਬੋਲਦੀਆਂ ਹੁੰਦੀਆਂ, ਤਸਵੀਰਾਂ ਆਪਦੀ ਜਵਾਨ ਆਪ ਹੁੰਦੀਆਂ, ਤਸਵੀਰਾਂ ਬਹੁਤ ਕੁਛ ਦੱਸਦੀਆਂ ਹੁੰਦੀਆਂ, ਪਰ ਲੋੜ ਹੁੰਦੀ ਹੈ ਉਸ ਨਜ਼ਰੀਏ ਦੀ ਅਤੇ ਨਜ਼ਰ ਦੀ। ਪਰ ਦੂਜੇ ਪਾਸੇ ਇੱਕ ਗੱਲ ਹੋਰ ਹੁੰਦੀ ਆ ਵੀ ਜੇਕਰ ਸਾਡੇ ਕੋਲੇ ਉਹ ਲੋਕ ਬੈਠੇ ਆ, ਸਾਡੀ ਧਰੋਹਰ ਸਾਂਭੀ ਬੈਠੇ ਆ, ਅਤੇ ਉਹਨਾਂ ਨੂੰ ਉਸ ਤਸਵੀਰਾਂ ਬਾਰੇ ਬਹੁਤ ਸਾਰੀਆਂ ਗੱਲਾਂ ਦਾ ਪਤਾ, ਇਸ ਸਥਾਨ ਬਾਰੇ ਪਤਾ, ਇੱਥੇ ਹੁੰਦੀਆਂ ਗਤੀਵਿਧੀਆਂ ਬਾਰੇ ਪਤਾ, ਅਤੇ ਜੇ ਉਹ ਗੱਲਾਂ ਆਪਾਂ ਉਹਨਾਂ ਦੇ ਮੂੰਹੋਂ ਸੁਣੀਏ ਤਾਂ ਬਹੁਤ ਚੰਗੀ ਗੱਲ ਆ। ਸਾਡੇ ਕੋਲ ਇੱਥੇ ਸਾਰੇ ਹੀ ਵਧੀਆ ਸੱਜਣ ਮਿੱਤਰ ਬੈਠੇ ਆ ਜਿਨ੍ਹਾਂ ਦਾ ਕਿਸੇ ਨਾ ਕਿਸੇ ਰੂਪ 'ਚ ਇਸ ਜਗ੍ਹਾ ਦੇ ਵਿੱਚ ਉਹਨਾਂ ਦਾ ਯੋਗਦਾਨ ਰਿਹਾ ਜਾਂ ਅੱਜ ਯੋਗਦਾਨ ਉਹ ਪਾ ਰਹੇ ਆ। ਸੋ ਉਹਨਾਂ ਸਾਰਿਆਂ ਨਾਲ ਅਸੀਂ ਵਾਰੀ ਜਿਹੜੀ ਗੱਲਬਾਤ ਹੈ ਸਾਰੀ ਨੂੰ ਇੱਕ ਕੋਈ ਇਹਦੇ 'ਚ ਉਹ ਨਹੀਂ ਹੈ ਜਿਵੇਂ ਖੁੰਡ ਚਰਚਾ ਵਾਲੀ ਕਹਾਣੀ ਆ, ਬੈਠ ਕੇ ਆਰਾਮ ਨਾਲ ਅਸੀਂ ਗੱਲਾਂ ਡਿਸਕਸ ਕਰਨੀਆਂ, ਉਸ ਦੌਰ 'ਚ ਜਾਣਾ ਅਸੀਂ ਵੀ ਕਿਵੇਂ ਸਾਡੇ ਗਦਰੀ ਬਾਬਿਆਂ ਨੇ। ਇਹਦੇ 'ਚ 2 ਚੈਪਟਰ ਬਣਦੇ ਆ। ਇੱਕ ਚੈਪਟਰ ਤਾਂ ਇਹ ਬਣਦਾ ਵੀ ਬਾਬੇ ਨਾਨਕ ਦਾ ਜਿਹੜਾ ਫਲਸਫਾ ਕਿਵੇਂ ਇਸ ਧਰਤੀ ਦੇ ਉੱਤੇ ਫੈਲਿਆ, ਕਿਵੇਂ ਦਲੀਪ ਸਿੰਘ ਸੋਂਧ ਹੋਰਾਂ ਨੇ ਜਾਂ ਤੇਜਾ ਸਿੰਘ ਹੋਰਾਂ ਨੇ ਜਾਂ ਅੱਡੋ ਅੱਡ ਬੰਦਿਆਂ ਨੇ ਪੈੜਾਂ ਪਾਈਆਂ ਇੱਥੇ, ਅਤੇ ਦੂਜਾ ਇਹ ਬਣਦਾ ਵੀ ਕਿਵੇਂ ਉਹਨਾਂ ਨੂੰ ਅਹਿਸਾਸ ਹੋਇਆ ਅਤੇ ਗੁਲਾਮੀ ਦੀਆਂ ਜੰਜੀਰਾਂ ਉਹਨਾਂ ਨੂੰ ਮਹਿਸੂਸ ਹੋਣੀਆਂ ਸ਼ੁਰੂ ਹੋਈਆਂ, ਅਤੇ ਉਦੋਂ ਬਾਅਦ ਦੀ ਜਿਹੜੀ ਕੁਰਬਾਨੀਆਂ ਇੱਕ ਕੁਰਬਾਨੀ ਦਿੱਤੀ ਹੋਵੇ ਤਾਂ ਸ਼ਾਇਦ ਅਸੀਂ ਨਾ ਆਉਂਦੇ ਇੱਥੇ। ਅਸੀਂ ਇੰਨਾ ਇਤਿਹਾਸ ਪੜ੍ਹਦੇ ਹਾਂ, ਸਾਰਾ ਕੁਛ ਕਰਦੇ ਹਾਂ, ਅਤੇ ਜਦੋਂ ਅਸੀਂ ਪੜ੍ਹਦੇ ਹਾਂ ਹਰ ਵਾਰੀ ਹੀ ਰੌਂਗਟੇ ਖੜ੍ਹੇ ਹੋ ਜਾਂਦੇ ਆ। ਮੇਰੇ ਜਿਹੇ ਬੰਦੇ ਨੇ ਜੇ ਸਾਈਕਲ ਵੀ ਲੈ ਲਿਆ ਹੋਵੇ, 1-4 ਉਂਗਲਾਂ ਥਾਂ ਵੀ ਲੈ ਲਿਆ ਹੋਵੇ, ਉਹ ਨਹੀਂ ਛੱਡ ਸਕਦਾ। ਅਤੇ ਇਹ ਉਹ ਗਦਰੀ ਬਾਬੇ ਸਨ ਜਿਨ੍ਹਾਂ ਨੇ ਮੁਲਕ ਲਈ, ਆਜ਼ਾਦੀ ਲਈ ਇੱਥੋਂ ਦਾ ਸਭ ਸੁੱਖ ਤਿਆਗ ਕੇ ਤੇ ਚਲੇ ਗਏ ਸੀ। ਅਤੇ ਭਾਵੇਂ ਉਹਦੇ ਵਿੱਚ ਬਹੁਤ ਕੁਛ ਅੱਗੇ ਵੀ ਆਈਆਂ, ਉਹ ਤਾਂ ਤੁਸੀਂ ਇਤਿਹਾਸ 'ਚ ਜਾਣਦੇ ਹੋ ਕਿਵੇਂ ਮੂਵਮੈਂਟਾਂ ਫੇਲ ਕਰਨ ਦੀ ਕੋਸ਼ਿਸ਼ ਕੀਤੀ, ਕੀ ਕੁਛ ਹੋਇਆ, ਪਰ ਆਪਾਂ ਜੋ ਉਸ ਧਰਤੀ 'ਤੇ ਹਾਂ ਅਤੇ ਉਸ ਧਰਤੀ ਦੇ ਉੱਤੇ ਵੀ ਬਹੁਤ ਸਾਰਾ ਇੱਥੇ ਰਿਕਾਰਡ ਪਿਆ। ਤੁਸੀਂ ਉਹ ਅਲਮਾਰੀ ਦੇਖ ਸਕਦੇ ਹੋ, ਸੇਫ, ਬਹੁਤ ਸਾਰਾ ਰਿਕਾਰਡ ਟੇਬਲ 'ਤੇ ਪਿਆ। ਇਹ ਰਿਕਾਰਡ ਤਸਦੀਕਸ਼ੁਦਾ ਰਿਕਾਰਡ ਆ। ਜੇ ਮੈਂ ਹੁਣ ਕੋਈ ਬੋਲ ਰਿਹਾ ਗੱਲਾਂ ਜਾਂ ਇਹ ਸਾਰੇ ਸਾਡੇ ਪਤਵੰਤੇ ਕੁਛ ਗੱਲਾਂ ਦੱਸਣਗੇ, ਇਹ ਗਲੇ ਤੋਂ ਉੱਤੇ ਦੀਆਂ ਜਾਂ ਬਣਾਈਆਂ ਹੋਈਆਂ ਗੱਲਾਂ ਨਹੀਂ ਹਨ। ਇਹ ਇਕੱਲੀ ਦਾ ਰਜਿਸਟਰਡ ਆ। ਜਿਵੇਂ ਥਾਣਿਆਂ ਦੇ ਵਿੱਚ ਰੋਜ਼ਨਾਮਚੇ ਲੱਗਦੇ ਆ, ਉਵੇਂ ਉਹ ਰੋਜ਼ਨਾਮਚਿਆਂ ਵਾਂਗੂ ਦਰਜ ਚੀਜ਼ਾਂ ਇੱਥੇ ਉਸ ਟਾਈਮ ਦੀਆਂ ਜਿਹੜੀਆਂ ਸੁਸਾਇਟੀਆਂ, ਕਿਉਂਕਿ ਇੱਦਾਂ ਨਹੀਂ ਹੈ ਵੀ ਤੁਰਿਆ ਜਾਂਦਿਆਂ ਨੇ 4 ਜਣਿਆਂ ਨੇ ਸੁਸਾਇਟੀ ਬਣਾ ਲਈ, ਉਹ ਰਜਿਸਟਰਡ ਆ। ਉਹਨਾਂ ਦੀਆਂ ਪ੍ਰੋਪਰ ਸਾਰੀਆਂ ਗਤੀਵਿਧੀਆਂ ਹੁੰਦੀਆਂ ਸੀ ਜੋ ਸਰਕਾਰ ਦੇ ਦਾਇਰੇ 'ਚ ਹੁੰਦੀਆਂ, ਅਤੇ ਉਹ ਇੱਥੇ ਰਜਿਸਟਰਡ ਹੀ ਗੱਲਾਂ ਹੋਣਗੀਆਂ। ਸੋ ਇੱਕ ਗੱਲ ਤਾਂ ਤੁਸੀਂ ਇਹ ਜੇ ਕੋਈ ਕਮੈਂਟ ਕਰਨ ਵਾਲਾ ਆਉਂਦਾ ਜਾਂ ਇਹ ਕਹਿਣ ਵਾਲਾ ਆਉਂਦਾ ਵੀ ਇਹ ਤਾਂ ਉਹੀ ਬਣਾਈਆਂ ਹੋਈਆਂ ਗੱਲਾਂ, ਅਤੇ ਉਹਦੀ ਅਸੀਂ ਤਸਦੀਕ ਕਰਦੇ ਹਾਂ। ਇੱਥੇ ਬਣਾਈਆਂ ਹੋਈਆਂ ਗੱਲਾਂ ਨਹੀਂ, ਇੱਥੇ ਤਸਦੀਕਸ਼ੁਦਾ ਗੱਲਾਂ ਜਿਹੜੀਆਂ ਅਸੀਂ ਕਰਾਂਗੇ। ਸੋ ਆਪਣੀ ਗੱਲ ਬਾਈ ਜੀ ਹੋ ਰਹੀ ਸੀ, ਉੱਥੇ ਆਪਾਂ ਕਰ ਰਹੇ ਸੀ, ਆਪਾਂ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। ਸਰਦਾਰ ਤੇਜਾ ਸਿੰਘ ਹੋਰਾਂ ਬਾਰੇ, ਉਹਨਾਂ ਬਾਰੇ ਥੋੜ੍ਹੀਆਂ ਜਿਹੀਆਂ ਗੱਲਾਂ ਦੱਸੋ ਵੀ ਉਹਨਾਂ ਨੇ ਕੀ ਜਿਹੜੀ ਉਹਨਾਂ ਦੀ ਕੀ ਯੋਗਦਾਨ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਇਹ ਹੈ ਵੀ ਉਹਨਾਂ ਨੇ ਇੰਗਲੈਂਡ ਦੇ ਵਿੱਚ ਪਹਿਲਾਂ, ਅਤੇ ਫਿਰ ਕੈਨੇਡਾ ਦੇ ਵਿੱਚ, ਅਤੇ ਫਿਰ ਅਮਰੀਕਾ ਦੇ ਵਿੱਚ ਇਹ ਗੁਰਦੁਆਰੇ ਬਣਵਾਏ ਨੇ ਜੀ। ਸਾਡੇ ਪਹਿਲੇ ਗੁਰਦੁਆਰੇ ਦੇ ਪਹਿਲੇ ਪ੍ਰਧਾਨ ਵੀ ਉਹੀ ਸੀਗੇ ਜੀ। ਕਾਫੀ ਪੜ੍ਹੇ ਲਿਖੇ ਸਨ ਉਹ। ਹਾਂਜੀ, ਉਹ ਮਤਲਬ ਹਾਰਵਰਡ ਯੂਨੀਵਰਸਿਟੀ ਦੇਖ ਲਓ, ਅਮਰੀਕਾ ਦੀ ਸਭ ਤੋਂ ਮਸ਼ਹੂਰ ਯੂਨੀਵਰਸਿਟੀ ਹੈ, ਜਿੱਥੇ ਤੋਂ ਮਾਸਟਰ ਡਿਗਰੀ ਸੀਗੀ, ਅਤੇ ਇੰਡੀਆ ਦੇ ਵਿੱਚੋਂ ਵੀ ਉਹ ਬਹੁਤ ਪੜ੍ਹੇ ਲਿਖੇ ਸੀ। ਉਹਨਾਂ ਦੇ ਫਾਦਰ ਸਾਹਿਬ ਵੀ ਮੈਨੂੰ ਲੱਗਦਾ ਫਿਜ਼ੀਸ਼ੀਅਨ ਸੀ। ਹਾਂ, ਉਹਨਾਂ ਦੇ ਫਾਦਰ ਡਾਕਟਰ ਸੀਗੇ। ਮੈਨੂੰ ਲੱਗਦਾ ਗੁੱਜਰਾਂਵਾਲਾ ਤੋਂ ਕਿਸੇ ਪਿੰਡ ਤੋਂ ਬਿਲੋਂਗ ਕਰਦੇ ਸੀ। ਉਹਨਾਂ ਦਾ ਸਾਂਝਾ ਪੰਜਾਬ ਸੀ। ਹਾਂਜੀ, ਉਹ ਬਾਲੋਵਾਲੀ ਪਿੰਡ ਸੀ ਉਹਨਾਂ ਦਾ ਜੀ। ਗੁੱਜਰਾਂਵਾਲਾ ਡਿਸਟ੍ਰਿਕਟ ਸੀਗਾ ਜੀ। ਸੋ ਦੇਖੋ, ਪਹਿਲੀ ਗੱਲ ਤਾਂ ਇੱਕ ਗੱਲ ਜ਼ਰੂਰ ਧਿਆਨ 'ਚ ਰੱਖਿਓ, ਜਿਹੜੀਆਂ ਜਦੋਂ ਅਸੀਂ ਇਹ ਗੱਲਾਂ ਕਰ ਰਹੇ ਹਾਂ ਨਾ, ਹਾਰਵਰਡ ਯੂਨੀਵਰਸਿਟੀ ਦੀਆਂ ਗੱਲਾਂ ਕਰ ਰਹੇ ਹਾਂ ਜਾਂ ਪੜ੍ਹਾਈ ਲਿਖਾਈ ਦੀਆਂ ਗੱਲਾਂ ਕਰ ਰਹੇ ਹਾਂ, MBBS ਦੀਆਂ ਗੱਲਾਂ ਕਰ ਰਹੇ ਹਾਂ, ਇਹ ਸਦੀ ਤੋਂ ਪਹਿਲਾਂ ਦੀਆਂ ਗੱਲਾਂ, ਸਵਾ ਵਾਂਗੂ ਸਦੀ ਹੋ ਗਈ ਇਹ ਗੱਲਾਂ। ਉਸ ਟਾਈਮ 1901 ਦੇ ਵਿੱਚ ਉਹਨਾਂ ਨੇ MA LLB ਕਰ ਚੁੱਕੇ ਸੀਗੇ ਉਹ ਇੰਡੀਆ ਦੇ ਵਿੱਚ। ਹੁਣ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਪੜ੍ਹਾਈ ਲਿਖਾਈ ਆ ਉਹ ਕਦੋਂ ਤੇ ਕਿੱਥੇ ਸ਼ੁਰੂ ਹੋਈ ਆ? ਅਕਸਰ ਕਹਿ ਦਿੰਦੇ ਆ ਸਾਡਾ ਵੇਲਾ ਸੀ, ਪੜ੍ਹਾਈ ਲਿਖਾਈ ਨਹੀਂ ਸੀ। ਜਿਹਨੇ ਕੁਛ ਕਰਨਾ ਸੀ ਉਹਨੇ ਉਸ ਟਾਈਮ ਵਿੱਚ ਵੀ ਕੀਤਾ, ਅਤੇ ਉਸ ਪਰਿਵਾਰ 'ਚ ਉੱਠ ਕੇ ਆ ਕੇ ਉਹਨਾਂ ਨੇ ਇੰਗਲੈਂਡ 'ਚ ਅਤੇ ਫਿਰ ਇੱਥੇ ਵੀ ਕੈਨੇਡਾ, ਫਿਰ ਇੱਥੇ। ਤੇ ਦੂਸਰੀ ਗੱਲ ਇਹ ਦੱਸਦੇ ਨੇ, ਅੱਜ ਤੱਕ ਦਾ ਜਿਹੜਾ ਇਤਿਹਾਸ ਹੈ ਇੱਥੇ ਦਾ 100 ਸਾਲ ਤੋਂ ਉੱਪਰ ਹੋ ਗਿਆ, ਮੇਰਾ ਖਿਆਲ ਹੈ ਸਭ ਤੋਂ ਵੱਧ ਪੜ੍ਹੇ ਲਿਖੇ ਪ੍ਰੈਜ਼ੀਡੈਂਟ ਵੀ ਉਹੀ ਸੀਗੇ, ਉਹੀ ਸੀ ਹੁਣ ਤੱਕ ਜੀ। ਬਹੁਤ ਵੱਡੀ ਗੱਲ ਆ ਵੀ ਇੰਨੇ ਪੜ੍ਹੇ ਲਿਖੇ ਪ੍ਰੈਜ਼ੀਡੈਂਟ ਹੋ ਕੇ ਉਹਨਾਂ ਨੇ ਪਹਿਲਾ ਅਮਰ ਸੰਚਾਰ ਵੀ ਉਹਨਾਂ ਨੇ ਕਰਵਾਇਆ ਸੀ ਇੱਥੇ ਜੀ।
ਸਾਨੂੰ ਉਹ ਗੱਲਾਂ ਚੋਂ ਗੱਲ ਨਿਕਲ ਆਉਂਦੀ ਹੈ ਕਿ ਜਿਵੇਂ ਆਪਾਂ ਅਕਸਰ ਕਰਦੇ ਹਾਂ, ਸਟੈਂਪਾਂ ਲਾਉਂਦੇ ਆ ਲੋਕ, ਮੋਹਰਾਂ ਲਾਉਂਦੇ ਆ। ਇੱਕ ਤਾਂ ਮੋਹਰ ਲਾ ਦਿੰਦੇ ਆ ਜਿਹੜੇ ਧਰਮ ਨੂੰ ਨਾ ਮੰਨਣ ਵਾਲੇ ਹੁੰਦੇ ਆ, ਤੇ ਇੱਕੋ ਹੀ ਲਾ ਦਿੰਦਾ, ਅੱਡੋ ਅੱਡ ਆਪੋ ਆਪਦੀਆਂ ਹੁੰਦੀਆਂ ਸਾਰਿਆਂ ਦੀਆਂ। ਪਰ ਇੱਥੇ ਕਈ ਵਾਰੀ ਲੋਕ ਇਹ ਵੀ ਕਹਿੰਦੇ ਆ ਵੀ ਜਦੋਂ ਬੰਦਾ ਪੜ੍ਹ ਲਿਖ ਗਿਆ ਨਾ, ਉਦੋਂ ਧਰਮ ਦੇ ਨਾਂ ਤੇ ਇਹਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ। ਆਹ ਸ਼ਬਦ ਵੀ ਸੁਣਨ ਚਾਹੁੰਦੇ ਆ, ਪਰ ਇਹ ਸਾਰੀਆਂ ਗੱਲਾਂ ਦਾ ਹੁਣ ਸਾਨੂੰ ਕਹਿਣ ਦੀ ਲੋੜ ਨਹੀਂ, ਤੁਹਾਨੂੰ ਜਵਾਬ ਮਿਲੀ ਜਾਂਦਾ ਇੱਕ ਇੱਕ ਗੱਲ ਦੀ। ਰੱਬ ਨੂੰ ਜਿਹਨੇ ਜੱਬ ਕਹਿਣਾ, ਉਹਦੇ ਕੋਲੋਂ ਚਾਹੇ ਲੱਖ ਪੜ੍ਹਾ ਲਓ, ਉਹਨੂੰ ਚਾਹੇ ਕੁਛ ਕਰ ਲਓ, ਉਹਨੇ ਉਹੀ ਕਹਿਣਾ। ਪਰ ਜੇ ਪੜ੍ਹੇ ਲਿਖੇ ਜੇ ਡਾਕਟਰ ਅਬਦੁਲ ਕਲਾਮ ਵਰਗਿਆਂ ਨੇ ਵੀ ਰੱਬ ਦਾ ਵਿਸ਼ਵਾਸ ਦਿਖਾਇਆ ਤਾਂ ਕੋਈ ਕਾਰ ਨਹੀਂ ਸੀਗਾ, ਐਵੇਂ ਨਹੀਂ ਸੀ। ਕੁਛ ਹੈ, ਕੋਈ ਤਾਂ ਤਾਕਤ ਹੈ ਜਿਹੜੀ ਇਹ ਸਾਰਾ ਕੁਛ ਕਰ ਰਹੀ ਆ। ਸੋ ਉਹਨਾਂ ਲੋਕਾਂ ਲਈ ਇਹ ਬੜੀ ਇੱਕ ਸਮਝਣ ਦੀ ਲੋੜ ਆ। ਈਗੋ ਨਾਲ ਰੱਖੋ, ਸਮਝਣ ਦੀ ਕੋਸ਼ਿਸ਼ ਕਰਿਓ। ਗੁਰਦੁਆਰਾ ਬਣਾ ਕੇ ਉਹਨਾਂ ਨੇ ਇਹੀ ਨਹੀਂ ਕੀਤਾ ਹੈਗਾ ਵੀ ਇੱਥੇ ਸਿੱਖੇ ਆ ਸਕਦੇ ਨੇ। ਉਸ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਕਿਸੇ ਨੇ ਆਪਣੀ ਨਮਾਜ਼ ਪੜ੍ਹਨੀ ਹੈ, ਉਹ ਵੀ ਬੰਦੇ ਇੱਥੇ ਆਉਂਦੇ ਸੀ, ਕਿਉਂਕਿ ਮਸਜਿਦ ਹਾਲੇ ਬਣੀ ਨਹੀਂ ਸੀਗੀ। ਤੇ ਹਿੰਦੂ ਭਰਾ ਵੀ ਇੱਥੇ ਆਪਣਾ ਮਤਲਬ ਪੂਜਾ ਕਰ ਸਕਦੇ ਸੀਗੇ, ਤੇ ਸਿੱਖ ਆਪਣਾ ਪਾਠ ਬਾਣੀ ਪੜ੍ਹ ਸਕਦੇ ਸੀਗੇ। ਸੋ ਸਾਰੇ ਮਤਲਬ ਇੱਕ ਕਿਸਮ ਦੇ ਜਿੱਦਾਂ ਗੁਰੂ ਸਾਹਿਬ ਨੇ ਸਾਰਿਆਂ ਨੂੰ ਕਲਾਬ ਵਿੱਚ ਲਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਏਦਾਂ ਹੀ ਉਹ ਸਿਸਟਮ ਉਸ ਵੇਲੇ ਇਨ ਰਿਐਲਿਟੀ ਦੇ ਵਿੱਚ ਚੱਲਦਾ ਸੀਗਾ। ਜੀ। ਤੇ ਮੈਂ ਫੋਟੋਆਂ 'ਚ ਵੀ ਦੇਖਿਆ ਜੀ, ਬੜਾ ਵਧੀਆ। ਉਹਨਾਂ ਫੋਟੋਆਂ ਦੇ ਵਿੱਚ ਜਿੰਨੇ ਵੀ ਲੋਕ ਸਾਰੀਆਂ ਕਮਿਊਨਿਟੀਆਂ ਦੇ ਇਕੱਠੇ ਹੋ ਕੇ ਇਸ ਬਿਲਡਿੰਗ ਦਾ ਚਾਅ ਮਨਾ ਰਹੇ ਸੀਗੇ ਜਦੋਂ ਇਹ ਬਣੀਆਂ, ਤੇ ਇੱਥੇ ਉਹਨਾਂ ਨੇ ਸਾਰਾ ਪੂਜਾ ਪਾਠ ਕੀਤਾ ਆਪਦਾ, ਹਰੇਕ ਨੇ ਆਪਦੇ ਢੰਗ ਨਾਲ ਆਪਦੇ ਇਸ਼ਟ ਨੂੰ ਜਿਹੜਾ ਮੰਨਿਆ। ਸੋ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਸਾਬਤ ਕਰਦੀਆਂ ਵੀ ਜਿਹੜੀ ਉਹ ਲੜਾਈ ਸੀ, ਸਾਂਝੀ ਲੜਾਈ ਸੀ, ਕਿਸੇ ਇੱਕ ਦੀ ਨਹੀਂ ਸੀ। ਬਿਲਕੁਲ। ਅਤੇ ਉਸ ਵੇਲੇ ਹੀ ਇੱਥੋਂ ਸਕਾਲਰਸ਼ਿਪ ਦਾ ਜਿਹੜਾ ਇੰਡੀਆ ਤੋਂ ਕੋਈ ਪੜ੍ਹਨ ਆਉਂਦਾ ਸੀਗਾ, ਉਹਨਾਂ ਲਈ ਬੱਚਿਆਂ ਲਈ ਜ਼ਿਆਦਾ ਸਕਾਲਰਸ਼ਿਪ ਸੀ, ਜਿਨ੍ਹਾਂ 'ਚੋਂ ਨੌਨ ਸਿੱਖ ਉਸ ਵੇਲੇ ਜ਼ਿਆਦਾ ਸੀਗੇ। ਦੇਖੋ ਸਾਰੀਆਂ ਗੱਲਾਂ ਰਲਾ ਮਿਲਾ ਕੇ ਪਤਾ ਲੱਗਦਾ ਵੀ ਜਦੋਂ ਜਾਂਦੇ ਆ ਕਿਤੇ, ਉੱਥੇ ਮਹਿਸੂਸ ਹੁੰਦਾ। ਬਾਈ ਜੀ ਤੁਸੀਂ ਇੱਥੇ ਹੁਣ ਵੀ ਸੇਵਾ ਨਿਭਾ ਰਹੇ ਹੋ ਇਸ ਟਾਈਮ, ਤੇ ਕਾਫੀ ਰਿਕਾਰਡ ਆ ਤੁਹਾਡੇ ਕੋਲੇ, ਤੇ ਇਹ ਰਿਕਾਰਡ ਆ ਜਿਹੜਾ ਇਹ ਤੁਸੀਂ ਉਵੇਂ ਜਿਵੇਂ ਪਹਿਲਾਂ ਉਹਦਾ ਇੱਕ ਮੈਥਡ ਚੱਲਿਆ ਆ ਰਿਹਾ ਸੀ, ਉਵੇਂ ਹੀ ਰਿਕਾਰਡ ਨੂੰ ਮੇਨਟੇਨ ਕਰ ਰਹੇ ਹੋ, ਤੇ ਕੀ ਰਿਕਾਰਡ ਆ ਤੁਹਾਡੇ ਕੋਲੇ? ਜੀ ਭਾਜੀ, ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਗਦਰੀ ਬਾਬਿਆਂ ਨੇ ਇੱਥੇ ਪਿਰਤ ਪਾਈ ਆ ਕਿ ਹਰ ਇੱਕ ਗੱਲ ਨੂੰ ਸਾਂਭ ਕੇ ਲਿਖ ਕੇ ਰੱਖਿਆ ਜਾਂਦਾ ਜੀ। ਲਿਖਣ ਤੋਂ ਬਾਅਦ ਜਿੰਨੇ ਵੀ ਮੈਂਬਰ ਆ, ਤੁਸੀਂ ਪੁਰਾਣੇ ਰਜਿਸਟਰ ਦੇਖ ਲਓ, ਉਹ ਸਾਈਨ ਕਰਦੇ ਉਹਨਾਂ ਥੱਲੇ ਜੀ। ਜਿੰਨੇ ਵੀ ਬੋਰਡ ਦੇ ਮੈਂਬਰ ਆ, ਕਮੇਟੀ ਮੈਂਬਰ ਆ, ਹੁਣ ਵੀ ਉਸੇ ਪ੍ਰਥਾ ਨੂੰ ਅੱਗੇ ਚਲਾਇਆ ਜਾਂਦਾ। ਜੋ ਇਹ ਗੁਰੂ ਘਰ ਦੀ ਕਾਰਪੋਰੇਸ਼ਨ ਆ, ਉਹਦੇ ਵਿੱਚ ਜੋ ਮਿੰਟ ਬੁੱਕ ਆ, ਉਹ ਜੋ ਹਰ ਮਿੰਟ ਬੁੱਕ ਜਦੋਂ ਕਮੇਟੀ ਚੇਂਜ ਹੁੰਦੀ ਆ, ਦੂਜੀ ਕਮੇਟੀ ਨੂੰ ਦਿੱਤੀ ਜਾਂਦੀ, ਉਹਦੇ ਵਿੱਚ ਰਿਕਾਰਡ ਰੱਖਿਆ ਜਾਂਦਾ ਉਸੇ ਤਰੀਕੇ ਨਾਲ ਜਿੱਦਾਂ ਗਦਰੀ ਬਾਬੇ ਰੱਖਦੇ ਸੀ ਜੀ। ਹਰ ਇੱਕ ਇੱਥੇ ਗਤੀਵਿਧੀ, ਕੋਈ ਪ੍ਰੋਗਰਾਮ ਹੁੰਦਾ, ਕੋਈ ਵੱਡਾ ਪ੍ਰੋਗਰਾਮ ਆ, ਕੋਈ ਕੁਛ ਪੰਜਾਬ ਦੇ ਵਿੱਚ ਘਟਨਾ ਵਾਪਰੀ ਆ, ਉਹਦੇ ਬਾਰੇ ਵੀ ਮਿੰਟ ਬੁੱਕ ਦੇ ਵਿੱਚ ਪਾ ਕੇ ਤਾਂ ਕਮੇਟੀ ਉਹਦਾ ਰੈਜੂਲੇਸ਼ਨ ਪਾਸ ਕਰਦੀ ਹੈ ਜੀ। ਉਸੇ ਤਰੀਕੇ ਨਾਲ ਸਾਂਭ ਕੇ ਰੱਖਿਆ ਜਾਂਦਾ। ਵਾਹ, ਕੀ ਬਾਤ ਹੈ ਜੀ। ਜੇ ਕੋਈ ਵੀ ਕਿਸੇ ਕਿਸਮ ਦਾ ਹੁਣ ਵੀ ਕੋਈ ਨਿੰਦਾ ਪਤਾ ਪਾਉਣਾ ਜਾਂ ਕਿਸੇ ਦੀ ਸਹਿਮਤੀ ਜਤਾਉਣੀ ਆ, ਤੇ ਉਹ ਰਿਕਾਰਡਡ ਆ ਜੀ। ਸੋ ਇਸ ਚੀਜ਼ਾਂ 'ਚ ਇਹ ਨਹੀਂ ਹੋ ਸਕਦਾ ਕਿਤੇ ਰਿਕਾਰਡ 'ਚ ਚੇਂਜ ਕੀਤਾ ਜਾ ਸਕਦਾ ਜਾਂ ਹੋਰ ਕੀਤਾ ਜਾ ਸਕਦਾ। ਤੁਸੀਂ ਅਕਸਰ ਰਿਕਾਰਡ ਦੇ ਗੋ ਥਰੂ ਹੁੰਦੇ ਹੋ, ਰਿਕਾਰਡ ਦੇ ਵਿੱਚ ਦੀ ਜਾਂਦੇ ਹੋ ਕੋਈ, ਕਿਉਂਕਿ ਅਸੀਂ ਹੁਣ ਇੰਨੇ ਛੋਟੇ ਪ੍ਰੋਗਰਾਮ 'ਚ ਸਾਰਾ ਕੁਝ ਨਹੀਂ ਦਿਖਾ ਸਕਦੇ ਰਿਕਾਰਡ, ਪਰ ਫਿਰ ਵੀ ਕੋਈ ਰਿਕਾਰਡ ਦੀ ਇਹੋ ਜਿਹੀ ਗੱਲ ਜਿਹਨੇ ਤੁਹਾਨੂੰ ਐਂ ਕੀਤਾ ਵਾਹ ਵੀ ਕਮਾਲ ਆ, ਉਸ ਟਾਈਮ 'ਚ ਇਦਾਂ ਦੀ ਵੀ ਸੀ, ਉਹ ਜ਼ਰੂਰ ਸਾਂਝੀ ਕਰੋ ਸਾਡੇ ਦਰਸ਼ਕਾਂ ਨਾਲ। ਦੇਖੋ ਜੀ, ਮੈਂ ਜਿਹੜੀ ਗੱਲ ਮਤਲਬ ਜਦੋਂ ਮੈਂ ਰਿਕਾਰਡ ਚੈੱਕ ਕੀਤਾ, ਜਿਹੜੀ ਗੱਲ ਨੇ ਮੇਰੇ ਅੰਦਰ ਨੂੰ ਝੰਜੋੜਿਆ, ਮੈਂ ਉਹੀ ਗੱਲ ਸਾਂਝੀ ਕਰੂੰਗਾ ਸੰਗਤਾਂ ਨਾਲ। ਤੇ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਜਿੰਨੀਆਂ ਵੀ ਸੰਗਤਾਂ ਆ, ਬਹੁਤ ਵੱਡੀ ਗੱਲ ਆ ਇਹ ਕਿ ਉਹਨਾਂ ਸਿੱਖਾਂ ਦੇ ਵਿੱਚ ਬੋਲੀ ਵਿੱਚ ਤੇ ਰਹਿਣੀ ਦੇ ਵਿੱਚ ਤੇ ਗੁਰੂ ਸਾਹਿਬ ਦੇ ਨਾਲ ਪਿਆਰ ਦੇ ਵਿੱਚ ਫਰਕ ਸੀ। ਅੱਛਾ ਜੀ। ਉਹ ਜਦੋਂ ਮੈਂ ਆਪਣੀ ਜ਼ਿੰਦਗੀ ਵਿੱਚ ਦੇਖਦਾ, ਨਾ ਤਾਂ ਮੇਰੀ ਉਹ ਬੋਲੀ ਵਿੱਚ ਮਿਠਾਸ ਆ, ਨਾ ਮੇਰੀ ਲਿਖਾਈ ਵਿੱਚ ਉਹ ਮਿਠਾਸ ਆ। ਤੁਸੀਂ ਹੁਣ ਦੀਆਂ ਮਿੰਟ ਬੁੱਕਾਂ ਦੇਖ ਲਓ, ਮੈਂ ਆਪਣੀ ਗੱਲ ਕਰਦਾ ਜਿਹੜੀ ਮੈਂ ਆਪ ਲਿਖੀ ਆ। ਤੇ ਉਦੋਂ ਪਹਿਲਾਂ ਗਦਰੀ ਬਾਬਿਆਂ ਦੀ ਮੈਂ 1972 ਦੀਆਂ ਦੇਖ ਰਿਹਾ ਸੀ ਇੱਕ ਦਿਨ ਇੱਥੇ। ਮੇਰਾ ਜਨਮ 1975 ਦਾ, ਮੈਂ 1972 ਦੀਆਂ ਆਪਣੇ ਜਨਮ ਤੋਂ ਪਹਿਲਾਂ ਦੇ ਲਿਖਤਾਂ ਦੇਖ ਰਿਹਾ ਸੀ, ਜਿਹਦੇ ਵਿੱਚ ਉਹ ਹਰ ਇੱਕ ਆਏ ਜੀ ਨੂੰ, ਭਾਵੇਂ ਉਹ ਰਾਮ ਆ ਸ਼ਾਮ ਆ, ਉਹਦੇ ਨਾਲ ਜੀ ਲਾਉਂਦੇ ਸੀਗੇ। ਬੜੇ ਸਤਿਕਾਰ ਦੇ ਨਾਲ ਉਸ ਚੀਜ਼ ਨੂੰ ਦੇਖਿਆ ਜਾਂਦਾ ਸੀ। ਤੇ ਸਭ ਤੋਂ ਵੱਡੀ ਗੱਲ ਸੀ ਉਹਨਾਂ ਦੀ ਲਿਖਤ ਜਿਹੜੀ ਆ, ਉਹ ਜਜ਼ਬਾ ਭਰਦੀ ਆ। ਅੱਜ ਵੀ ਜਦੋਂ ਉਹਨਾਂ ਦੀ ਲਿਖਤ ਤੁਸੀਂ ਪੜ੍ਹਦੇ ਆ ਨਾ, ਉਹ ਤੁਹਾਡੇ ਵਿੱਚ ਦੇਸ਼ ਪੰਜਾਬ ਦਾ ਪਿਆਰ ਜਿਹੜਾ, ਉੱਥੇ ਦੀ ਗੁਰੂ ਸਾਹਿਬ ਦੀ ਧਰਤੀ ਦਾ ਪਿਆਰ ਆ, ਉਹ ਉਮੜ ਕੇ ਉਹਨਾਂ ਗੱਲਾਂ ਦੇ ਵਿੱਚੋਂ ਬਾਹਰ ਨਿਕਲਦਾ। ਅੱਜ ਵੀ ਉਹ ਮਿੰਟ ਬੁੱਕਾਂ ਬੋਲਦੀਆਂ ਆ ਜੀ। ਤੇ ਅੱਜ ਸਾਡੇ ਵਿੱਚ ਦਿਖਾਵਾ ਜ਼ਿਆਦਾ ਆ, ਅਸੀਂ ਦਿਖਾਵੇ ਦੇ ਸਿੱਖ ਆ। ਮੈਂ ਆਪਣੀ ਗੱਲ ਕਰਦਾ, ਮੈਂ ਕਿਸੇ ਨੂੰ ਨਹੀਂ ਕਹਿੰਦਾ ਜੀ। ਬਿਲਕੁਲ, ਅਸੀਂ ਦਿਖਾਵੇ ਦੇ ਸਿੱਖ ਜ਼ਿਆਦਾ ਬਣ ਚੁੱਕੇ ਆ, ਪਰ ਅਸੀਂ ਗੁਰੂ ਸਾਹਿਬ ਦੀ ਸਿੱਖੀ ਤੋਂ ਬਹੁਤ ਦੂਰ ਜਾ ਚੁੱਕੇ ਆ। ਸੱਚੀ ਭਾਈ ਸਾਹਿਬ ਨੇ ਗੱਲ ਕੀਤੀ ਸੀ ਗੁਰਦੁਆਰਾ ਸਾਹਿਬ ਬਣਾਉਣ ਦੀ, ਸੰਤ ਤੇਜਾ ਸਿੰਘ ਹੋਣਾ ਦੀ, ਸੰਤ ਬਾਬਾ ਵਿਸਾਖਾ ਸਿੰਘ ਦਦੇਰ ਸਾਹਿਬ ਵਾਲਿਆਂ। ਹੁਣ ਗੱਲ ਆ, ਉਦੋਂ ਗੁਰੂ ਘਰ ਨੂੰ ਇਸ ਤਰੀਕੇ ਨਾਲ ਬਣਾਇਆ ਜਾਂਦਾ ਸੀ ਕਿ ਅਸੀਂ ਸਾਰਿਆਂ ਨੂੰ ਸਾਂਭ ਕੇ ਆਪਣੀ ਬੁੱਕਲ 'ਚ ਰੱਖਣਾ। ਸਾਰੇ ਗੁਰੂ ਸਾਹਿਬ ਦੇ ਬੱਚੇ, ਧੀਆਂ ਪੁੱਤ ਆ।
ਅੱਜ ਅਸੀਂ ਅਲੱਗ-ਅਲੱਗ ਹੋ ਚੁੱਕੇ ਹਾਂ, ਡਿਵਾਈਡ ਹੋ ਚੁੱਕੇ ਉਹਨਾਂ ਗੱਲਾਂ ਦੇ ਉੱਤੇ। ਉੱਥੇ ਇਹ ਨਹੀਂ ਸੀ ਦੇਖਿਆ ਜਾਂਦਾ ਵੀ ਕਿਹੜਾ ਕਿਹਨੂੰ ਬਿਲੋਂਗ ਕਰਦਾ। ਉੱਥੇ ਦੇਸ਼ ਪੰਜਾਬ ਦਾ ਬੱਚਾ ਆਇਆ, ਉਹ ਪੜ੍ਹ ਲਿਖ ਕੇ ਕੁਛ ਬਣੇ, ਉਹ ਦੇਸ਼ ਦੀ ਗੱਲ ਕਰੇ, ਆਪਣੀ ਹੋਂਦ ਦੀ ਗੱਲ ਕਰੇ, ਉਹ ਦੁਨੀਆ ਦੇ ਸਾਹਮਣੇ ਪੜ੍ਹੇ ਲਿਖੇ ਤਰੀਕੇ ਦੇ ਨਾਲ ਗੱਲ ਰੱਖ ਸਕੇ। ਇਸ ਤਰੀਕੇ ਨਾਲ ਸਾਰਿਆਂ ਨੂੰ ਕਲਾਵੇ 'ਚ ਲੈ ਕੇ ਪਿਆਰ ਕੀਤਾ ਜਾਂਦਾ ਸੀ, ਜੋ ਅੱਜ ਸਾਡੇ ਵਿੱਚ ਉਸ ਚੀਜ਼ ਦੀ ਘਾਟ ਆ ਚੁੱਕੀ ਹੈ। ਬਹੁਤ ਵੱਡੀ ਗੱਲ ਤੁਸੀਂ ਕਹੀ ਆ। ਅਸੀਂ ਫੋਟੋਆਂ ਦੇ ਜ਼ਰੀਏ ਵੀ ਦੇਖ ਕੇ ਆਏ ਆ ਵੀ ਉਦੋਂ ਸਰਬੱਤ ਦੇ ਭਲੇ ਦਾ ਜਿਹੜਾ ਫਲਸਫਾ ਸੀ ਗੁਰੂ ਸਾਹਿਬ ਦਾ, ਗੁਰੂ ਨਾਨਕ ਦੇਵ ਜੀ ਦਾ, ਉਹ ਉਦੋਂ ਸਹੀ ਫੋਲੋ ਕੀਤਾ ਜਾਂਦਾ ਸੀ। ਦਾਇਰਾ ਘਟਦਾ ਇੱਥੇ ਆ ਗਿਆ ਵੀ ਚਲੋ ਹੋਰ ਧਰਮਾਂ ਦੀ ਤਾਂ ਆਪਾਂ ਗੱਲ ਹੀ ਛੱਡ ਦਈਏ ਵੀ ਉਹ ਤਾਂ ਅਸੀਂ ਆਪਣੇ ਧਰਮ ਦੇ ਵਿੱਚ ਵੀ ਮਾਫੀ ਚਾਹਣਾ ਵੀ ਅਸੀਂ ਇੱਕ ਪਿੰਡ 'ਚ 5 ਗੁਰਦੁਆਰੇ ਤੇ ਉਹਨਾਂ ਦੇ ਵੀ ਨਾਂ ਪ੍ਰੋਪਰ ਰੱਖਤੇ, ਤਾਂ ਉਹ ਚੀਜ਼ਾਂ ਕਿਤੇ ਨਾ ਕਿਤੇ ਵਾਕਈ ਸਾਨੂੰ ਸੋਚਣਾ ਪੈਣਾ। ਅਸੀਂ ਜੇ ਕਹਿ ਸਕਦੇ ਹਾਂ ਰਿਕਾਰਡ ਤਾਂ ਇੱਕ ਉਦਾਹਰਨ ਆ, ਪਰ ਜੇ ਅਸੀਂ ਗੁਰੂ ਸਾਹਿਬ ਦੀ ਫਲਸਫੇ ਨੂੰ ਨਹੀਂ ਮੰਨਿਆ ਤਾਂ ਫਿਰ ਮੈਨੂੰ ਲੱਗਦਾ ਸਾਨੂੰ ਸਿੱਖ ਕਹਾਉਣ ਤੋਂ ਪਹਿਲਾਂ ਵੀ ਖਾਸਾ ਕੁਝ ਸੋਚਣਾ ਚਾਹੀਦਾ। ਸੋ ਤੁਸੀਂ ਇੱਥੇ ਜਦੋਂ ਹੁਣ ਰਿਕਾਰਡ ਸਾਂਭਦੇ ਹੋ ਜਾਂ ਜੋ ਵੀ ਇਹ ਰਿਕਾਰਡ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਲੱਗਦਾ ਜ਼ਿੰਮੇਵਾਰੀ ਕਈ ਗੁਣਾ ਵੱਧ ਜਾਂਦੀ ਹੈ ਜਦੋਂ ਇਤਿਹਾਸਿਕ ਥਾਂ ਹੋਵੇ। ਇੱਥੇ ਫਿਰ ਹੁਣ ਤੁਸੀਂ ਕੋਈ ਇਹੋ ਜਿਹਾ ਸਿਸਟਮ ਰੱਖਿਆ ਆਮ ਜਨਤਾ ਲਈ ਇਹ ਚੀਜ਼ਾਂ ਨੂੰ ਕੋਈ ਡਿਸਪਲੇ ਹੋਵੇ ਜਾਂ ਉਹਨਾਂ ਤੱਕ ਪੁੱਜਦੀਆਂ ਰਹਿਣ, ਕੋਈ ਡਿਜੀਟਲ ਨਾਲ ਦੁਨੀਆ 'ਚ ਜਾਣ, ਕੀ ਸੋਚ ਰਹੇ ਹੋ ਇਹਦੇ ਬਾਰੇ? ਦੇਖੋ, ਜਦੋਂ ਅਸੀਂ 100 ਸਾਲਾ ਮਨਾਇਆ ਸੀ, ਸਾਰੇ ਪਤਵੰਤੇ ਸੱਜਣ ਇੱਥੇ ਬੈਠੇ ਆ, ਇਹਨਾਂ ਨੇ ਸਾਰਾ ਉਹ ਕੰਪਿਊਟਰਾਈਜ਼ਡ ਕੀਤਾ, ਸਾਰਾ ਡੈਸਕ ਦੇ ਉੱਤੇ ਚਾੜਿਆ। ਹੁਣ ਜਦੋਂ ਸਾਡਾ ਮਿਊਜ਼ੀਅਮ ਤਿਆਰ ਹੋ ਗਿਆ, ਹੁਣ ਤੁਸੀਂ ਮਿਊਜ਼ੀਅਮ ਤੁਸੀਂ ਦੇਖ ਕੇ ਆਏ ਆ ਲਾਇਬ੍ਰੇਰੀ, ਜਦੋਂ ਮਿਊਜ਼ੀਅਮ ਤਿਆਰ ਹੋ ਗਿਆ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਇਲੈਕਟ੍ਰੋਨਿਕ ਕੀਤਾ ਜਾਵੇਗਾ। ਸਾਰੀਆਂ ਸੰਗਤਾਂ ਉਹਦੇ ਦਰਸ਼ਨ ਕਰ ਸਕਦੀਆਂ। ਘਰ ਬੈਠੇ ਤੁਸੀਂ ਆਪਣੇ ਫੋਨ ਦੇ ਉੱਤੇ ਸਕੈਨ ਕਰਕੇ ਲੈ ਜਾਓ। ਲੈਸੀ ਤੁਸੀਂ ਸੰਤ ਬਾਬਾ ਵਿਸਾਖਾ ਸਿੰਘ ਬਾਰੇ ਪੜ੍ਹਨਾ ਚਾਹੁੰਦੇ ਹੋ, ਤੁਸੀਂ ਉਹਨਾਂ ਦੀ ਸਕੈਨ ਕਰਕੇ ਲੈ ਜਾਓ, ਆਪਣੇ ਘਰੇ ਜਾ ਕੇ ਪੜ੍ਹ ਲਓ ਜੀ। ਨਾ ਬਾਕੀ ਅਸੀਂ ਜਦੋਂ ਮੈਂ ਭਾਜੀ ਨਾਲ ਪਹਿਲਾਂ ਵੀ ਗੱਲ ਕਰਦਾ ਸੀਗਾ ਵੀ ਜਦੋਂ ਸਾਡਾ ਮਿਊਜ਼ੀਅਮ ਤਿਆਰ ਹੋ ਗਿਆ, ਅਸੀਂ ਇੱਕ ਦਿਨ ਸਾਰੀਆਂ ਸੰਗਤਾਂ ਦੇ ਵਿੱਚ ਹੋਕਾ ਦੇ ਕੇ ਜਿੰਨੀਆਂ ਵੀ ਗਦਰੀ ਬਾਬਿਆਂ ਦੀਆਂ ਮਿੰਟ ਬੁੱਕਾਂ ਆ, ਜੋ ਉਹਨਾਂ ਦਾ ਇਤਿਹਾਸ ਆ, ਅਸੀਂ ਸੰਗਤ ਦੇ ਰੂਬਰੂ ਸਾਰਾ ਪੇਸ਼ ਕਰਨਾ ਚਾਹੁੰਦੇ ਹਾਂ ਕਿ ਤਾਂ ਕਿ ਸਾਰੀ ਸੰਗਤ ਉਸ ਚੀਜ਼ ਦੇ ਦਰਸ਼ਨ ਕਰ ਸਕਣ। ਜੋ ਸਾਡੇ ਬਜ਼ੁਰਗ ਆ, ਸਾਡੀਆਂ ਮਾਵਾਂ ਭੈਣਾਂ ਆ, ਜੋ ਕੰਪਿਊਟਰ ਦਾ ਬਾਲਾ ਨਹੀਂ ਜਾਣਦੀ, ਨੌਲੇਜ ਜਿਨ੍ਹਾਂ ਨੂੰ ਬਾਲੀ ਨਹੀਂ ਹੈਗੀ, ਉਹ ਆਪਣੇ ਅੱਖਾਂ ਦੇ ਨਾਲ ਇਸ ਚੀਜ਼ਾਂ ਦੇ ਦਰਸ਼ਨ ਕਰ ਸਕਣ। ਇਸ ਚੀਜ਼ ਨੂੰ ਅਸੀਂ ਸੰਗਤ ਦੇ ਵਿੱਚ ਇਸ ਚੀਜ਼ ਤਰੀਕੇ ਨਾਲ ਲਿਜਾਣਾ ਚਾਹੁੰਦੇ ਹਾਂ ਕਿ ਕੋਈ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੋਵੇ, ਉਹ ਗਦਰੀ ਬਾਬਿਆਂ ਦੇ ਇਤਿਹਾਸ ਨਾਲ ਜੁੜ ਕੇ ਰਵੇ। ਜਿਵੇਂ ਤੁਸੀਂ ਪਹਿਲਾਂ ਦੇਖਿਆ ਵੀ ਪਹਿਲਾਂ ਜਿੰਨਾ ਵੀ ਸਾਡਾ ਹਿੰਦੁਸਤਾਨ ਦਾ ਮੀਡੀਆ ਸੀ, ਉਹਨਾਂ ਨੇ ਗਦਰੀ ਬਾਬਿਆਂ ਨੂੰ ਕਾਮਰੇਡ ਬਣਾਉਣ ਦੇ ਉੱਤੇ ਜ਼ੋਰ ਲਾਇਆ ਹੋਇਆ। ਜੀ ਬਿਲਕੁਲ, ਕਿਉਂ ਇੱਕ ਕਾਮਰੇਡ ਸੋਚ ਰੱਖਦੇ ਸਨ, ਅੱਜ ਵੀ ਰੱਖਦੇ ਹਨ। ਪਰ ਮੈਂ ਕਹਿੰਦਾ ਜਿਹੜਾ ਬੰਦਾ ਇਹ ਗੱਲ ਕਹਿੰਦਾ, ਮੈਨੂੰ ਬੋਲਣ ਦੀ ਲੋੜ ਨਹੀਂ, ਉਹਨਾਂ ਦੇ ਲਿਖੇ ਹੋਏ ਹੱਥ ਲਿਖਤ ਰਿਪੋਰਟਾਂ ਬੋਲਦੀਆਂ। ਲਾਲਾ ਲਾਜਪਤ ਰਾਏ ਦੀ ਵੀ ਉਹਨਾਂ ਦੇ ਹੱਥ ਲਿਖਤ ਇੱਥੇ ਵਿੱਚ ਲਿਖਤ ਹੈਗੀ ਆ, ਜਿਹਦੇ ਵਿੱਚ ਉਹਨਾਂ ਕੋਲ ਸ਼ਿਕਾਇਤ ਆਉਂਦੀ ਆ ਕਿ ਇਹ ਸਰਕਾਰ ਦਾ ਗਵਰਨਮੈਂਟ ਦਾ ਬੰਦਾ ਆ, ਇਹ ਤੁਹਾਡੇ ਕੋਲੋਂ ਪੈਸੇ ਲੈਂਦਾ। ਬਾਬਿਆਂ ਨੇ ਆਪਣੇ ਹੱਥਾਂ ਨਾਲ ਲਿਖਿਆ ਆ ਕਿ ਪੈਸਾ ਸਾਡੇ ਹੱਥਾਂ ਦੀ ਮੈਲ ਆ। ਜਿਵੇਂ ਗੁਰੂ ਸਾਹਿਬ ਨੇ ਸਰਸਾ ਦੇ ਵਿੱਚ ਸਾਰਾ ਖਜ਼ਾਨਾ ਰੋੜ ਦਿੱਤਾ ਸੀ ਨਾ, ਉਹ ਸਿੱਖ ਏਦਾਂ ਹੀ ਗੁਰੂ ਸਾਹਿਬ ਨੂੰ ਪਿਆਰ ਕਰਦੇ ਸੀ ਉਦੋਂ ਦੇ ਸਿੱਖ। ਉਹ ਜਿਹੜੇ ਸਿੱਖ ਸੀ ਨਾ ਗਦਰੀ ਬਾਬੇ, ਮੈਂ ਤਾਂ ਕੁਛ ਵੀ ਨਹੀਂ, ਮੈਂ ਤਾਂ ਉਹਦੇ ਚਰਨਾਂ ਦੀ ਧੂੜ ਵਰਗਾ ਵੀ ਨਹੀਂ, ਪਰ ਉਹ ਏਦਾਂ ਪਿਆਰ ਕਰਦੇ ਸੀ, ਉਹ ਪੈਸਾ ਨਹੀਂ ਸੀ ਦੇਖਦੇ। ਉਹ ਕਹਿੰਦੇ ਸਾਡੇ ਹੱਥਾਂ ਦੀ ਮੈਲ ਆ, ਪਰ ਕੁਛ ਕੰਮ ਆ ਜਿਹੜੇ ਲਾਲੇ ਦੇ ਥਰੂ ਹੀ ਹੋ ਸਕਦੇ ਆ। ਉਹ ਕਹਿੰਦੇ ਅਸੀਂ ਕੰਮ ਕਢਾਉਣਾ ਆਪਣੇ ਪਰਿਵਾਰ ਦਾ। ਗੁਰੂ ਸਾਹਿਬ ਨੇ ਬਾਣੀ 'ਚ ਕਿਹਾ, ਸੁਖੀ ਬਸੇ ਮੋਰੋ ਪਰਿਵਾਰ, ਸੇਵਕ ਸਿੱਖ ਸਭੇ ਕਰਤਾਰ। ਬਿਲਕੁਲ ਹਨਾ, ਜੇ ਅਸੀਂ ਉਸ ਪਰਿਵਾਰ ਦਾ ਹਿੱਸਾ ਬਣ ਕੇ ਚੱਲਾਂਗੇ ਜਿੱਦਾਂ ਇਹ ਬਾਬੇ ਚੱਲਦੇ ਸੀਗੇ, ਸਾਨੂੰ ਸਾਰਿਆਂ ਨੂੰ ਅੱਜ ਲੋੜ ਆ, ਖਾਸ ਕਰ ਜਿੰਨੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਆ, ਉਹਨਾਂ ਨੂੰ ਲੋੜ ਆ ਸਾਰਿਆਂ ਨੂੰ ਗੁਰੂ ਸਾਹਿਬ ਦੇ ਪਰਿਵਾਰ ਦਾ ਹਿੱਸਾ ਬਣਨਾ। ਜਦੋਂ ਅਸੀਂ ਪਰਿਵਾਰ ਦਾ ਹਿੱਸਾ ਬਣਾਂਗੇ ਨਾ, ਸਾਡੇ ਪਰਿਵਾਰ ਦੇ ਵਿੱਚ ਇੱਕ ਜੀਅ ਦੀ ਵੀ ਮੌਤ ਹੋਈ ਹੋਵੇ, ਅਸੀਂ ਕਦੀ ਖੁਸ਼ੀ ਨਹੀਂ ਮਨਾਉਂਦੇ, ਅਸੀਂ ਉਹਨੂੰ ਯਾਦ ਰੱਖਦੇ ਹਾਂ। ਅਸੀਂ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਉਸ ਜੀਅ ਨੂੰ ਚੇਤੇ ਕਰਕੇ ਰੋਂਦੇ ਜਿਹੜਾ ਛੱਡ ਕੇ ਚਲਾ ਗਿਆ। ਸਾਡੇ ਗੁਰੂ ਨੇ ਸਾਰਾ ਪਰਿਵਾਰ ਮਾਰ ਦਿੱਤਾ, ਤੇ ਅੱਜ ਸਾਡੇ ਪੰਥ ਦੀ ਹਾਲਤ ਕੀ ਹੈ? ਅਸੀਂ ਕਿਸੇ ਨੂੰ ਬਲੇਮ ਨਹੀਂ ਦੇਣਾ, ਹਰ ਇੱਕ ਬੰਦੇ ਨੇ ਆਪਣਾ ਆਪ ਸੁਧਾਰਨਾ। ਤੁਸੀਂ ਗਦਰੀ ਬਾਬਿਆਂ ਦੇ ਇਤਿਹਾਸ ਨੂੰ ਪੜ੍ਹ ਲਓ, ਤੁਸੀਂ ਕਰਤਾਰ ਸਿੰਘ ਸਰਾਭੇ ਦੇ ਇਤਿਹਾਸ ਨੂੰ ਪੜ੍ਹ ਲਓ, ਸ਼ਹੀਦ ਭਗਤ ਸਿੰਘ ਦੇ ਇਤਿਹਾਸ ਨੂੰ ਪੜ੍ਹ ਲਓ, ਗੁਰੂ ਸਾਹਿਬ ਦੇ ਇਤਿਹਾਸ ਨੂੰ ਪੜ੍ਹ ਲਓ, ਭਾਈ ਮਨੀ ਸਿੰਘ, ਭਾਈ ਮਤੀ ਦਾਸ, ਭਾਈ ਸਤੀ ਦਾਸ, ਸਾਰਿਆਂ ਨੂੰ ਪੜ੍ਹ ਲਓ। ਸਾਨੂੰ ਇੱਕੋ ਹੀ ਉਪਦੇਸ਼ ਮਿਲਦਾ ਕਿ ਤੁਸੀਂ ਆਪਣਾ ਆਪ ਜੋੜ ਕੇ ਉਸ ਲਾਈਨ ਦੇ ਉੱਤੇ ਆਉਣਾ, ਜਿਵੇਂ ਗਦਰੀ ਬਾਬੇ ਆਏ ਸੀਗੇ। ਅਸੀਂ ਅੱਜ ਸਾਨੂੰ ਲੋੜ ਹੈ ਇਹਨਾਂ ਚੀਜ਼ਾਂ ਦੀ, ਅਸੀਂ ਤਾਂ ਹੀ ਇਸ ਇਤਿਹਾਸ ਨੂੰ ਬਾਰ-ਬਾਰ ਪੜ੍ਹਦੇ ਹਾਂ, ਦੁਨੀਆ ਦੇ ਵਿੱਚ ਰੱਖਦੇ ਹਾਂ, ਆਪਣੀਆਂ ਸੰਗਤਾਂ ਦੇ ਰੂਬਰੂ ਰੱਖਦੇ ਹਾਂ ਕਿ ਜਿਸ ਮੰਤਵ ਲਈ ਇਹ ਗੁਰੂ ਘਰ ਬਣਾਇਆ ਗਿਆ ਸੀ, ਇਹ ਗੁਰੂ ਘਰ ਇਸ ਕਰਕੇ ਨਹੀਂ ਸੀ ਬਣਾਇਆ ਸੀ ਤੁਸੀਂ ਆਓ ਪਾਠ ਪੂਜਾ ਕਰੋ ਤੇ ਅਖੰਡ ਪਾਠ ਰਖਾਓ ਤੇ ਘਰਾਂ ਨੂੰ ਚੱਲ ਜਾਓ। ਨਹੀਂ, ਇਹ ਦੇਸ਼ ਪੰਜਾਬ ਦੀ ਸੋਚ ਬਾਰੇ ਸੀ। ਇਸ ਤਾਂ ਹੀ ਗਦਰੀ ਲਹਿਰ ਚੱਲੀ ਸੀਗੀ ਉਸ ਸਮੇਂ ਦੇ। ਜਿੱਦਾਂ ਭਾਈ ਸਾਹਿਬ ਹੁਣੀ ਵੀ ਗੱਲ ਕੀਤੀ ਕਿ ਅਲੱਗ-ਅਲੱਗ ਧਰਮਾਂ ਦੇ ਲੋਕ, ਪਰ ਉਹ ਬੰਦੇ ਉਹ ਸਨ ਜਿਹਨਾਂ ਨੂੰ ਵਾਕਿਆ ਹੀ ਦੇਸ਼ ਪੰਜਾਬ ਦੇ ਨਾਲ ਅੰਦਰੋਂ ਪਿਆਰ ਸੀ, ਮਿੱਟੀ ਨਾਲ ਪਿਆਰ ਸੀ, ਤੇ ਉਹਨਾਂ ਨੂੰ ਪਤਾ ਸੀ ਇਸ ਮਿੱਟੀ ਵਿੱਚ ਫਸਲ ਉਦੋਂ ਹੀ ਉੱਗਣੀ ਆ ਜਦੋਂ ਅਸੀਂ ਆਪਣਾ ਖੂਨ ਡੋਲਾਂਗੇ। ਬਹੁਤ ਵਧੀਆ ਤੁਸੀਂ ਐਕਸਪਲੇਨ ਕੀਤਾ ਜੀ। ਸੋ ਮੈਨੂੰ ਨਹੀਂ ਲੱਗਦਾ ਵੀ ਕੋਈ ਭੁਲੇਖਾ ਕਿਸੇ ਕਿਸਮ ਦਾ ਰਹਿਣਾ ਚਾਹੀਦਾ ਇਹਨਾਂ ਸਾਰੀਆਂ ਗੱਲਾਂ 'ਚ।
ਅਸੀਂ ਇੱਕ ਗੱਲ ਕਰਕੇ ਉਹਨੂੰ ਹੌਲੀ ਹੌਲੀ ਜਿਹੜੇ ਦੇ ਪਰਦੇ ਉਧਾੜਨ ਦੀ ਕੋਸ਼ਿਸ਼ 'ਚ ਹਾਂ। ਤੇ ਸਾਰਾ ਚੀਜ਼ਾਂ ਦਾ ਜਿਵੇਂ ਮੈਂ ਬਾਰ-ਬਾਰ ਕਹਿਣਾ ਵੀ ਇਹ ਗੱਲ ਤੁੱਤ ਦੀਆਂ ਗੱਲਾਂ ਨਹੀਂ, ਇਹ ਰਿਕਾਰਡਡ ਆ ਸਾਰਾ ਕੁਝ। ਆਪਣੇ ਨਾਲ ਬਾਈ ਜੀ ਨੇ ਵੀ ਜੁਆਇਨ ਕੀਤਾ ਹੁਣੇ, ਤੇ ਆਪਾਂ ਇਹਨਾਂ ਤੋਂ ਵੀ ਥੋੜ੍ਹਾ ਬਹੁਤ ਜਾਣਨਾ ਚਾਹਾਂਗੇ। ਸਾਡੇ ਨਾਲ ਬਾਈ ਕੁਲਜੀਤ ਸਿੰਘ ਨਿੱਜਰ ਜੀ ਹੋਰਾਂ ਨੇ ਵੀ ਜੁਆਇਨ ਕੀਤਾ। ਤੜਕੇ ਦੇ ਕਾਫੀ ਉਹ ਜਦੋਜਹਿਦ ਕਰ ਰਹੇ ਆ, ਕਿਉਂਕਿ ਜਿਗਿਆਸੂ ਲੋਕ ਹੋਰ ਵੀ ਬਹੁਤ ਆਉਂਦੇ ਆ, ਤੇ ਦੱਸਣਾ ਵੀ ਜ਼ਰੂਰੀ ਹੋ ਜਾਂਦਾ। ਜੇ ਮੰਨ ਲਈਏ ਅਸੀਂ ਆਏ ਹਾਂ ਅੱਜ, ਤੇ ਇਹਨਾਂ ਦੇ ਇੰਨੇ ਰੁਝੇਵਿਆਂ ਤੋਂ ਜੇ ਅਸੀਂ ਰੁਝੇਵੇਂ ਛੱਡ ਗਏ ਤੇ ਇਹਨਾਂ ਦੇ ਵੀ ਉਦੋਂ ਵੱਧ ਰੁਝੇਵੇਂ ਸੀ, ਤੇ ਸਾਡੇ ਨਾਲ ਇੰਨੇ ਜਾਣੇ ਜੁੜੇ ਹੋਏ ਆ, ਇਹਨਾਂ ਦੇ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ। ਪਹਿਲਾਂ ਤਾਂ ਸਾਡੇ ਨਾਲ ਕੁਲਜੀਤ ਸਿੰਘ ਜੀ ਜੁੜ ਚੁੱਕੇ ਆ। ਕੁਲਜੀਤ ਸਿੰਘ ਬਾਈ ਜੀ, ਜਿਹੜੀ ਗੱਲ ਆਪਾਂ ਚੱਲ ਰਹੀ ਸੀ ਪਹਿਲਾਂ ਤਾਂ ਇਹ ਵੀ ਇੱਥੇ ਕੀ ਮਾਹੌਲ ਸੀ, ਹੁਣ ਅਗਲਾ ਸਵਾਲ ਇਹ ਪੈਦਾ ਹੋ ਜਾਂਦਾ ਵੀ ਜਦੋਂ ਗਦਰੀ ਬਾਬਿਆਂ ਨੇ ਜਿਹੜੀ ਸ਼ੁਰੂਆਤ ਹੁੰਦੀ ਹੈ ਇੱਥੇ ਇੱਕ ਚਿੰਨ੍ਹ ਲੱਗਦੀ ਹੈ ਕਿਸੇ ਵੀ ਕਿਸਮ ਦੀ, ਵੀ ਜਿਹੜੀ ਆਜ਼ਾਦੀ ਦੀ ਆਉਂਦੀ ਆ, ਉਹ ਕਿਵੇਂ ਕਿੱਥੋਂ ਤੇ ਫਿਰ ਕਿੱਥੋਂ ਸ਼ੁਰੂ ਹੁੰਦੀ ਆ, ਕਿਹੜੇ ਢੰਗ ਨਾਲ ਸ਼ੁਰੂ ਹੁੰਦੀ ਹੈ, ਤੇ ਉਸ ਤੋਂ ਬਾਅਦ ਜਿਹੜੇ ਸ਼ੁਰੂਆਤੀ ਦੌਰ ਵਾਲੇ ਮੇਨ ਕੁਝ ਮੈਂਬਰਾਂ ਦੇ ਨਾਂ ਲੈਣ ਤੋਂ ਬਾਅਦ ਫਿਰ ਆਪਾਂ ਕਿਵੇਂ ਕਰਤਾਰ ਸਿੰਘ ਸਰਾਭਾ ਹੋਰਾਂ ਦਾ ਰੋਲ ਸ਼ੁਰੂ ਹੁੰਦਾ, ਉਹ ਪਲੀਜ਼ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰਿਓ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਆਪ ਜੀ ਨੂੰ ਇੱਥੇ ਆਉਣ ਤੇ ਜੀ ਆਖਦੇ ਹਾਂ। ਜਦੋਂ ਸਿੱਖ ਇੱਥੇ ਇਮੀਗ੍ਰੇਟ ਹੁੰਦੇ ਨੇ, ਉੱਥੋਂ ਆਉਂਦੇ ਨੇ, ਸਿੱਖ ਕਿਤੇ ਵੀ ਦੁਨੀਆ ਚੱਲ ਜਾਵੇ ਆਪਣੇ ਗੁਰੂ ਨੂੰ ਨਾਲ ਲੈ ਕੇ ਚੱਲਦਾ ਹੈ, ਬਿਲਕੁਲ, ਚਾਹੇ ਉਹ ਪੋਥੀਆਂ ਦੇ ਰੂਪ 'ਚ ਹੋਵੇ, ਚਾਹੇ ਗੁਰੂ ਗ੍ਰੰਥ ਸਾਹਿਬ ਦੇ ਹੋਵੇ, ਕਿਉਂਕਿ ਜਿਹੜੇ ਸਾਡੇ ਰਿਲੀਜੀਅਸ ਇੰਸਟੀਚਿਊਟ ਨੇ, ਇਹ ਸਾਡਾ ਇੱਕ ਧਾਰਮਿਕ ਹੋਣ ਦੇ ਨਾਲ ਨਾਲ ਸਾਡਾ ਰਾਜਨੀਤਿਕ ਤੇ ਸਾਡਾ ਸੋਸ਼ਲ ਕਲਚਰਲ ਸਾਡੇ ਐਕਟੀਵਿਟੀ ਸੈਂਟਰ ਨੇ ਜਿਹੜੇ। ਸੋ ਸਾਨੂੰ ਛੇਵੇਂ ਪਾਤਸ਼ਾਹ ਨੇ ਮੇਰੀ ਪੀਰੀ ਦਾ ਸੰਕਲਪ ਦਿੱਤਾ, ਉਹ ਸਿੱਖ ਮੇਰਾ ਹਮੇਸ਼ਾ ਹੀ ਨਾਲ ਲੈ ਕੇ ਚੱਲਦੇ ਨੇ। ਗਦਰੀ ਬਾਬਿਆਂ ਦਾ ਇੱਥੇ ਆਉਣਾ ਤੇ ਉਸ ਸਮੇਂ ਜੋ ਪੰਜਾਬ ਦੇ ਹਾਲਾਤ ਸਨ, ਉਹ ਪੰਜਾਬ ਸਾਰਾ ਆਜ਼ਾਦੀ ਦੇ ਲਈ ਕੁੱਦਿਆ ਸੀ ਜੀ, ਬਿਲਕੁਲ, ਵੀ ਜਦੋਂ ਅੰਗਰੇਜ਼ ਜਾਂਦੇ ਨੇ ਹਿੰਦੁਸਤਾਨ ਦੇ ਵਿੱਚ ਤੇ ਪੰਜਾਬ ਨੂੰ ਸਭ ਤੋਂ ਬਾਅਦ ਚ ਕੈਪਚਰ ਕਰਦੇ ਨੇ, ਬਿਲਕੁਲ 1859 ਤੋਂ ਬਾਅਦ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ, ਜਿਹੜਾ ਉਹ ਉਦੋਂ ਵੀ 10-12 ਸਾਲ ਬਾਅਦ ਜਿਹੜਾ ਉਹ ਕਬਜ਼ਾ ਹੁੰਦਾ ਹੈ ਜੀ ਜੀ। ਸੋ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਉਮਰ 17 ਸਾਲ ਦੀ ਸੀ ਤੇ ਲਾਹੌਰ ਦੇ ਹਿੰਦੂ ਤੇ ਮੁਸਲਮਾਨਾਂ ਨੇ ਉਹਨਾਂ ਨੂੰ ਇਨਵੀਟੇਸ਼ਨ ਕੀਤਾ ਸੀ ਵੀ ਤੁਸੀਂ ਆ ਕੇ ਰੂਲ ਕਰੋ ਸਾਡੇ, ਵੀ ਸਾਡੇ ਵਾਸਤੇ ਦਾ ਰੋਕ ਨਹੀਂ। ਸੋ ਉੱਥੋਂ ਜਦੋਂ ਇਹ ਗੱਲ ਸ਼ੁਰੂ ਹੁੰਦੀ ਹੈ ਤੇ ਡੇ 1 ਤੋਂ ਹੀ ਚਰਚਲ ਵਰਗੇ ਇਹ ਕੋਟ ਕਰਦੇ ਨੇ ਕਿ ਸਿੱਖਾਂ ਨੂੰ ਖਤਮ ਕਰਨਾ ਤੇ ਇਹਨਾਂ ਦਾ ਕਲਚਰ ਜਿਹੜਾ ਉਹਨੂੰ ਡਿਸਟਰੋਏ ਕਰੋ, ਉਹ 'ਚ ਡਿਲਿਊਟ ਕਰੋ ਤੁਸੀਂ ਇਹਨੂੰ ਕਿਸੇ ਤਰ੍ਹਾਂ। ਤੇ ਕੁਛ ਹੱਦ ਤੱਕ ਉਹ ਕਾਮਯਾਬ ਵੀ ਹੋਏ, ਪਰ ਗੁਰੂ ਦੀ ਮਿਹਰ ਦੇ ਨਾਲ ਉਹ ਸਹੀ ਰਿਹਾ। ਗਦਰੀ ਬਾਬੇ ਇੱਥੇ ਆਉਂਦੇ ਨੇ, ਉਹਨਾਂ ਨੇ ਜਦੋਂ ਗਦਰ ਪਾਰਟੀ ਦੀ ਸਟੈਬਲਿਸ਼ ਹੁੰਦੀ ਹੈ, ਅਨਾਉਂਸਮੈਂਟ December 31, 1913 ਦੇ ਵਿੱਚ, ਇਹਨਾਂ ਦੀ ਮੀਟਿੰਗ ਸਟੋਰੀਆ ਓਰੇਗਨ ਦੇ ਵਿੱਚ ਹੁੰਦੀ ਹੈ, ਕਿਉਂਕਿ ਮੋਸਟ ਆਫ ਦਾ ਟਾਈਮ ਜਿਹੜੇ ਉਦੋਂ ਸੀਗੇ, ਉਦੋਂ ਲੋਕ ਜਿਹੜੇ ਉੱਥੋਂ ਕੈਨੇਡਾ ਤੋਂ ਨੇੜੇ ਪੈਂਦਾ ਸੀ ਓਰੇਗਨ, ਤੇ ਇਹ ਲੋਕ ਜਿੰਨੇ ਉਦੋਂ ਆਏ ਸਨ, ਇਹ ਉਦੋਂ ਜਿਹੜੀਆਂ ਰੇਲਵੇ ਲਾਈਨਾਂ ਤੇ ਕੰਮ ਕਰਦੇ ਸਨ ਜਾਂ ਲੱਕੜ ਦੀਆਂ ਮਿੱਲਾਂ ਵਿੱਚ ਕੰਮ ਕਰਦੇ ਸੀ, ਤੇ ਉਹ ਜਿਹੜਾ ਆ ਰੁਜ਼ਗਾਰ ਦਾ ਉਹ ਸੈਂਟਰ ਵਧੀਆ ਸੀਗਾ ਉਹਨਾਂ ਦਾ। ਫਿਰ ਇੱਥੇ ਆ ਕੇ ਇਹਨਾਂ ਨੇ ਖੇਤੀ ਸ਼ੁਰੂ ਕੀਤੀ। ਬਾਬਾ ਜਵਾਲਾ ਸਿੰਘ, ਬਾਬਾ ਵਿਸਾਖਾ ਸਿੰਘ ਦਦਹਰ ਤੇ ਭਾਈ ਸੰਤੋਖ ਸਿੰਘ ਤੇ ਹੋਰ ਉਹਨਾਂ ਦੇ ਸਾਥੀ ਜਿਹੜੇ ਸੀਗੇ, ਉਹਨਾਂ ਨੇ ਫਿਰ ਲੋੜ ਮਹਿਸੂਸ ਕੀਤੀ ਵੀ ਸਾਨੂੰ ਗੁਰਦੁਆਰਾ ਸਾਹਿਬ ਜਿਹੜਾ ਸਟੈਬਲਿਸ਼ ਕਰਨਾ ਚਾਹੀਦਾ। ਇਹ ਰਿਲੀਜੀਅਸ, ਪੋਲੀਟੀਕਲ, ਕਲਚਰ ਸਾਰਾ ਕੁਝ ਸੈਂਟਰ ਗੁਰਦੁਆਰਾ ਸਾਹਿਬ ਸਟਾਕਟਨ ਸੀ। 1912 ਤੋਂ ਲੈ ਕੇ 55 ਸਾਲਾਂ ਤੱਕ ਦਾ ਸਮਾਂ ਜਿਹੜਾ ਆ, ਉਹ ਇਹ ਸਟਾਕਟਨ ਗੁਰੂ ਘਰ ਤੱਕ ਕੋਈ ਵੀ ਜਿੰਨੇ ਬੰਦੇ ਉੱਥੋਂ ਆਏ ਨੇ, ਉਹ ਸਾਰੇ ਕਿਸੇ ਨਾ ਕਿਸੇ ਤਰ੍ਹਾਂ ਰਿਲੇਟਡ ਆਏ ਨੇ। 1912 ਵਿੱਚ ਕਰਤਾਰ ਸਿੰਘ ਸਰਾਭਾ ਇੱਥੇ ਆਉਂਦੇ ਨੇ ਬਰਕਲੇ ਯੂਨੀਵਰਸਿਟੀ 'ਚ, ਤੇ 1914 ਵਿੱਚ ਉਹ ਵਾਪਸ ਚਲ ਜਾਂਦੇ ਨੇ। ਫਿਰ ਉਹਨਾਂ ਨੂੰ ਗਦਰੀ ਬਾਬਿਆਂ ਨੇ ਹੀ ਪਾਇਲਟ ਦੀ ਟ੍ਰੇਨਿੰਗ ਦਵਾਈ ਨਿਊਯਾਰਕ ਐਵੀਏਸ਼ਨ ਸਕੂਲ ਤੋਂ। ਉਹਨਾਂ ਦਾ ਖਰਚਾ ਗਦਰੀ ਬਾਬੇ ਪੇ ਕਰਦੇ ਸਨ। ਉਹਨਾਂ ਦੀ ਜਿਹੜੀ ਦੂਰ ਦ੍ਰਿਸ਼ਟੀ ਸੀਗੀ, ਉਹ ਸਾਡੇ ਵਰਗੇ ਅੱਜ ਵਰਗੇ ਸਿੱਖਾਂ ਵਰਗੇ ਨਹੀਂ ਸੀ। ਉਹਨਾਂ ਦਾ ਜਿਹੜਾ ਸੰਕਲਪ ਸੀ, ਗੁਰੂ ਨਾਨਕ ਸਾਹਿਬ ਦੀ ਸੋਚ ਤੇ ਪਹਿਰਾ ਦੇਣ ਵਾਲੇ ਲੋਕ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਸ਼ੁਰੂ ਕੀਤੀ ਉਸ ਟਾਈਮ ਜੋ ਸੀ ਬਰਕਲੇ 'ਚ, ਜਿਨ੍ਹਾਂ ਦੇ ਉਹਨਾਂ ਦਾ ਇਹ ਟੀਚਾ ਸੀ ਵੀ 3 ਤੋਂ 5 ਜਿਹੜੇ ਸਟੂਡੈਂਟ ਉੱਥੋਂ ਹਰ ਸਾਲ ਜਿਹੜੇ ਉਹ ਸੱਦੇ ਜਾਣ, ਜਿਹਦੇ ਵਿੱਚ ਲਾਲਾ ਹਰਦਿਆਲ ਦਾ ਜਿਹੜਾ ਸਾਲਾ ਸੀ ਸਤਿਆਜੀਤ ਸਨਿਆਲ, ਉਹ ਵੀ ਆਇਆ, ਤੇ 2 ਸਟੂਡੈਂਟ ਹੋਰ ਜਿਹੜੇ ਉਹ ਵੀ ਸਾਊਥ ਦੇ ਸੀ, ਕੋਈ ਪੰਜਾਬ ਦਾ ਨਹੀਂ ਸੀ, ਉਹ ਇੱਥੇ ਆਏ, ਜਿਸ 'ਚ ਏ ਜੀ ਪਿੰਗਲਾ ਵੀ ਸ਼ਾਇਦ ਨਾਲ ਸੀ ਉਹਨਾਂ ਦੇ। ਸੋ ਇਹਨਾਂ ਨੇ ਉਹ ਐਜੂਕੇਸ਼ਨ ਟਰਸਟ ਸ਼ੁਰੂ ਕੀਤਾ
ਅੱਜ ਤੋਂ 110-15 ਸਾਲ ਪਹਿਲਾਂ ਦੀ ਆਪਾਂ ਗੱਲ ਕਰਦੇ ਹਾਂ। ਇਹ ਸੀ ਵਿਜ਼ਨ ਉਹ ਬਜ਼ੁਰਗਾਂ ਦੀ ਉਸ ਟਾਈਮ ਉਸ ਟਾਈਮ। ਖੁਦ ਅਨਪੜ੍ਹ ਸੀ। ਨਹੀਂ, ਇਹ ਵੀ ਨਹੀਂ ਆਪਾਂ ਕਹਿ ਸਕਦੇ ਕਿ ਅਨਪੜ੍ਹ ਸਨ, ਪਰ ਜਿੱਥੋਂ ਤੱਕ ਬਾਬਾ ਸੋਹਣ ਸਿੰਘ ਭਕਨਾ ਇਹ ਸਾਰੇ ਪੜ੍ਹੇ ਸਨ ਜੀ। ਯੂਨੀਵਰਸਿਟੀ ਆਗਰਾ ਦੇ ਵਿੱਚ ਇਹ ਬਾਬਾ ਸੋਹਣ ਸਿੰਘ ਉੱਥੋਂ ਗ੍ਰੈਜੂਏਸ਼ਨ ਕਰਦੇ ਸੀ ਉਦੋਂ, ਜਦੋਂ ਇਹ ਇੱਧਰ ਇਹਨਾਂ ਦਾ ਮੇਲ ਹੋਇਆ ਜੀ। ਪਰ ਗੱਲ ਇੱਥੇ ਪੜ੍ਹੇ ਤੇ ਅਨਪੜ੍ਹ ਦੀ ਨਹੀਂ, ਪਰ ਉਹਨਾਂ ਦੀ ਵਿਜ਼ਨ ਸੀ ਕਿ ਸਾਡੀ ਤਰੱਕੀ ਜਿਹੜੀ ਆ ਉਹ ਐਜੂਕੇਸ਼ਨ ਤੋਂ ਬਿਨਾਂ ਸਾਡੇ ਲਈ ਕੋਈ ਰਾਹ ਨਹੀਂ। ਤੇ ਉਸ ਸਮੇਂ ਦੇ ਫਿਰ ਸਾਧਨ ਜਿਹੜੇ ਉਹਨਾਂ ਗੌਰਮੈਂਟਾਂ ਕੋਲ ਸਨ ਵੀ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਹੋਵੇ, ਟ੍ਰੇਨਿੰਗ ਹੋਵੇ। ਜੇ 1913 ਦੇ ਵਿੱਚ ਗਦਰ ਮੂਵਮੈਂਟ ਖੜੀ ਹੁੰਦੀ ਆ ਤੇ ਉਹਦੇ 25 ਤੋਂ ਵੱਧ ਮੁਲਕਾਂ ਦੇ ਵਿੱਚ ਉਹਨਾਂ ਦੇ ਆਫਿਸ ਖੋਲ੍ਹੇਗਾ। ਲਾਲਾ ਹਰਦਿਆਲ ਜਿਹੜਾ ਡਬਲ ਏਜੰਟ ਪਲੇ ਕਰ ਰਿਹਾ ਸੀ, ਪਤਾ ਹੋਣ ਦੇ ਬਾਵਜੂਦ, ਜਦੋਂ ਭਾਈ ਸਾਹਿਬ ਨੇ ਕਿਹਾ ਉਹਨਾਂ ਨੂੰ, ਫਿਰ ਵੀ ਜੋ ਇੱਥੇ ਜਾਂਦਾ ਉਹਦੀ ਟਿਕਟ ਵੀ ਇਹ ਲਾ ਕੇ ਭੇਜਦੇ ਨੇ ਜਰਮਨੀ ਤੱਕ ਦੀ। ਤੇ ਇਹ ਕਿ ਜਦੋਂ ਤੁਸੀਂ ਸੱਚ ਦੇ ਮਾਰਗ ਤੇ ਚੱਲਦੇ ਹੋ ਤੇ ਉਹ ਤੁਹਾਨੂੰ ਜਿਹੜਾ ਰਸਤਾ ਆਪਣੇ ਆਪ ਬਣਦਾ ਜਾਂਦਾ ਹੈ। ਫਿਰ ਇੱਥੇ ਜਦੋਂ ਗਦਰੀ ਬਾਬੇ ਇੱਥੋਂ ਚਲੇ ਜਾਂਦੇ ਨੇ, ਉੱਥੇ ਜਾ ਕੇ ਜਿੰਨੀਆਂ ਮੂਵਮੈਂਟਾਂ ਹੋਈਆਂ ਨਿਕਲਦੀਆਂ ਨੇ, ਉਹ 'ਚ ਜਿਵੇਂ ਆਪਾਂ ਸਿੰਘ ਸਭਾ ਲਹਿਰ ਕਹਿ ਲਓ, ਬੱਬਰ ਕਾਲੀ ਲਹਿਰ ਕਹਿ ਲਓ, ਗੁਰਦੁਆਰਾ ਸੁਧਾਰ ਲਹਿਰ, ਜੈਤੋਂ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਵੱਡੇ ਘੱਲੂਘਰ, ਛੋਟੇ ਘੱਲੂਘਰ, ਜਿੰਨੇ ਹੋਏ ਨੇ, ਜਦੋਂ ਵੀ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਸਿੱਖਾਂ 'ਚ ਇਹ ਇੰਨੀ ਕੁ ਮੁੜ ਕੇ ਸਮਰੱਥਾ ਸੀ ਵੀ ਉਹ ਵੱਡਾ ਘੱਲੂਘਰ ਆ ਛੋਟਾ ਘੱਲੂਘਰ ਨੂੰ ਯਾਦ ਕਰਦਿਆਂ, ਮੁੱਖ ਰੱਖਦਿਆਂ ਹੋਇਆ ਉਹਨਾਂ ਨੇ ਉਹ ਮੂਵਮੈਂਟਾਂ 'ਚ ਉੱਥੋਂ ਉਹ ਹਿੱਸਾ ਲਿਆ। ਤੇ 1965 ਤੱਕ ਵਾਰਡ ਦੀ ਲੜਾਈ ਤੱਕ ਦੇ ਭਾਈ ਸਾਹਿਬ ਨੇ ਤੁਹਾਨੂੰ ਦਸਤਾਵੇਜ਼ ਦਿਖਾਏ ਆ ਕਿ ਜਿਹੜਾ ਵੀ ਬੰਦਾ ਉੱਥੇ ਪੰਜਾਬ ਦੀ ਆਜ਼ਾਦੀ ਲਈ ਮਰ ਰਿਹਾ ਸੀ, ਸ਼ਹੀਦ ਹੋ ਰਿਹਾ ਸੀ, ਉਹਦੇ ਪਰਿਵਾਰ ਨੂੰ ਸਨਮਾਨ ਪੱਤਰ ਤੇ ਉਹਦੇ ਪਰਿਵਾਰ ਨੂੰ ਫਾਈਨੈਂਸ਼ੀਅਲ ਹੈਲਪ ਜਿਹੜੀ ਆ ਇਸ ਸਟਾਕਟਨ ਗੁਰੂ ਘਰ ਤੋਂ ਜਾਂਦੀ ਰਹੀ ਆ। ਸੋ ਇਹ ਸੀਗਾ ਉਹ ਸਾਡੇ ਬਜ਼ੁਰਗਾਂ ਦਾ ਵਿਜ਼ਨ। ਫਿਰ ਜਿਹੜੇ ਇੱਥੇ ਬਾਕੀ ਰਹਿ ਗਏ ਉਹਨਾਂ ਨੇ ਸਟਰਗਲ ਘੱਟ ਨਹੀਂ ਕੀਤੀ। ਦੇ ਲਾਇਬ੍ਰੇਰੀਜ਼ 'ਚ ਸ਼ਾਇਦ ਸ਼ੂਟ ਕੀਤਾ ਹੋਵੇ, ਉਹਦੇ ਵਿੱਚ ਬੀਬੀ ਕਰਤਾਰ ਕੌਰ ਢਿੱਲੋਂ, ਉਸ ਦਾ ਫਾਦਰ ਜਿਹੜਾ ਆ ਬਖਸ਼ੀਸ਼ ਸਿੰਘ, ਉਹਨਾਂ ਨੇ 1920-22 ਦੇ ਵਿੱਚ ਇੱਕੋ ਪਰਿਵਾਰ ਜਿਹੜਾ ਆ ਸਟਰੀਆ ਦੇ ਵਿੱਚ ਉੱਥੇ ਓਰੇਗਨ ਇੱਕੋ ਪਰਿਵਾਰ ਰਹਿੰਦਾ ਸੀ। ਉਹ ਬੱਚੀ ਨੇ ਅੱਜ ਥੋੜੇ ਸਾਲ ਹੀ ਉਹਨਾਂ ਨੂੰ ਮਰਿਆ ਨੂੰ, ਸਾਡੇ ਇੱਥੇ ਸਰਦਾਰ ਡਾਕਟਰ ਜਸਵੀਰ ਸਿੰਘ ਕੰਗ ਨੇ ਜੁਬਾ ਸਿਟੀ ਤੋਂ, ਉਹਨਾਂ ਨੇ ਉਹਨੂੰ ਡਾਕੂਮੈਂਟ ਕੀਤਾ ਆ। ਉਹਨਾਂ ਦੀ ਜਿਹੜੀ ਜਿੰਨੀ ਲਾਈਫ ਹਿਸਟਰੀ ਉਹਨਾਂ ਨੇ ਲਾਈਵ ਟੈਲੀਕਾਸਟ ਜਿਹੜੀ ਉਹਨਾਂ ਡਾਕੂਮੈਂਟਡ ਉਹਨਾਂ ਕੋਲ ਹੈ। ਸੋ ਉਹਨਾਂ ਨੇ ਖੇਤਾਂ ਵਿੱਚ ਕੰਮ ਕੀਤਾ, ਉਹਨਾਂ ਨੇ ਸੜਕਾਂ ਤੇ ਵੀ ਕੰਮ ਕੀਤਾ, ਉਹਨਾਂ ਨੇ ਰੈਸਟੋਰੈਂਟ ਵੀ ਕੰਮ ਕੀਤਾ। ਉਹ ਅਰਲੀ ਸਟਰਗਲ ਜਿਹੜੀ ਸਿੱਖ ਆਏ ਸਨ। ਫਿਰ ਇਸੇ ਪਾਰਟ ਦੇ ਵਿੱਚ ਸਾਡੇ ਕੋਲ ਸਰਦਾਰ ਥਿੰਦ ਜੋ ਇੱਥੇ ਅਮਰੀਕਨ ਆਰਮੀ ਵਿੱਚੋਂ ਭਰਤੀ ਹੋਏ, ਉਹ ਇੰਡੀਆ ਤੋਂ ਆਏ ਸਨ ਇੱਥੇ। ਉਹਨਾਂ ਨੇ ਬਰਕਲੇ ਯੂਨੀਵਰਸਿਟੀ ਤੋਂ ਜਿਹੜੀ ਆ ਲੈਂਗੁਏਜ ਤੇ ਰਿਲੀਜੀਅਸ ਦੀ PhD ਕੀਤੀ ਹੈ। ਉਹ ਅਮਰੀਕਨ ਆਰਮੀ 'ਚ ਭਰਤੀ ਹੁੰਦੇ ਨੇ ਤੇ ਇਹ ਲਾ ਉਦੋਂ ਦਾ ਸੀਗਾ ਕਿ ਜਿਹੜਾ ਬੰਦਾ ਅਮਰੀਕਨ ਆਰਮੀ ਸਰਵ ਕਰੂਗਾ ਉਹਨੂੰ ਆਟੋਮੈਟਿਕਲੀ ਜਿਹੜੀ ਉਹਨੂੰ ਸਿਟੀਜ਼ਨਸ਼ਿਪ ਦਿੱਤੀ ਜਾਊ। ਉਸ ਦੀ ਸਿਟੀਜ਼ਨਸ਼ਿਪ 3 ਵਾਰ ਖਾਰਜ ਕੀਤੀ ਗਈ। 3 ਵਾਰ ਦੇ ਕੇ ਉਹਨੂੰ ਡਿਨਾਈਡ ਕੀਤਾ ਗਿਆ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ। ਫਿਰ ਜਾ ਕੇ ਫੈਸਲਾ ਹੁੰਦਾ ਜਾ ਕੇ ਉਹਦਾ ਸੁਪਰੀਮ ਕੋਰਟ ਦੇ ਵਿੱਚ। ਤੁਸੀਂ ਅੱਜ ਵੀ ਭਗਤ ਸਿੰਘ ਥਿੰਦ ਵਰਸਸ ਸੁਪਰੀਮ ਕੋਰਟ ਪਾ ਕੇ ਤੁਸੀਂ ਗੂਗਲ ਕਰ ਸਕਦੇ ਹੋ, ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਸਟਰਗਲ ਜਿਹੜੀ ਸਾਡੇ ਅਰਲੀਅਰ ਜਿਹੜੇ ਸਿੱਖ ਆਏ ਨੇ ਉਹਨਾਂ ਨੇ ਕੀਤੀ ਹੈ। ਸੋ ਡਾਇਸਪੋਰਾ ਸਿੱਖ ਕਿਤੇ ਵੀ ਬੈਠਾ ਹੋਵੇ, ਉਹ ਪੰਜਾਬ ਦੀ ਧਰਤੀ ਨਾਲ, ਉਹ ਗੁਰੂਆਂ ਪੀਰਾਂ ਦੀ ਧਰਤੀ ਨਾਲ ਉਹ ਅੱਜ ਵੀ ਜੁੜਿਆ ਹੈ ਤੇ ਉਦੋਂ ਵੀ ਜੁੜਿਆ ਹੈ। ਜੇ ਅੱਜ ਪੰਜਾਬ ਦੇ ਵਿੱਚ ਕੋਈ ਮਾੜੀ ਮੋਟੀ ਹਿਲਜੁਲ ਹੁੰਦੀ ਹੈ ਤੇ ਇੱਥੇ ਵਾਲੇ ਸਿੱਖ ਜਿਹੜੇ ਆ ਉਹ ਉਸ ਨੂੰ ਬੜੇ ਹੀ ਸੰਜੀਦਗੀ ਦੇ ਨਾਲ ਲੈਂਦੇ ਨੇ। ਜੇ 84 ਦਾ ਜੋ ਅਟੈਕ ਹੋਇਆ, ਜੋ ਕਿ ਇਤਿਹਾਸ ਦੇ ਵਿੱਚ 1947 ਦੀ ਜਿਹੜੀ ਪਾਰਟੀਸ਼ਨ ਘਟਨਾ ਹੈ, ਉਹ ਸਭ ਤੋਂ ਮੰਦਭਾਗੀ ਘਟਨਾ ਇਤਿਹਾਸ ਦੇ ਵਿੱਚ ਲਿਖੀ ਜਾਂਦੀ ਹੈ। ਪਰ ਫਿਰ ਵੀ 1984 ਜਿਹੜਾ ਹੋਇਆ ਉਹ ਕਹਿਰ ਇੱਕ ਫਿਰਕੇ ਤੇ ਹੋਇਆ। ਉਸ ਦਾ ਜਿਹੜਾ ਜਦੋਂ ਇੱਥੇ ਪਤਾ ਲੱਗਦਾ ਹੈ, ਇਹ
ਸਰਦਾਰ ਅਮਰਜੀਤ ਸਿੰਘ ਹੋਣੀ, ਮਨਜੀਤ ਸਿੰਘ ਉੱਪਲ, ਇਹ ਸਾਰੇ ਉਸ ਸਮੇਂ ਇੱਥੇ ਮੌਜੂਦ ਸਨ ਤੇ ਜੰਗ ਸਨ। ਵੀ ਅੱਜ ਤੋਂ 35 ਸਾਲ ਪਹਿਲਾਂ ਦੀ ਗੱਲ ਕਰਦੇ। ਇੱਥੇ ਅਮਰੀਕਾ ਦਾ ਸਭ ਤੋਂ ਵੱਡਾ ਜਿਹੜਾ ਇਕੱਠ ਇਸ ਗੁਰੂ ਘਰ ਵਿੱਚ ਹੁੰਦਾ ਹੈ। ਵਿਚਾਰਾਂ ਹੁੰਦੀਆਂ ਨੇ ਵੀ ਸਾਡਾ ਰੋਲ ਕੀ ਆ ਉਸ ਜੋ ਉੱਥੇ ਹੋਇਆ ਹੈ, ਸਾਡੀ ਹਿੰਦੁਸਤਾਨ ਦੀ ਸਰਕਾਰ ਨੇ ਸਿੱਖਾਂ ਦੇ ਨਾਲ ਜਿਹੜਾ ਬਿਹੇਵ ਕੀਤਾ ਉਹਦੇ ਬਾਰੇ। ਸੋ ਇਹ ਗੁਰਦੁਆਰਾ ਸਾਹਿਬ ਜਿਹੜਾ ਹੈ ਇਹ ਆਲਵੇਜ਼ ਪੋਲੀਟੀਕਲ ਐਂਗਲ ਤੋਂ ਤੇ ਪੰਜਾਬ ਦੇ ਜਿਹੜੇ ਮਸਲੇ ਨੇ ਉਹਨਾਂ ਵਿੱਚ ਹਰੇਕ ਟਾਈਮ ਇਹਨਾਂ ਦੀ ਇਨਵੋਲਵਮੈਂਟ ਰਹੀ ਹੈ। ਜੋ ਰਹਿਤ ਮਰਜ਼ਾਦਾ ਬਣਦੀ ਹੈ ਉਦੋਂ 2 ਰਿਪਰੈਜ਼ੈਂਟ ਇੱਥੋਂ ਜਿਹੜੇ ਕੰਟੀਨਿਊਸ ਉਹਦੇ ਨਾਲ ਰਹੇ ਨੇ, ਹਿੱਸਾ ਪਾਉਂਦੇ ਰਹੇ ਨੇ। 89 ਦਾ ਸਰਬੱਤ ਖਾਲਸਾ ਹੋਇਆ, ਇੱਥੋਂ ਸਿੱਖਾਂ ਦੀ ਇਨਵੋਲਵਮੈਂਟ ਉਹਨਾਂ ਦੇ ਨਾਲ ਰਹੀ ਹੈ। ਹੁਣ ਸਰਬੱਤ ਖਾਲਸਾ ਹੋਇਆ, ਸਾਡੇ ਇੱਥੋਂ ਅਮਰੀਕਾ ਦੇ ਗੁਰਦੁਆਰਿਆਂ ਨੇ ਸਾਨੂੰ ਆਥੋਰਾਈਜ਼ ਕੀਤਾ, 54 ਗੁਰਦੁਆਰੇ ਸਾਹਿਬਾਂ ਨੇ, ਵੀ ਤੁਸੀਂ ਉੱਥੇ ਜਾ ਕੇ ਆਪਣੀ ਰਿਪਰੈਜ਼ੈਂਟੇਸ਼ਨ ਦਿਓ, ਜਿਹਦੇ ਵਿੱਚ ਸਾਡੇ 5 ਸਿੰਘ ਗਏ, ਜਿਨ੍ਹਾਂ 'ਚ ਸਰਦਾਰ ਮਨਜੀਤ ਸਿੰਘ ਉੱਪਲ ਵੀ ਉੱਥੇ ਗਏ ਨੇ ਉਸ ਸਰਬੱਤ ਖਾਲਸੇ ਦੇ ਵਿੱਚ। ਫਿਰ ਅੱਜ ਵੀ ਜਦੋਂ ਉੱਥੇ ਬਗਰਾੜੀ ਕਾਂਡ ਹੁੰਦਾ ਹੈ, ਅੱਜ ਗੁਰੂ ਗ੍ਰੰਥ ਸਾਹਿਬ ਦੀ ਵਿਆਪਤੀ ਹੁੰਦੀ ਹੈ, ਅੱਜ ਸਾਡੇ ਨੌਜਵਾਨਾਂ ਨੂੰ ਪਹਿਲਾਂ ਤਾਂ ਅੱਤਵਾਦੀ ਕਹਿ ਕੇ ਮਾਰਿਆ ਗਿਆ, ਵੱਖਵਾਦੀ ਕਹਿ ਕੇ ਮਾਰਿਆ ਗਿਆ, ਉਹ ਦਿਹਾਕਾ ਅਸੀਂ ਆਪਣੇ ਪਿੰਡੇ ਤੇ ਹਟਾਇਆ। ਅਸੀਂ 91 92 ਦੇ ਇੱਥੇ ਆਏ ਹਾਂ, 84 ਤੋਂ ਲੈ ਕੇ 8-10 ਸਾਲ ਦਾ ਸਮਾਂ ਦੇਖਿਆ। ਕਈ ਉਹ ਨਾਲ ਦੇ ਵੀਰ ਜਿਹੜੇ ਉਹ ਸ਼ਹੀਦੀ ਵੀ ਪ੍ਰਾਪਤ ਕਰ ਗਏ, ਕੁਝ ਜੇਲ੍ਹਾਂ ਵਿੱਚ ਅਜੇ ਵੀ ਤੁਰੇ ਫਿਰਦੇ ਨੇ। ਪਰ ਅੱਜ ਦੇ ਦੌਰ ਦੇ ਵਿੱਚ ਵੀ ਸਰਕਾਰਾਂ ਤੋਂ ਵੱਡਾ ਗੁੰਡਾ ਕੋਈ ਨਹੀਂ, ਕੋਈ ਸਰਕਾਰ ਉਹ ਆ ਜਾਵੇ, ਅੱਜ ਵੀ ਜੋ ਹਾਲਾਤ ਨੇ, ਸਾਡੇ ਨੌਜਵਾਨਾਂ ਨੂੰ ਗੈਂਗਸਟਰ ਕਹਿ ਕੇ ਜੇਲ੍ਹਾਂ ਤੋਂ ਕੱਢ ਕੇ ਮਾਰਿਆ ਜਾ ਰਿਹਾ, ਉਹਨਾਂ ਨੂੰ ਕੋਈ ਮੁੜ ਵਸੇਬੇ ਵਾਲੀ ਗੱਲ ਜਿਹੜੀ ਆ, ਅਸੀਂ ਸਰਕਾਰ ਨੂੰ ਇਹ ਗੱਲ ਤਾੜਨਾ ਕਰਦੇ ਹਾਂ, ਕਹਿੰਦੇ ਹਾਂ ਜ਼ਰੂਰ ਵੀ ਭਾਈ ਤੁਹਾਡਾ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਅੱਜ ਤੁਸੀਂ ਨੌਜਵਾਨਾਂ ਦਾ ਜੋ ਘਾਣ ਕਰਦੇ ਹੋ ਤੁਰੰਤ ਬੰਦ ਹੋਵੇ। ਉਹ ਸਿੱਖ ਭਾਈਚਾਰੇ ਦੇ ਹੋਣ, ਹਿੰਦੂ ਭਾਈਚਾਰੇ ਦੇ ਹੋਣ, ਮੁਸਲਮਾਨਾਂ ਦੇ ਹੋਣ, ਆਖਰ ਤੇ ਉਹ ਸਿੱਖ ਉਹ ਨੌਜਵਾਨੀ ਦਾ ਹੀ ਘਾਣ ਹੋ ਰਿਹਾ। ਤੇ ਕਿਸੇ ਵੀ ਨੇਸ਼ਨ ਦੇ ਲਈ ਜਿਹੜਾ ਨੌਜਵਾਨ ਨੇ ਉਹ ਰੀੜ੍ਹ ਦੀ ਹੱਡੀ ਹੁੰਦੇ ਨੇ, ਕਿਉਂਕਿ ਇਹਨਾਂ ਨੇ ਹੀ ਉਹ ਤੁਹਾਡੀ ਜਿਹੜੀ ਆ ਤੁਹਾਡੇ ਸੰਸਕਾਰ, ਤੁਹਾਡੀ ਜਿਹੜੀ ਉਹ ਬਜ਼ੁਰਗਾਂ ਦਾ ਜਿਹੜੇ ਕੀਤੇ ਹੋਏ ਕਾਰਨਾਮੇ, ਬਜ਼ੁਰਗਾਂ ਦੀਆਂ ਘਾਲ ਕਮਾਈਆਂ ਨੂੰ ਅੱਗੇ ਲੈ ਕੇ ਸੰਸਾਰ ਵਿੱਚ ਰੱਖਣਾ ਹੈ। ਬਿਲਕੁਲ ਨਹੀਂ, ਤੁਸੀਂ ਬਹੁਤ ਵਧੀਆ ਐਕਸਪਲੇਨ ਕੀਤਾ ਸਾਰੀ ਗੱਲ ਨੂੰ। ਅਸੀਂ ਇੱਥੇ ਕੋਈ ਇਸ ਚੈਨਲ ਦੇ ਜ਼ਰੀਏ ਅਸੀਂ ਚਲੋ ਸਾਡਾ ਤਾਂ ਆਪਦਾ, ਜਦੋਂ ਅਸੀਂ ਖੁਦ ਇਸ ਧਰਮ ਨੂੰ ਬਿਲੋਂਗ ਕਰਦੇ ਹਾਂ, ਅਖੀਰ ਗੱਲ ਸਿੱਖ ਧਰਮ ਦੀ ਆ ਜਾਂਦੀ ਹੈ ਤੇ ਅਸੀਂ ਝੱਲਿਆ, ਅਸੀਂ ਜੈਨੋਸਾਈਡ ਝੱਲੇ ਆ, ਸਭ ਕੁਝ ਝੱਲਿਆ, ਸਾਰੀ ਦੁਨੀਆ ਨੂੰ ਪਤਾ। ਤੇ ਅਸੀਂ ਹਾਂ ਦੇ ਨਾਅਰੇ ਨਾਲ ਹੀ ਖੁਸ਼ ਹੋਣ ਵਾਲੀ ਕੌਮ ਆ, ਪਰ ਕਿਸੇ ਨੇ ਹਾਂ ਦਾ ਨਾਰਾ ਵੀ ਨਹੀਂ ਮਾਰਿਆ। ਖਾਸ ਕਰਕੇ ਸਰਕਾਰਾਂ ਦੀ ਗੱਲ ਕਰੀਏ, 35 ਸਾਲ ਹੋ ਗਏ ਕਿਸੇ ਵੀ ਚੀਜ਼ ਨੂੰ ਦਾ ਇੰਤਜ਼ਾਰ ਕਰਦੇ ਆ। ਸ਼ਾਇਦ ਤੁਸੀਂ ਜਿਹੜੇ ਬੰਦੇ ਕਿੰਤੂ ਪਰੰਤੂ ਕਰਦੇ ਆ ਨਾ, ਉਹ ਕਿਤੇ ਉਹਨਾਂ ਲੋਕਾਂ ਨੂੰ ਜਾ ਕੇ ਮਿਲਿਓ ਜਿਹੜੇ ਇਸ ਦੇ ਪੀੜਤ ਆ। ਦਿੱਲੀ ਦੇ ਵਿੱਚ ਅੱਜ ਵੀ ਜਿਹੜੇ ਅਦਾਲਤਾਂ ਦੇ ਚੱਕਰ ਖਾ ਰਿਹਾ ਤੇ ਪਰ ਪੱਲੇ ਕੱਖ ਨਹੀਂ ਪੈ ਰਿਹਾ ਉਹਨਾਂ ਨੂੰ ਮਿਲ ਕੇ ਦੇਖਿਓ, ਫਿਰ ਸ਼ਾਇਦ ਤੁਹਾਨੂੰ ਇਹ ਵੀ ਗੱਲਾਂ ਚੰਗੀ ਲੱਗੇ। ਪਰ ਸਾਡਾ ਇੱਥੇ ਮਕਸਦ ਦੀ ਸਾਰੀਆਂ ਕੌਮਾਂ ਦੀ ਗੱਲ ਕਰਦੇ ਆ ਵੀ ਕਿਤੇ ਵੀ ਜਿਹੜਾ ਆਜ਼ਾਦੀ ਮੀਨਸ ਆਜ਼ਾਦੀ, ਤੇ ਕਿਸੇ ਦੀ ਵੀ ਜੇ ਕਿਸੇ ਘਾਣ ਹੁੰਦਾ, ਚਾਹੇ ਉਹ ਕੋਈ ਵੀ ਧਰਮ ਜਾਤ ਨਾਲ ਬਿਲੋਂਗ ਕਰਦਾ, ਤਾਂ ਉਹਦੇ ਲਈ ਅਸੀਂ ਨਿੰਦਿਆ ਕਰਾਂਗੇ। ਤੇ ਇੱਕ ਸਭ ਤੋਂ ਵੱਡੀ ਗੱਲ ਆ ਵੀ ਇਹੋ ਜਿਹੇ ਬੀਜ ਇਸ ਕੌਮ 'ਚ ਬੀਜੇ ਹੋਏ ਆ ਵੀ ਉੱਥੇ ਜਾ ਕੇ ਖੜਾਂਗੇ ਵੀ, ਕਿਉਂਕਿ ਇਕੱਲਾ ਸਰਬੱਤ ਦਾ ਭਲਾ ਮੰਗਣਾ ਨਹੀਂ, ਸਰਬੱਤ ਦੇ ਭਲੇ ਲਈ ਡਟ ਜਾਣਾ ਵੀ ਜ਼ਰੂਰੀ ਹੁੰਦਾ। ਸੋ ਆਪਾਂ ਨਾ ਸਰਦਾਰ ਮਨਜੀਤ ਸਿੰਘ ਉੱਪਲ ਹੋਰਾਂ ਨਾਲ ਵੀ ਗੱਲਬਾਤ ਕਰਾਂਗੇ, ਉਸੇ ਗੱਲ ਨੂੰ ਥੋੜ੍ਹਾ ਜਿਹਾ ਅੱਗੇ ਮੈਂ ਵਧਾਊਂਗਾ। ਉੱਪਲ ਸਾਹਿਬ, ਗੱਲ ਇਹ ਆ ਵੀ ਆਪਾਂ ਹੁਣ ਜਿਵੇਂ ਗੱਲਾਂ ਬਾਤਾਂ 'ਚੋਂ ਨਿਕਲਿਆ, ਉਸ ਟਾਈਮ ਸਰਦਾਰ ਜਵਾਹਰ ਲਾਲ ਸਿੰਘ ਪੋਟੈਟੋ ਕਿੰਗ ਕਹਾਉਂਦੇ ਸਨ, ਹੋਰ ਵੀ ਬਹੁਤ ਸਾਰੇ ਜਿਹੜੇ ਗਦਰੀ ਬਾਬਿਆਂ 'ਚ ਇਹੋ ਜਿਹੇ ਸਿੰਘ ਸਨ ਜਿਨ੍ਹਾਂ ਦਾ ਇੱਥੇ ਇੱਕ ਸਮਰਾਜ ਬਣਾ ਲਿਆ ਸੀ ਉਹਨਾਂ ਨੇ ਮਿਹਨਤ ਦੇ ਜ਼ਰੀਏ, ਤਾਂ ਉਹਨਾਂ ਨੇ ਛੱਡ ਕੇ ਗਏ ਉੱਥੇ। ਕੀ ਤੁਸੀਂ ਕਿਹੜੇ ਢੰਗ ਨਾਲ ਉਹਨੂੰ ਕਰਨਾ ਚਾਹੋਗੇ, ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਵੀ ਕੁਰਬਾਨੀ ਕਿਸ ਕਿਸਮ ਦੀ ਸੀ, ਕਿੱਡੀ ਕੁ ਵੱਡੀ ਸੀ? ਸਾਡੇ ਤੋਂ ਇੱਕ ਕੰਡੇ ਦੀ ਪੀੜ ਨਹੀਂ ਝੱਲੀ ਜਾਂਦੀ, ਸਾਡੇ ਤੋਂ 1 ਰੁਪਈਏ ਦਾ ਹਰਜਾਨਾ ਨਹੀਂ ਝੱਲਿਆ ਜਾਂਦਾ, ਜੇ ਇੱਕ ਸਾਈਕਲ ਲੈ ਲਈਏ ਤਾਂ ਉਹ ਨਹੀਂ ਛੱਡਿਆ ਜਾਂਦਾ। ਤਾਂ ਉਹਦੇ ਬਾਰੇ 'ਚ ਜ਼ਰੂਰ ਸਾਡੇ ਦਰਸ਼ਕਾਂ ਨਾਲ ਗੱਲ ਕਰੋ। ਦੇਖੋ, ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਅਮਰਜੀਤ ਹੋਣੀ, ਕੁਲਜੀਤ ਹੋਣੀ ਬਹੁਤ ਵਧੀਆ ਐਕਸਪਲੇਨੇਸ਼ਨ ਦਿੱਤਾ। ਦੇਖੋ, ਜਿੱਥੇ ਮੈਂ ਸੋਚਦਾ ਸੀ, ਬੰਦਾ ਸੋਚਦਾ ਵੀ ਕਿਉਂ ਐਡਾ ਵੱਡਾ ਡਿਸੀਜਨ ਲੈਣਾ ਇਸ ਮੁਲਕ 'ਚ ਆ ਕੇ। ਹਰੇਕ ਕੋਈ, ਅਸੀਂ ਵੀ ਆਏ ਹਾਂ ਵੀ ਜਿਹੜੇ ਬੰਦਾ ਕੰਫਰਟੇਬਲ ਲਾਈਫ ਹੀ ਕਰ ਲੈ ਪੈਂਦਾ ਨਾ, ਉਹਨੂੰ ਛੱਡਣਾ ਬਹੁਤ ਮੁਸ਼ਕਿਲ ਆ। ਫਿਰ ਦੇਖਦੇ ਹਾਂ ਵੀ ਦੇਖੋ, ਇੱਥੇ ਆਏ, ਉਹਨੇ ਆ ਕੇ ਆਜ਼ਾਦੀ ਮਾਣੀ, ਦੇਖਿਆ ਆਜ਼ਾਦੀ ਹੁੰਦੀ ਕੀ ਆ।
ਫਿਰ ਆਪਣਾ ਪੰਜਾਬ ਲਾ ਲਓ ਜਾਂ ਆਪਣੇ ਸਿੱਖੀ ਪਰਿਵਾਰ ਲਾ ਲਓ ਜਾਂ ਆਪਣਾ ਕਲਚਰ ਲਾ ਲਓ ਵੀ ਆਜ਼ਾਦੀ ਆਪਾਂ ਇੰਡੀਆ ਵੱਲ ਜਾਣੀ ਆ। ਜਿਹੜੀ ਅਸਲੀ ਮੂਵਮੈਂਟ ਇੱਥੋਂ ਹੀ ਸ਼ੁਰੂ ਹੁੰਦੀ ਆ। ਗਾਂਧੀ ਵੀ ਬਾਅਦ 'ਚ ਜਾਂਦਾ ਇੰਡੀਆ, ਪਹਿਲਾਂ ਗਦਰ ਲਹਿਰ ਦੀ ਆਵਾਜ਼ ਉੱਥੇ ਜਾਣ ਲੱਗ ਪਈ ਸੀ ਵੀ ਸਾਨੂੰ ਆਜ਼ਾਦੀ ਚਾਹੀਦੀ ਆ। ਜਿੱਦਾਂ ਭਾਈ ਸਾਹਿਬ ਨੇ ਦੱਸਿਆ ਵੀ ਅੰਗਰੇਜ਼ਾਂ ਨੇ 200 ਸਾਲ ਇੰਡੀਆ ਤੇ ਰਾਜ ਕੀਤਾ, ਬਿਲਕੁਲ ਪੰਜਾਬ ਤੇ ਸਿਰਫ 100 ਸਾਲ ਜਾਂ 90 ਸਾਲ ਹੀ ਕੀਤਾ ਜੀ, ਬਿਲਕੁਲ। ਕਿਉਂ? ਜਿਹੜੀ ਸਾਡੀ ਗੁਰੂ ਨਾਨਕ ਦੀ ਸੋਚ ਆ ਉਹਨੂੰ ਮੁੱਖ ਰੱਖ ਕੇ ਚੱਲਣਾ। ਇਹ ਗਦਰੀ ਬਾਬਿਆਂ ਨੇ ਇੱਥੇ ਕਮਾਈ ਕੀਤੀ, ਐਸਟੈਬਲਿਸ਼ ਹੋਏ, ਸਾਡੀ ਅਸੀਂ ਅੱਜ ਬੈਠੇ ਆ ਉਹਨਾਂ ਦੀ ਕਮਾਈਆਂ ਕਰਕੇ। ਬਿਲਕੁਲ ਉਹਨਾਂ ਨੇ ਸਾਨੂੰ ਇੱਥੇ ਵੀ ਨਾ ਕਿ ਇੰਡੀਆ, ਇੱਥੇ ਵੀ ਆਜ਼ਾਦੀ ਲੈ ਕੇ ਦਿੱਤੀ ਆ। ਜੀ ਜੀ। ਜਿੱਦਾਂ ਪਹਿਲਾਂ ਇੱਥੇ ਜੈਪਨੀਜ਼ ਆਏ, ਜੈਪਨੀ ਪ੍ਰਾਪਰਟੀਆਂ ਲੈਣ ਲੱਗ ਪਏ, ਉਹਨੇ ਜੈਪਨੀ ਐਕਸਕਲੂਜਨ ਐਕਟ ਬਣਾਤੀ ਵੀ ਜਾਪਾਨੀ ਤੇ ਪਾਰਟੀ ਨੇ ਜੇਲ੍ਹ ਨਹੀਂ ਲੈ। ਫਿਰ ਚਾਈਨੀਜ਼ ਆਉਣ ਲੱਗ ਪਏ ਵੀ ਚਾਈਨੀ ਪ੍ਰਾਪਰਟੀ ਉਹਨੇ ਉਹਦੇ ਜਿਹੜੇ ਏਸ਼ੀਅਨ ਆਏ ਵੀ ਉਹਨੇ ਕਰਤਾ ਵੀ ਕੋਈ ਏਸ਼ੀਅਨ ਤੇ ਪ੍ਰਾਪਰਟੀ ਲੈ ਹੀ ਨਹੀਂ ਸਕਦਾ। ਉਹਦੇ ਫੋਰਫਰੰਟ ਤੇ ਫਾਈਟ ਗਦਰੀ ਬਾਬਿਆਂ ਨੇ ਕੀਤੀ, ਇਸ ਗੁਰੂ ਘਰ ਤੋਂ ਹੋਈ। ਨਾ ਜਾਪਾਨੀਆਂ ਨੇ ਕੀਤੀ ਨਾ ਚਾਈਨੀਆਂ ਨੇ ਕੀਤੀ। ਕੇਸ ਕੀਤੇ ਦਿਲਦੀਪ ਸਿੰਘ ਸੌਂਧ ਲਾ ਲਓ, ਜਿੱਦਾਂ ਥਿੰਦਾਰ ਕੇ ਭਾਈ ਸਾਹਿਬ, ਸਾਰੇ ਉਹਨੇ ਕੇਸ ਕਰ ਕਰਕੇ ਆਪਣੀ ਆਜ਼ਾਦੀ ਦੀ ਰਾਈਟਸ ਲਾਏ। ਜਿਹੜੇ ਅਮਰੀਕਨ ਕਨਸਟੀਟਿਊਸ਼ਨ ਸੀਗੇ, ਪਰ ਇਹ ਮੋਸਟਲੀ ਯੂਰੋਪੀਅਨ ਡਿਸੈਂਟ ਕੰਟਰੋਲ ਕਰਦੇ ਸੀਗੇ। ਉਹ ਦੂਜਿਆਂ ਨੂੰ ਚਾਹੁੰਦੇ ਨਹੀਂ ਸੀ ਵੀ ਜਿਹੜਾ ਯੂਰੋਪੀਅਨ ਆਵੇ ਉਹੀ ਆ ਕੇ ਇੱਥੇ ਰਾਜ ਕਰੇ। ਉਸ ਚੀਜ਼ ਤੇ ਫਾਈਟ ਕਰਨਾ ਵੀ ਇੱਕ ਜਿਹੜੀ ਇੰਡੀਆ ਦੀ ਆਜ਼ਾਦੀ ਨਾਲ ਉਹ ਵੱਡੀ ਗੱਲ ਸੀ ਸਾਡੇ ਲਈ, ਜਿਹੜੇ ਸਾਡੇ ਡੋਰ ਖੋਲ੍ਹੇ ਗਏ ਇੱਥੇ। ਦੇਖੋ ਨਾ, ਅਸੀਂ ਹੁਣ ਤਾਂ ਬਹੁਤ ਵਧੀਆ ਕੰਫਰਟੇਬਲ ਲਾਈਫ ਫੀਲ ਕਰ ਰਹੇ ਹਾਂ ਇੱਥੇ, ਬਿਜ਼ਨਸ ਸਾਡੇ ਵਧੀਆ। ਉਦੋਂ ਤੁਸੀਂ ਪ੍ਰਾਪਰਟੀ ਵੀ ਨਹੀਂ ਲੈ ਸਕਦੇ, ਉਦੋਂ ਫਾਈਟ ਕਰਨਾ ਵੱਡੀ ਗੱਲ। ਤੁਸੀਂ ਇੱਕ ਰੈਸਟੋਰੈਂਟ ਜਾ ਕੇ ਰੋਟੀ ਨਹੀਂ ਖਾ ਸਕਦੇ ਸੀ ਜਿੱਥੇ ਗੋਰੇ ਬੈਠੇ ਆ, ਉਹ ਵੀ ਤੁਹਾਨੂੰ ਬਾਹਰ ਕੱਢ ਦਿੰਦੇ ਸੀ। ਇੱਕ ਨਲਕੇ ਦੇ ਪਾਣੀ ਨਹੀਂ ਪੀ ਸਕਦੇ, ਇੱਕ ਪੰਪ ਦੇ ਪਾਣੀ ਨਹੀਂ ਪੀ ਸਕਦੇ ਸੀ, ਹੈ ਨਾ। ਤਾਂ ਇਹ ਚੀਜ਼ਾਂ ਨੂੰ ਮਨ ਰੱਖ ਕੇ ਫੇਰ ਵੀ ਆਪਣੀ ਇੰਟਰਨਲ ਜਿਹੜੀ ਤੁਹਾਡੀ ਯਾਰ ਉਹਨੂੰ ਹਾਈ ਰੱਖਣਾ, ਮੋੜੋ ਨੂੰ ਹਾਈ ਰੱਖਣਾ, ਉਹ ਬਹੁਤ ਵੱਡੀ ਗੱਲ। ਉਹ ਜਿਹੜੀ ਚੀਜ਼ ਉਹਨਾਂ ਦੀ ਜਿਹੜੀ ਸੀਗੀ, ਜਿਹੜੇ ਮਹਾਰਾਜ ਨੇ ਸਾਨੂੰ ਗੁਣ ਦਿੱਤੇ ਆ, ਸਾਡੇ ਜਾਲੇ ਵਿਸਰਦੇ ਜਾ ਰਹੇ ਆ। ਉਹ ਮੈਂ ਦੇਖਦਾ ਵੀ ਆਪਾਂ ਗੁਰੂਆਂ ਦੀ ਹਿਸਟਰੀ ਪੜ੍ਹ ਲਈਏ। 10ਵੇਂ ਪਾਤਸ਼ਾਹ ਸਿੱਖ ਤਾਂ ਉਹੀ ਆ, ਪੰਜਾਬੀ ਉਹੀ ਆ, ਬੰਦੇ ਵੀ ਉਹੀ ਸੀ। ਮੋਰੋ ਕਿੱਦਾਂ ਬਦਲਿਆ 10ਵੇਂ ਪਾਤਸ਼ਾਹ ਦੇ ਅੰਮ੍ਰਿਤ ਛਕਾਉਣ ਤੋਂ ਬਾਅਦ। ਇਹ ਤਾਂ ਨਹੀਂ ਦੁਨੀਆ ਨਵੀਂ ਆ ਗਈ ਉੱਥੇ, ਉਹੀ ਬੰਦੇ ਜਿਹੜੇ ਉਹ ਤੁਹਾਡੇ ਮੂੰਹ 'ਚ ਵੀ ਥੁੱਕ ਜਾਂਦੇ, ਤੁਸੀਂ ਕਹਿੰਦੇ ਕੁਛ ਨਹੀਂ ਸੀ, ਹੈਨਾ। ਮਹਾਰਾਜ ਜਿਹੜਾ ਸਪਿਰਿਟ ਭਰਿਆ, ਉਹ ਸਪਿਰਿਟ ਉਹਨਾਂ ਜਗ੍ਹਾ ਜਿਹੜਾ ਹੁਣ ਉਹ ਵਿਸਰਦਾ ਜਾ ਰਿਹਾ। ਜਾਣੀ ਆਪਾਂ ਆਜ਼ਾਦੀ ਦੇਖੋ, ਉਹਨਾਂ ਦਾ ਸੁਪਨਾ ਇੰਡੀਆ ਆਜ਼ਾਦ ਕਰਾਉਣ ਦਾ ਨਹੀਂ ਜੀ। ਉਹਨਾਂ ਸੁਪਨਾ ਦੀ ਸਾਰੀ ਮਸਕਾਲੀ ਇਹ ਨਹੀਂ ਵੀ ਹਿੰਦੂਆਂ ਨੂੰ ਰਾਜ ਜੁਦਾ ਮਿਲ ਜਾਵੇ, ਮੁਸਲਮਾਨਾਂ ਨੂੰ ਜੁਦਾ ਮਿਲ ਜਾਵੇ। ਇਹ ਕਦੇ ਵੀ ਗਦਰੀ ਬਾਬੇ ਦਾ ਸੁਪਨਾ ਨਹੀਂ ਸੀ। ਜੀ ਜੀ। ਆਜ਼ਾਦੀ, ਫਰੀडम, ਇਕੁਆਲਿਟੀ, ਸਾਰਿਆਂ ਨੂੰ ਬਰਾਬਰਤਾ ਹੋਣੀ ਚਾਹੀਦੀ ਹੈ, ਜਿਹੜੀ ਹਾਲੇ ਵੀ ਇੰਡੀਆ 'ਚ ਹੈ ਨਹੀਂ। ਨਹੀਂ ਹੈ। RSS ਲਾ ਲਓ ਜਾਂ ਜਿੰਨੇ ਵੀ ਆ ਸਾਰੇ ਕੱਟੜਵਾਦੀ ਹੋ ਰਹੇ ਆ। ਉਧਰ ਪਾਕਿਸਤਾਨ ਵੀ ਸੇਮ ਵੇ ਹੋ ਗਿਆ। ਜਿਹੜੇ ਮੁਸਲਮਾਨ ਵੀ ਲੜੇ, ਉਹ ਆਜ਼ਾਦੀ ਲੜੀ ਮਨੁੱਖਤਾ ਲਈ, ਸਾਰਿਆਂ ਲਈ। ਇਹ ਤਾਂ ਉਹਨਾਂ ਦਾ ਬਾਅਦ 'ਚ ਬਣਿਆ ਨਾ ਵੀ ਇੰਡੀਆ ਵੀ ਹਿੰਦੂਆਂ ਦਾ ਬਣ ਗਿਆ। ਪਾਕਿਸਤਾਨ ਜਿਹੜਾ ਮਹਾਰਾਜਾ, ਉਹ ਤਾਂ ਨਾ ਇੰਡੀਆ 'ਚ ਸੀ ਨਾ ਉਹ ਪਾਕਿਸਤਾਨ ਸੀ, ਉਹਦਾ ਸਿੱਖ ਰਾਜ ਸੀ ਜਾਂ ਪੰਜਾਬ ਰਾਜ ਸੀ, ਤੇ ਸਾਰਿਆਂ ਨੂੰ ਬਰਾਬਰਤਾ ਸੀ। ਜੀ ਜੀ। ਹਾਲੇ ਵੀ ਅੱਜ ਕੱਲ੍ਹ ਵੀ ਖਾਲਿਸਤਾਨ ਦੀ ਵੀ ਅਸੀਂ ਗੱਲ ਕਰਦੇ ਹਾਂ, ਅਸੀਂ ਉਹੋ ਹੀ ਸੁਪਨਾ ਲੈ ਕੇ ਤੁਰੇ ਹਾਂ। ਜਾਂ ਮੋਹ 84 ਜਿਹੜੀ ਇੰਦਰ ਦੇ ਅਟੈਕ ਤੇ ਫੈਸਲਾ ਵੀ, ਜਦੋਂ ਅਟੈਕ ਹੋਇਆ ਖਾਲਿਸਤਾਨ ਦੀ ਨੀਂਹ ਰੱਖੀ ਜੋ। ਅਸੀਂ ਇਸ ਗੁਰੂ ਘਰ ਨੇ ਉਦੋਂ ਦੀ ਸਹੁੰ ਖਾਧੀ ਹੋਆ ਵੀ ਉਹ ਵਿਜ਼ਨ ਪੂਰੀ ਕਰਨੀ ਆ। ਸਾਡੇ ਹੁੰਦਿਆਂ ਹੋ ਜਾਵੇ, ਸਾਡੇ ਤੋਂ ਬਾਅਦ ਹੋ ਜਾਵੇ, ਵੀ ਖਾਲਿਸਤਾਨ ਵੀ ਉੱਦਾਂ ਦਾ ਬਣਾਉਣਾ ਜਿੱਦਾਂ ਦੀ ਅਮਰੀਕਨ ਕਨਸਟੀਟਿਊਸ਼ਨ ਆ। ਕੋਈ ਮੂਲ ਦਾ ਜਿਹੜਾ ਮਰਜ਼ੀ ਬੰਦਾ ਹੋਵੇ, ਉਹਨੂੰ ਇਕੁਆਲਿਟੀ ਮਿਲੇ, ਬਰਾਬਰ ਖੜ ਸਕੇ, ਉਹ ਇਹਨੂੰ ਉਹ ਗਲਤ ਨੂੰ ਗਲਤ ਕਹਿ ਸਕੇ। ਰੇਸ ਬਰਾਬਰ ਕੋਈ ਨਹੀਂ ਹੋਊਗਾ। ਸਾਡੀ ਉਹ ਵਿਜ਼ਨ ਆ ਰਹੂਗੀ, ਖਾਸ ਕਰਕੇ ਗੁਰੂ ਕਾ ਸਟਾਰਟ ਦੀ। ਅਸੀਂ ਉਹ ਮੁੱਦੇ ਲੱਗੇ, ਜਿੰਨੇ ਜੇ ਸਾਡੇ ਜੇ ਹੈਗੀ ਜਾਨ ਅਸੀਂ ਉੱਥੇ ਦੇਵਾਂਗੇ। ਜੀ ਜੀ। ਤਾਂ ਗੁਰੂ ਨਾਨਕ ਦਾ ਫਲਸਫਾ ਵੀ ਉਹੀ ਸੀ, ਮਿਸ਼ਨ ਵੀ ਉਹੀ ਸੀ ਵੀ ਇਕੁਆਲਿਟੀ। ਬਿਲਕੁਲ। ਅਸੀਂ ਉਹਨੂੰ ਧਰਮ ਬਣਾ ਲਿਆ। ਗੁਰੂ ਨਾਨਕ ਦੇ ਮਿਸ਼ਨ, ਉਹ ਮਿਸ਼ਨ ਸੀ, ਉਹ ਧਰਮ ਨਹੀਂ ਸੀ। ਇਕੁਆਲਿਟੀ ਉਹ ਹਰੇਕ ਲਈ ਇੱਕੋ ਜਿਹੀ ਆ। ਸਿੱਖਾਂ ਦੀ ਹੁਣ ਜੇ ਖਾਲਿਸਤਾਨ 'ਚ ਇਹ ਨਹੀਂ ਵੀ ਇਕੱਲੇ ਖਾਲਸੇ ਦਾ ਰਾਜ ਹੋਊਗਾ। ਬਿਲਕੁਲ। ਖਾਲਿਸ ਮੀਨਸ ਫॉर ਐਵਰੀਬਾਡੀ। ਬਿਲਕੁਲ। ਉਹ ਨਹੀਂ ਬਾਬਿਆਂ ਨੇ ਕੀਤਾ, ਚਲੋ ਅਸੀਂ ਆਪਣਾ ਯੋਗਦਾਨ ਪਾਉਨੇ ਆ। ਅਸੀਂ ਤਾਂ ਜਾਣੀ ਕਿ ਡਾਲਰ 'ਚੋਂ 5 ਸੈਂਟ ਵੀ ਜਾਣਗੇ ਜੋ ਕੁਛ ਉਹ ਕਰ ਗਿਆ, ਪਰ ਉਹਨਾਂ ਦੀ ਕੁਰਬਾਨੀ ਜਾਂਦੇ ਆ। ਸਾਨੂੰ ਵੀ ਇਸ ਧਰਤੀ ਦੇ ਮਾਣ ਮਿਲਿਆ, ਆਪਾਂ ਵੀ ਇੰਜੋਏ ਕਰ ਰਹੇ ਹਾਂ। ਬਿਲਕੁਲ ਜੀ। ਦੇਖੋ, ਕਈ ਵਾਰੀ ਚਿੰਨ੍ਹ ਹੁੰਦੀ ਆ, ਇੱਥੇ ਚਿੰਨ੍ਹ ਲੱਗੀ ਹੈ, ਸਥਾਨ ਨੂੰ, ਧਰਤੀ ਨੂੰ ਭਾਗ ਆ, ਤੇ ਉਹਦੇ ਚੋਂ ਫਿਰ ਹੋਰ ਗਾਂਹ ਦੀ ਗਾਂਹ ਚਿੰਨ੍ਹ ਲੱਗਦੀ ਜਾਂਦੀ ਹੈ, ਤੇ ਯੋਧੇ ਪੈਦਾ ਇੱਦਾਂ ਹੀ ਹੁੰਦੇ ਆ। ਸੋ ਅਸੀਂ ਵੀ ਆਸ ਉਮੀਦ ਕਰਦੇ ਹਾਂ ਇਸ ਚੀਜ਼ ਦੀ। ਪਰ ਕਿਤੇ ਨਾ ਕਿਤੇ ਮੇਰੀ ਜਿਹੜੀ, ਮੈਂ ਇੱਕ ਚੀਜ਼ ਇਹ ਸੋਚਦਾ ਵੀ
ਸਾਡੇ ਹੁਣ ਜੇ ਗਦਰੀ ਬਾਬਿਆਂ ਨੇ ਕੁਰਬਾਨੀਆਂ ਦਿੱਤੀਆਂ, ਜਾਂ ਜੇ ਆਪਾਂ ਹਿੰਦੁਸਤਾਨ ਦੀ ਗੱਲ ਕਰੀਏ ਤੇ ਹਿੰਦੁਸਤਾਨ ਦੀ ਕੁਰਬਾਨੀ ਲਈ ਅਸੀਂ ਅਕਸਰ ਕਹਿੰਦੇ ਆ ਵੀ 90% ਤੋਂ ਉੱਤੇ ਅਸੀਂ ਕੁਰਬਾਨੀਆਂ ਦਿੱਤੀਆਂ। ਹਾਂਜੀ, ਸਿੱਖਾਂ ਨੇ ਦਿੱਤੀਆਂ, ਪੰਜਾਬ ਨੇ ਕੁਰਬਾਨੀਆਂ ਦਿੱਤੀਆਂ 90%। ਸੁਣਵਾਈ ਸਾਡੀ 0% ਆ। ਜੋ ਅਸੀਂ ਦੇਖ ਹੀ ਲਿਆ ਤਾਂ ਕਹਿਣ ਦੀ ਲੋੜ ਨਹੀਂ, ਪ੍ਰੂਵ ਕਰ ਚੁੱਕੇ ਆ, ਥਾਂ ਥਾਂ ਤੇ ਹੋ ਚੁੱਕਿਆ ਵੀ ਕਿਤੇ ਤਾਂ ਕੋਈ ਇਨਸਾਫ ਮਿਲਿਆ ਹੋਵੇ। ਪਰ ਹੁਣ ਗੱਲ ਇਹ ਆ ਜਾਂਦੀ ਆ ਵੀ ਸਾਨੂੰ ਜਿਹੜੇ ਸਾਡੇ 'ਚ ਸਪਿਰਿਟ ਭਰੀ ਆ ਗੁਰੂ ਸਾਹਿਬ ਨੇ ਜਾਂ ਸਾਡੇ ਗਦਰੀ ਬਾਬਿਆਂ ਤੋਂ ਵੇਲੇ ਤੱਕ ਦੇਖੀ ਅਸੀਂ ਵੀ ਉਹ ਸਪਿਰਿਟ ਇਹ ਆ ਵੀ ਅਸੀਂ ਹਰ ਥਾਂ ਤੇ ਆਪਦਾ ਸਿਰ ਡਾਇਆ, ਅਸੀਂ ਪਿੱਛੇ ਨਹੀਂ ਹਟੇ। ਤਾਂ ਕਿਤੇ ਕਿਤੇ ਇਦਾਂ ਵੀ ਲੱਗਦਾ ਵੀ ਅਸੀਂ ਫਿਰ ਛੋਟੇ ਜਿਹੇ ਪੰਜਾਬ ਤੇ ਆਪਦਾ ਦਾਅਵਾ ਨਾ ਕਰੀਏ। ਅਸੀਂ ਕਿਉਂ ਛੱਡੀਏ ਸਾਡਾ ਦਾਅਵਾ ਸਾਰੇ ਦੇ ਹਿੰਦੁਸਤਾਨ ਤੇ, ਜਦੋਂ ਅਸੀਂ ਕੁਰਬਾਨੀਆਂ ਉਸ ਮੁਲਕ ਲਈ ਸਾਡੇ 90 ਬੰਦੇ ਮਰੇ ਆ, ਐਂ ਕਿਵੇਂ ਉਹਨਾਂ ਨੂੰ ਛੱਡ ਦਈਏ ਖੁੱਲਾ? ਚਾਹੇ ਅਸੀਂ ਉਦੋਂ ਵੀ ਤਾਂ 2% ਹੀ ਸੀ। ਸੋ ਇਹ ਵੀ ਇੱਕ ਪ੍ਰੋਸਪੈਕਟ ਬਣਦਾ। ਉਹ ਜਿੱਥੇ ਖਾਲਿਸਤਾਨ ਦੀ ਆਪਾਂ ਕਰਦੇ ਆ, ਇੱਕ ਨਾਂ ਆ ਖਾਲਿਸ। ਜੀ ਬਿਲਕੁਲ। ਇੱਕ ਇਹ ਨਹੀਂ ਸਿੱਖਾਂ ਦਾ ਨਹੀਂ ਖਾਲਿਸ। ਜੀ ਜੀ ਬਿਲਕੁਲ। ਦੇਖੋ ਕਿੰਨੇ ਕੰਟਰੀ ਆ ਜਿਹੜੇ ਸਤਾਨ ਨਾਲ ਸ਼ੁਰੂ ਹੁੰਦੇ ਆ। ਬਿਲਕੁਲ ਹਨਾ, ਸਿੰਪਲ ਗੱਲ ਹੈ। ਤਾਂ ਉਹੀ ਹਊਆ ਬਣਾਤਾ ਇੱਕ ਸ਼ਬਦ ਨੂੰ, ਉਹ ਤਾਂ ਕੁਝ ਚੀਜ਼ ਹੀ ਨਹੀਂ। ਹੁਣ ਇੰਡੀਆ ਕੋਈ ਮੁਲਕ ਨਹੀਂਗਾ, ਭਾਰਤ ਮੁਲਕ ਸੀ ਜਿੱਥੇ ਅਫਗਾਨਿਸਤਾਨ, ਪਾਕਿਸਤਾਨ ਸਾਰੇ ਮੁਲਕ ਆਉਂਦੇ ਸੀ। ਬਿਲਕੁਲ। ਹਨਾ, ਖਾਲਿਸ ਵੀ ਏਰੀਏ ਦਾ ਨਾਂ ਹੋ ਸਕਦਾ, ਇੱਕ ਵਿਜਨ ਦਾ ਨਾਂ ਖਾਲਿਸਤਾਨ ਹੋ, ਨਾ ਕਿ ਵੀ ਪੰਜਾਬ ਦਾ ਨਾਂ ਖਾਲਿਸਤਾਨ ਹੋ। ਅਸੀਂ ਚਾਹੁੰਦੇ ਹਾਂ ਵੀ ਸਾਰਾ ਇੰਡੀਆ ਖਾਲਿਸਤਾਨ ਐਜ਼ ਇਟ ਬਣ ਜਾਵੇ। ਬਿਲਕੁਲ। ਜਿੱਥੇ ਹਰੇਕ ਨੂੰ ਬਰਾਬਰ ਦੀ ਕੁਆਲਿਟੀ ਹੋਵੇ। ਹਨਾ, ਵਿਜਨ ਤੇ ਇਹੋ ਹੀ ਆ। ਹਨਾ ਵੀ ਚਲੋ ਕੋਈ ਬੰਦਾ ਉਹਦੀ ਡੈਫੀਨੇਸ਼ਨ ਗਲਤ ਕੱਢ ਸਕਦਾ, ਪਰ ਨਾਨਕ ਦਾ ਜਿਹੜਾ ਮਿਸ਼ਨ ਉਹ ਓਵਰਆਲ ਇੰਡੀਆ ਨੂੰ ਖਾਲਿਸਤਾਨ ਇੱਕ ਸੋਚ। ਅਮਰੀਕਨ ਕਨਸਟੀਟਿਊਸ਼ਨ ਇੰਡੀਆ 'ਚ ਅਪਲਾਈ ਹੋ ਜਾਵੇ, ਖਾਲਿਸਤਾਨ ਬਣ ਸਕਦਾ। ਜਿਹੜੀ ਅਮਰੀਕਨ ਜਿਹੜੀ ਉੱਥੇ ਉਹਨੂੰ ਅਪਲਾਈ ਕੀਤਾ ਜਾਵੇ, ਕਿਸੇ ਨੂੰ ਸਪੈਸ਼ਲ ਨਾਮ ਪ੍ਰਿਵਿਲੇਜ ਮਿਲੇ, ਇਕੁਆਲਿਟੀ ਹੋਵੇ, ਆਪੇ ਖਾਲਿਸਤਾਨ ਭਾਜੀ ਇਹੋ ਹੀ ਆ। ਹੋਰ ਖਾਲਿਸਤਾਨ ਕਿਹਨੂੰ ਕਹਿੰਦੇ ਆ? ਹੈਨਾ, ਬਿਲਕੁਲ ਜੀ। ਦੇਖੋ ਜਿਹੜੀ ਇੱਕ ਅੱਡੋ ਅੱਡ ਸਿਸਟਮ ਹੁੰਦੇ ਆ, ਇੱਕ ਸਿਸਟਮ ਇਹ ਹੁੰਦਾ ਵੀ ਇੱਕ ਮਿਸ਼ਨ ਨੂੰ ਲੈ ਕੇ ਲੋਕ ਚੱਲੇ ਹੁੰਦੇ ਆ ਤੇ ਉਹਨਾਂ ਦੀ ਜਿਹੜੀ ਨੀਅਤ ਨੀਤੀ ਸਾਫ਼ ਹੁੰਦੀ ਆ। ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਵੀ ਕਿਸੇ ਨੂੰ ਛੋਟਾ ਵੱਡਾ ਦਿਖਾਉਣਾ, ਜਿੱਦਾਂ ਕਿ ਹੁਣ ਸਾਡੇ ਸਾਰੇ ਇੱਥੇ ਬੈਠੇ ਪਤਵੰਤਿਆਂ ਨੇ ਇਹ ਗੱਲਬਾਤ ਕੀਤੀ ਆ। ਪਰ ਇੱਕ ਪਾਸੇ ਕੁਝ ਕੁ ਲੋਕ ਉਹ ਵੀ ਹੁੰਦੇ ਆ ਜਿਹੜੇ ਮਿਸ਼ਨ ਲੈ ਕੇ ਚੱਲੇ ਹੁੰਦੇ ਆ, ਜਿਨ੍ਹਾਂ ਦੀ ਨੀਅਤ ਨੀਤੀ 'ਚ ਫਰਕ ਹੁੰਦਾ, ਜਿਨ੍ਹਾਂ ਨੇ ਹਰ ਗੱਲ ਦਾ ਤੋੜ ਲੱਭਣਾ ਹੁੰਦਾ। ਤੋੜ ਨਹੀਂ ਲੱਭਣਾ ਹੁੰਦਾ, ਬਸ ਐਵੇਂ ਕਾਟ ਕਰਨੀ ਹੁੰਦੀ ਆ ਤੇ ਉਹਨੂੰ ਇੱਕ ਡਰਾਮਾ ਬਣਾ ਕੇ ਹਊਆ ਬਣਾ ਦਿੰਦੇ ਆ ਉਸ ਚੀਜ਼ ਨੂੰ। ਤੇ ਉਹ ਸਾਨੂੰ ਵੀ ਪਤਾ, ਜਿਵੇਂ ਅੱਜ ਕੱਲ੍ਹ ਹੁਣ IT ਸੈੱਲ ਕਹਿ ਦਿੰਦੇ ਆ, ਅੱਡੋ ਅੱਡ ਪਾਰਟੀਆਂ ਦੇ IT ਸੈੱਲ ਬੈਠੇ ਆ, ਹੱਥ ਨੂੰ 200 ਬੰਦਾ ਸਾਰਾ ਦਿਨ ਇਹ ਪੋਸਟਾਂ ਕ੍ਰੀਏਟ ਕਰੀ ਜਾਂਦਾ ਤੇ ਇੱਕ ਹੇਟ ਦੀ ਰਾਜਨੀਤੀ, ਨਫ਼ਰਤ ਦੀ ਰਾਜਨੀਤੀ ਫੈਲਾਉਂਦੇ ਰਹਿੰਦੇ ਆ। ਨਫ਼ਰਤ ਦੀ ਰਾਜਨੀਤੀ ਉਹ ਵੀ ਕਿਹਦੇ 'ਚ? ਆਪਸੀ ਭਰਾਵਾਂ 'ਚ। ਸੋ ਹੁਣ ਤੱਕ ਕਿਤੇ ਦਿੱਕਤ ਨਹੀਂ ਆਈ। ਇੱਥੇ ਵੀ ਇਸ ਧਰਤੀ ਦੇ ਉੱਤੇ ਅਸੀਂ ਦੇਖ ਚੁੱਕੇ ਹਾਂ ਵੀ ਸਾਰੇ ਧਰਮਾਂ ਦੇ ਲੋਕ ਇਸੇ ਥਾਂ ਦੇ ਉੱਤੇ ਇਕੱਠੇ ਹੋ ਕੇ ਆਪਦੇ ਢੰਗ ਨਾਲ ਅਰਦਾਸ ਕਰਦੇ ਰਹੇ ਆ। ਤਾਂ ਫਿਰ ਕਿੱਥੇ ਰਹਿ ਗਈ, ਕਿੱਥੇ ਆ ਗਈ ਗੱਲ? ਕੌਣ ਕਹਿੰਦਾ ਵੀ ਜਿਹੜਾ ਖਾਲਿਸਤਾਨ ਬਣ ਗਿਆ ਤਾਂ ਫਿਰ ਉਹਦੇ ਵਿੱਚ ਕਿਸੇ ਨੂੰ ਕੁਛ ਨਹੀਂ, ਇਕੱਲੇ ਖਾਲਸੇ ਹੋਣਗੇ ਜਾਂ ਇੱਦਾਂ ਹੋਣਗੇ? ਤਾਂ ਮੈਨੂੰ ਲੱਗਦਾ ਸਾਨੂੰ ਥੋੜ੍ਹੀ ਜਿਹੀ ਸਮਝਣ ਦੀ ਲੋੜ ਆ। ਕਈ ਵਾਰੀ ਉਹ ਲੋਕ ਤਾਂ ਕਰਨ ਜਿਹੜੇ IT ਵਿੰਗਾਂ ਦੇ ਜਾਂ ਜਿਨ੍ਹਾਂ ਨੇ ਪ੍ਰੋਪੋਗੰਡਾ ਕਰਨਾ ਹੁੰਦਾ, ਕਈ ਵਾਰੀ ਆਮ ਸਧਾਰਨ ਲੋਕ ਵੀ ਇਹ ਜਿਹੀਆਂ ਗੱਲਾਂ ਕਰਨ ਲੱਗ ਜਾਂਦੇ ਆ, ਝਿਜਕਣ ਲੱਗ ਜਾਂਦੇ ਆ, ਡਰਨ ਲੱਗ ਜਾਂਦੇ ਆ ਕੁਛ ਨਾਮਾਂ ਤੋਂ। ਮੈਨੂੰ ਨਹੀਂ ਲੱਗਦਾ ਵੀ ਸਾਨੂੰ ਐਡਾ ਝਿਜਕਣਾ ਚਾਹੀਦਾ ਜਾਂ ਡਰਨਾ ਚਾਹੀਦਾ। ਜੇ ਕਿਸੇ ਗੱਲ ਦੇ ਉੱਤੇ ਕਿਸੇ ਨੂੰ ਸ਼ੰਕਾ ਹੁੰਦੀ ਆ ਤਾਂ ਉਸ ਨੂੰ ਖੋਲ੍ਹ ਲੈਣੀ ਚਾਹੀਦੀ ਹੈ, ਉਸ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਆ। ਦੂਜੀ ਗੱਲ, ਸਾਡੇ 'ਚ ਵੀ ਹੈਗੀ ਕਮੀ ਇਸ ਚੀਜ਼ 'ਚ, ਅਸੀਂ ਦੋ ਰਾਏ ਨਹੀਂ ਹੈ। ਹੁਣ ਵੀ ਅਸੀਂ ਬੈਠੇ ਉਹੀ ਗੱਲਾਂ ਕਰ ਰਹੇ ਹਾਂ, ਬੜੇ ਸਹਿਜ ਨਾਲ ਗੱਲਾਂ ਕਰ ਰਹੇ ਹਾਂ, ਹਰ ਗੱਲ ਦਾ ਦਲੀਲ ਨਾਲ ਜਵਾਬ ਦਿੱਤਾ ਜਾ ਰਿਹਾ। ਪਰ ਕਈ ਵਾਰੀ ਅਸੀਂ ਥੋੜ੍ਹੇ ਜਿਹੇ ਗਰਮ ਹੋ ਜਾਂਦੇ ਹਾਂ, ਤੱਤੇ ਹੋ ਜਾਂਦੇ ਹਾਂ। ਸਾਡੇ ਨੌਜਵਾਨ ਖਾਸ ਕਰਕੇ, ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਇਹ ਗੱਲਾਂ ਸਿੱਖਣ ਲਈ ਤੁਸੀਂ ਆਪਦੇ ਤੋਂ ਵੱਡੇ ਸੀਨੀਅਰ ਬਜ਼ੁਰਗ ਉਹਨਾਂ ਨਾਲ ਬੈਠੋ, ਉਹਨਾਂ ਤੋਂ ਦਲੀਲਾਂ ਲਓ ਵੀ ਤੁਸੀਂ ਜਿਹਨੂੰ ਦਲੀਲ ਨਾਲ ਕਾਟ ਕਰ ਸਕਿਓ। ਕਿਸੇ ਨਾਲ ਲੜ ਕੇ ਕਾਟ ਨਹੀਂ ਹੋ ਸਕਦੀ, ਕਿਸੇ ਨੂੰ ਡਰਾ ਕੇ ਨਹੀਂ ਕਾਟ ਹੋ ਸਕਦੀ। ਸੋ ਕੋਸ਼ਿਸ਼ ਕਰਿਆ ਕਰੋ ਦਲੀਲ ਨਾਲ ਗੱਲ ਕਰਨ ਦੀ। ਸੋ ਦਲੀਲ ਨਾਲ ਵੀ ਤੁਸੀਂ ਕਿਸੇ ਵੀ ਮਸਲੇ ਦਾ ਹੱਲ ਕਰ ਸਕਦੇ ਹੋ। ਨੌਜਵਾਨ ਸਾਡੇ, ਵਾਹ ਜੀ ਵਾਹ, ਕਿਆ ਬਿਲਕੁਲ ਜੀ, ਅਗਲੀ ਜਨਰੇਸ਼ਨ ਆ। ਤੇ PhD ਕਾਹਦੇ ਤੇ ਕਰ ਰਹੇ ਹੋ ਤੁਸੀਂ ਕਾਕਾ ਜੀ? ਮੈਂ ਸਟਾਰਟਿੰਗ ਗੁਰੂ ਘਰ ਤੇ ਕਰ ਰਿਹਾ। ਵਾਹ ਜੀ ਵਾਹ, ਇਸੇ ਗੁਰੂ ਘਰ ਦੇ ਉੱਤੇ PhD ਕਰ ਰਹੇ ਹੋ। ਤੁਹਾਡਾ ਨਾਮ? ਤੇਜਪਾਲ ਸਿੰਘ ਬੈਣੀਵਾਲ। ਤੇਜਪਾਲ ਬਾਈ, ਤੁਸੀਂ ਕਿੱਥੋਂ, ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦੇ? ਪੰਜਾਬ ਤੋਂ ਤਾਂ ਅੰਮ੍ਰਿਤਸਰ, ਜੰਪਾਲ ਇੱਥੋਂ ਦਾ ਹੀ ਆ। ਇੱਥੋਂ ਦੇ ਆ। ਵਾਹ ਜੀ ਵਾਹ, ਕਿਆ ਬਾਤ ਹੈ। ਕਿੰਨੀ ਉਮਰ? ਉਮਰ 26 ਸਾਲਾਂ ਦੀ। 26 ਸਾਲਾਂ ਦੇ ਹੋ ਗਏ। ਸੋ ਕਿੱਥੋਂ ਤੱਕ ਪਹੁੰਚੀ ਤੁਹਾਡੀ PhD? ਬਸ ਹੁਣ ਅਖੀਰ ਤੱਕ ਹੀ ਆ, ਸਿਰਫ ਡਿਸਰਟੇਸ਼ਨ ਰਹਿ ਗਿਆ। ਅੱਛਾ। ਸੋ ਬਸ ਜਦੋਂ ਡਿਸਰਟੇਸ਼ਨ ਕੰਪਲੀਟ। ਕੀ ਇੱਥੇ ਇਸ ਗੁਰੂ ਘਰ ਦੇ ਉੱਤੇ ਪਹਿਲੀ PhD ਹੈ ਜਾਂ ਕਿਸੇ ਨੇ ਪਹਿਲਾਂ ਵੀ ਕੀਤੀ? ਨਹੀਂ, ਪਹਿਲੀ PhD ਹੋਊਗੀ, ਕਿਉਂਕਿ ਆਮ ਹੁਣ ਅਸੀਂ ਪੰਜਾਬੀ 'ਚ ਕਿਤਾਬਾਂ ਤਾਂ ਪੜ੍ਹਦੇ ਰਹਿੰਦੇ ਆ, ਪਰ
ਕੋਈ ਸਪੈਸੀਫਿਕਲੀ ਗੁਰੂ ਘਰ ਦੇ ਉੱਪਰ ਕਿਤਾਬ ਬਹੁਤ ਘੱਟ ਲਿਖੀਆਂ ਗਈਆਂ ਬਿਲਕੁਲ ਤੇ ਗੋਰਿਆਂ ਦੇ ਵਿੱਚ ਤੇ ਇੰਗਲਿਸ਼ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਲਿਖੀ ਗਈ। ਜੀ। ਜਿਹੜੇ ਪਹਿਲਾਂ ਆਏ ਸੀ ਤੇ ਸਿੱਖਾਂ ਬਾਰੇ ਗੱਲਬਾਤ ਕਰਦੇ ਸੀ ਅਮਰੀਕਾ 'ਚ, ਉਹਨਾਂ ਨੇ ਜਾਂ ਇੱਕ ਸੈਂਟੈਂਸ ਲਿਖਣਾ ਸੀ ਗੁਰੂ ਘਰ ਬਾਰੇ ਜਾਂ ਇੱਕ ਪੈਰਾਗ੍ਰਾਫ ਵੱਧ ਤੋਂ ਵੱਧ ਲਿਖਣਾ ਸੀ ਮਸਾ। ਸੋ ਸਭ ਤੋਂ ਪਹਿਲੇ ਹੀ ਫਿਰ PhD ਤਾਂ ਗੁਰੂ ਘਰ ਤੇ ਕਰਨ ਦਿਆ ਜੀ। ਤੁਹਾਨੂੰ ਸੁਹਾਗ ਮਿਲਿਆ, ਚਲੋ ਤੁਹਾਡੇ ਤੇ ਵਾਹਿਗੁਰੂ ਦੀ ਮਿਹਰ ਹੋਈ ਆ। ਸੋ ਬੜਾ ਚੰਗਾ ਲੱਗਿਆ ਨੌਜਵਾਨ ਹੋ ਕੇ। ਤੁਸੀਂ ਇਹ ਸਾਰੇ ਟਾਈਮ 'ਚ, ਹੁਣ ਮੈਨੂੰ ਲੱਗਦਾ ਕਾਫੀ ਟਾਈਮ ਹੋ ਗਿਆ ਹੋਣਾ ਤੁਸੀਂ ਇਹਦੇ ਗੋ ਥਰੂ ਹੋ ਰਹੇ ਹੋ ਤੇ ਇੱਕ ਯੰਗ ਜਨਰੇਸ਼ਨ ਵੀ ਹੋ, ਹਾਂਜੀ, ਆਪ ਦੀ ਸੋਚ ਮੁਤਾਬਕ ਦੱਸਿਓ ਵੀ ਕੀ ਮਹਿਸੂਸ ਕਰਦੇ ਹੋ ਸਾਰੇ ਚੀਜ਼ ਨੂੰ, ਕਿਸ ਲੈਵਲ ਤੇ ਦੇਖਦੇ ਹੋ ਕਿ PhD ਬਾਰੇ ਜਾਂ ਗੁਰੂ ਘਰ ਦੇ ਸਾਰੀ ਸਾਡੀ ਕੌਮ ਹੋਏ ਘਟਨਾਕ੍ਰਮ, ਇਸ ਗੁਰੂ ਘਰ ਦੇ ਘਟਨਾਕ੍ਰਮ, ਸਾਰੀ ਚੀਜ਼ ਬਾਰੇ ਤੁਸੀਂ ਖੁੱਲ੍ਹ ਕੇ ਦੱਸੋ ਕੋਈ ਨਹੀਂ। ਓਵਰਆਲ ਹਾਂਜੀ। ਗੱਲ ਇਹ ਆ ਕਿ ਜੇ ਅਸੀਂ ਹੁਣ ਆ ਜਿਹੜੇ ਕਾਗਜ਼ ਸਾਡੇ ਅੱਗੇ ਪਏ ਆ, ਜੇ ਅਸੀਂ ਇੱਕ ਵਾਰੀ ਪੜ੍ਹ ਕੇ ਦੇਖੀਏ ਕਿ ਉਹਨਾਂ ਨੇ ਗਦਰੀ ਬਾਬਾ ਨੇ ਲਿਖਿਆ ਕੀ ਆ, ਕਿ ਉਹ ਫੋਕਸ ਦਿੰਦੇ, ਉਹਨਾਂ ਨੇ ਸਕਾਲਰਸ਼ਿਪ ਹੁੰਦੇ ਸੀ ਗੁਰੂ ਘਰ ਕੋਲ, ਫਿਰ 2-3 ਘਰ ਵੀ ਬਰਕਲੀ ਹੁੰਦੇ ਸੀ ਜਿਹੜੇ ਨੌਜਵਾਨ ਉੱਥੇ ਜਾ ਕੇ ਫਿਰ ਫ੍ਰੀ ਆਫ ਚਾਰਜ ਰਹਿੰਦੇ ਸੀ ਤੇ ਟਿਊਸ਼ਨ ਵੀ ਉਹਨਾਂ ਦੀ ਪੇ ਹੁੰਦੀ ਸੀ। ਤੇ ਫਿਰ ਬੀਬੀਆਂ ਲਈ ਸਕੂਲ ਵੀ ਜਲੰਧਰ ਜ਼ਿਲ੍ਹੇ 'ਚ, ਲਾਹੌਰ 'ਚ ਵੀ ਸ਼ੁਰੂਆਤ ਇੱਥੋਂ ਫਿਰ ਪੈਸੇ ਭੇਜੇ ਸੀ ਤੇ ਆਜ਼ਾਦੀ ਦੀ ਲੜਾਈ ਵੀ ਇੱਥੋਂ ਗੁਰੂ ਘਰ ਗਈ ਸੀ। ਸੋ ਇਹ ਸਾਰਾ ਕੁਝ ਇੱਥੇ ਪਿਆ ਆ। ਗੱਲ ਸਾਡੀ ਇਹ ਆ ਕਿ ਪੜ੍ਹਨ ਦੀ ਲੋੜ ਆ, ਖੋਜ ਕਰਨ ਦੀ ਲੋੜ ਆ। ਤੇ ਜੇ ਖੋਜ ਕਰਦੇ ਆ, ਜੇ ਅਸੀਂ ਗੁਰੂ ਸਾਹਿਬ ਜੀ ਦਾ ਮੈਸੇਜ ਗਾਂ ਅੱਗੇ ਤੋਰਨਾ ਆ, ਸਾਨੂੰ ਇਤਿਹਾਸ ਦੇਖਣਾ ਪੈਣਾ ਕਿ ਇਤਿਹਾਸ 'ਚ ਲਿਖਿਆ ਕੀ ਆ, ਇਤਿਹਾਸ 'ਚ ਹੋਇਆ ਕੀ ਆ ਤੇ ਸਾਡੀ ਜ਼ਿੰਮੇਵਾਰੀ ਕੀ ਆ। ਸੋ ਜਦੋਂ ਤੁਸੀਂ ਸ਼ੁਰੂ ਕੀਤੀ ਸੀ, ਇੱਕ ਉਦੋਂ ਨਾ ਬੰਦੇ ਦੇ ਅੰਦਰ ਇੱਕ ਔਰਾ ਜਿਹਾ ਬਣਿਆ ਹੁੰਦਾ, ਇੱਕ ਦਿਮਾਗ ਦੇ ਵਿੱਚ ਇੱਕ ਪਿਕਚਰ ਬਣੀ ਹੁੰਦੀ ਹੈ ਵੀ ਕੀ ਹੋਊਗਾ। ਹਾਂਜੀ। ਉਦੋਂ ਤੁਹਾਨੂੰ ਕੀ ਲੱਗਿਆ, ਫਿਰ ਹੁਣ ਤੱਕ ਪਹੁੰਚ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ? ਮੈਨੂੰ ਪਹਿਲਾਂ ਇਹ ਸੀ, ਮੈਂ ਕਿਉਂਕਿ ਜਦੋਂ ਮੈਂ PhD ਪ੍ਰੋਗਰਾਮ ਵਾਸਤੇ ਅਪਲਾਈ ਕੀਤਾ ਸੀ, ਮੈਂ ਨਾਲ ਦੀ ਨਾਲ ਲਾਅ ਸਕੂਲ ਵਾਸਤੇ ਵੀ ਅਪਲਾਈ ਕੀਤਾ ਸੀ। ਐਡਮਿਸ਼ਨ ਲਾਅ ਸਕੂਲ ਵਿੱਚ ਵੀ ਮਿਲ ਗਈ ਸੀ ਤੇ ਇਹ ਇੱਕ PhD ਪ੍ਰੋਗਰਾਮ 'ਚ ਵੀ ਮਿਲ ਗਈ ਸੀ। ਪਰ ਮੈਨੂੰ ਇਦਾਂ ਲੱਗਿਆ ਫਿਰ ਵਕੀਲ ਸਾਡੇ ਬਹੁਤ ਆ ਤੇ ਸਾਡੇ PhD ਕਰਨ ਵਾਲੇ ਬਹੁਤ ਘੱਟ ਆ। ਤੇ ਮਕਸਦ ਮੇਰਾ ਇਹੀ ਸੀ ਕਿ ਅਸੀਂ ਸਟਾਕਟਨ ਗੁਰੂ ਘਰ ਨੂੰ ਅਸੀਂ ਇੱਕ ਨੈਸ਼ਨਲ ਲੈਵਲ ਤੇ ਅਸੀਂ ਨੈਸ਼ਨਲ ਹਿਸਟੋਰਿਕ ਲੈਂਡਮਾਰਕ ਬਣਾਇਆ ਜਾਵੇ। ਤੇ ਉਹਦੇ ਵਾਸਤੇ ਜਿਹੜੇ ਇੱਥੋਂ ਦੀ ਗਵਰਨਮੈਂਟ ਬਹੁਤ ਸਵਾਲ ਪੁੱਛਦੇ ਰਹਿੰਦੇ ਆ ਕਿ ਕਿਸ ਕਾਰਨ ਲਈ ਨੈਸ਼ਨਲ ਹਿਸਟੋਰਿਕ ਲੈਂਡਮਾਰਕ ਬਣਿਆ ਜਾਵੇ। ਸੋ ਉਹ ਖੋਜ ਸਾਡੇ ਕੋਲ ਕਾਗਜ਼ ਤਾਂ ਪਏ ਸੀ ਪਰ ਕਦੇ ਲਿਖਿਆ ਨਹੀਂ ਗਿਆ ਸੀ ਕਿ ਇੰਗਲਿਸ਼ 'ਚ। ਤੇ ਪਹਿਲਾਂ ਮੇਰਾ ਮਕਸਦ ਵੀ ਇਹੀ ਸੀ ਅਸੀਂ ਗਦਰ ਲਹਿਰ ਤੇ ਚਲੋ ਅਸੀਂ ਕਿਤਾਬ ਲਿਖੀਏ। ਪਰ ਫਿਰ ਜਦੋਂ ਸ਼ੁਰੂਆਤ ਹੋਈ ਸੀ ਦੇਖਿਆ ਕਿ ਗਦਰ ਲਹਿਰ 'ਚ ਕਾਫੀ ਕੁਝ ਲਿਖਿਆ ਗਿਆ ਰੈਡੀ, ਪਰ ਗੁਰੂ ਘਰ ਤੇ ਕੁਝ ਲਿਖਿਆ ਨਹੀਂ ਗਿਆ। ਸੋ ਇਹ ਮੇਰੀ ਸ਼ਿਫਟ ਹੋਈ ਸੀ ਕਿ ਸਿਰਫ ਗਦਰ ਲਹਿਰ ਤੋਂ ਲੈ ਕੇ ਹੁਣ ਸਿਰਫ ਮੇਨ ਫੋਕਸ ਗੁਰੂ ਘਰ ਤੇ ਹੋਊਗਾ। ਜੀ। ਸੋ ਇੰਜੋਏ ਕੀਤਾ ਸਾਰਾ ਸਫ਼ਰ? ਹਾਂਜੀ। ਇਹ ਸਾਰਾ ਕਰਨ ਤੋਂ ਬਾਅਦ ਦਾ ਤੁਹਾਡਾ ਕੀ ਮਕਸਦ ਆ, ਕੀ ਅੱਗੇ ਕੀ ਕਰਨਾ ਲਾਈਫ ਦੇ ਵਿੱਚ, ਕੀ ਸੋਚਦੇ ਹੋ? ਕਿਉਂਕਿ ਜਿਵੇਂ ਆ ਜਨਰੇਸ਼ਨ ਬੈਠੀ ਹੈ, ਇਹਨਾਂ ਨੇ ਪਾਸ ਆਨ ਕਰਤਾ ਤੁਹਾਨੂੰ ਬਹੁਤ ਕੁਝ, ਇਹਨਾਂ ਨੂੰ ਪਹਿਲਾਂ ਵਾਲਿਆਂ ਨੇ ਪਾਸ ਆਨ ਕਰਤਾ, ਤੁਸੀਂ ਕੀ ਸੋਚਦੇ ਹੋ? ਮੇਰੀ ਕੋਸ਼ਿਸ਼ ਇਹ ਆ ਕਿ ਜੇ ਅਸੀਂ ਦੂਜੀ ਕਮਿਊਨਿਟੀ ਵੱਲ ਦੇਖਦੇ ਆ, ਉਹਨਾਂ ਨੇ ਉਹਨਾਂ ਦਾ ਇਤਿਹਾਸ ਸੰਭਾਲਿਆ ਚੰਗੀ ਤਰ੍ਹਾਂ ਤੇ ਨਾਲ ਹੁਣ ਇਤਿਹਾਸ ਸਿਖਾਉਂਦੇ ਵੀ ਆ ਕਿਉਂਕਿ ਉਹਨਾਂ ਦੇ ਪ੍ਰੋਫੈਸਰ ਬਣੇ ਆ। ਹੁਣ ਸਾਡੇ ਵੀ 1900 ਜਿਹੜੇ ਸਿੰਘ ਸਭਾ ਲਹਿਰ ਚੱਲੀ ਸੀ, ਸਾਡੇ ਪ੍ਰੋਫੈਸਰ ਹੈਗੇ ਸੀ ਉਸ ਸਮੇਂ 'ਚ। ਪਰ ਅੱਜ ਦੇ ਸਮੇਂ ਕੋਈ UC ਲੈਵਲ ਜਾਂ ਕੋਈ ਯੂਨੀਵਰਸਿਟੀ ਲੈਵਲ ਤੇ ਸਾਡੇ ਪ੍ਰੋਫੈਸਰ ਬਹੁਤ ਘੱਟ ਆ ਜਿਹਨਾਂ ਕੋਲ ਸਿੱਖੀ ਸੋਚ ਹੈਗੀ ਆ। ਤੇ ਮੇਰੇ ਖਿਆਲ ਤੋਂ ਇਹ ਸਾਡੀ ਕਮੀ ਰਹਿ ਗਈ ਆ ਕਿ ਸਾਡੇ ਬਿਜ਼ਨਸ ਵੀ ਵਧੀਆ ਆ, ਡਾਕਟਰ ਵੀ ਸਾਡੇ ਬਹੁਤ ਆ, ਵਕੀਲ ਬਹੁਤ ਆ, ਇੰਜੀਨੀਅਰ ਬਹੁਤ ਆ, ਵਧੀਆ ਗੱਲ ਆ। ਪਰ ਸਾਡੇ ਪ੍ਰੋਫੈਸਰ ਬਹੁਤ ਘੱਟ ਆ ਜਿਨ੍ਹਾਂ ਨੇ ਗਾਂ ਫਿਰ ਇਤਿਹਾਸ ਤੋੜਨਾ ਜਾਂ ਲੋਕਾਂ ਨੂੰ ਸਿਖਾਉਣਾ, ਸੋਸ਼ਲ ਸਾਇੰਸ ਦੇਣੀ ਅੱਗੇ, ਸੋਸ਼ਲ ਸਾਇੰਸ ਹਿਊਮੈਨਿਟੀਜ਼ ਬਹੁਤ ਘੱਟ ਆ। ਸੋ ਇਹ ਵੱਡੀ ਗੱਲ ਹੈ। ਸੋ ਮੇਰੀ ਕੋਸ਼ਿਸ਼ ਇਹ ਹੀ ਆ ਕਿ ਅਸੀਂ ਗਾਂ ਅਗਲੀ ਪੀੜ੍ਹੀ ਨੂੰ ਕਿੱਦਾਂ ਇਹ ਇਤਿਹਾਸ ਸਮਝਾਈਏ, ਕਿੱਦਾਂ ਸਿਖਾਈਏ, ਕਿਉਂਕਿ ਡਿਸਕਨੈਕਟ ਹੋ ਜਾਂਦਾ ਜਿਹਨਾਂ ਦਾ ਜੰਪਲ ਇੱਥੋਂ ਦਾ ਆ ਤੇ ਜਿਹਨਾਂ ਦਾ ਪੰਜਾਬ ਦਾ ਆ, ਡਿਸਕਨੈਕਟ ਤਾਂ ਹੈਗਾ ਹੀ ਆ। ਸੋ ਅਸੀਂ ਜਿਹਨਾਂ ਦਾ ਜੰਪਲ ਇੱਥੋਂ ਦਾ ਆ ਉਹਨਾਂ ਨੂੰ ਕਿੱਦਾਂ ਸਮਝਾਈਏ, ਕਿਉਂਕਿ ਇਹ ਹੁਣ ਕਾਗਜ਼ ਪੰਜਾਬੀ 'ਚ ਆ ਕਾਫੀ, ਕਈ ਨੂੰ ਪੰਜਾਬੀ ਪੜ੍ਹ ਨਹੀਂ ਸਕਦੇ ਨਾ ਸਮਝਦੇ, ਉਹਨਾਂ ਨੂੰ ਅਸੀਂ ਕਿੱਦਾਂ ਸਮਝਾਈਏ। ਸੋ ਇਹ ਵਿਜ਼ਨ ਮੇਰਾ ਤਾਂ ਫਿਊਚਰ ਇਹੀ ਗੋਲ ਹੈ ਕਿ ਪ੍ਰੋਫੈਸਰ ਦੀ ਡਿਊਟੀ ਨਿਭਾਈਏ ਜੀ। ਪਰ ਚਲੋ ਰੱਬ ਹੀ ਜਾਣ ਕੇ ਨਹੀਂ, ਜਦੋਂ ਬੰਦਾ ਰਾਹ ਤੁਰ ਪੈਂਦਾ ਅਕਾਲ ਪੁਰਖ ਨਾਲ ਆ ਕੇ ਖੜ ਜਾਂਦੇ ਆ, ਉਹ ਨਹੀਂ ਕੋਈ ਰੌਲਾ, ਨੀਅਤ ਨੀਤੀ ਸਾਫ਼ ਰੱਖਣੀ ਚਾਹੀਦੀ ਆ। ਇੱਕ ਮੈਂ ਜ਼ਰੂਰ ਇਹ ਪੁੱਛਣਾ ਚਾਹੂੰਗਾ, ਇੱਕ ਔਕੜ ਜ਼ਰੂਰ ਆਈ ਹੋਊਗੀ ਜਾਂ ਔਕੜਾਂ ਆਉਂਦੀਆਂ ਅਕਸਰ,
ਉਹ ਆਉਂਦੀਆਂ ਨਾਲ ਦੀ ਜਨਰੇਸ਼ਨ ਦੀਆਂ, ਨੇੜੇ ਦੇ ਜੋ ਬੱਚੇ ਜਿਹੜੇ ਤੁਹਾਡੇ ਨਾਲ ਗਰੋ ਅਪ ਹੋਏ ਆ ਉਹਨਾਂ ਨੇ ਕਿਤੇ ਇਸ ਗੱਲ ਪਿਆ ਵੀ ਇਹ ਕਿਹੜੇ ਰਾਹ ਤੁਰ ਪਿਆ ਤੂੰ, ਆ ਮੌਜ ਮਸਤੀ ਦਾ ਟਾਈਮ ਆ, ਮਾਫੀ ਚਾਹਣਾ ਹੈਗਾ ਤੁਹਾਨੂੰ ਵੀ ਕਿਸੇ ਨੇ? ਮੈਨੂੰ ਨੌਜਵਾਨ ਤੋਂ ਵੀ ਇਹ ਗੱਲ ਆਈ ਆ, ਪਰ ਮੈਂ ਵੱਡਿਆਂ ਤੋਂ ਸਿਆਣਿਆਂ ਤੋਂ ਵੀ ਸੁਣੀ ਆ ਗੱਲ। ਕਿਉਂਕਿ ਉਹਨਾਂ ਨੇ ਵੀ ਕਿਹਾ ਕਿ ਤੂੰ ਵਕੀਲ ਬਣ ਜਾਣਾ ਸੀ, ਕਿਉਂਕਿ ਹੁਣ ਮੇਰਾ 5ਵਾਂ ਸਾਲ ਦੀ ਸਮਾਪਤੀ ਹੋਣ ਵਾਲੀ ਆ। ਲਾਅ ਸਕੂਲ ਤਾਂ 3 ਸਾਲਾਂ ਚ ਸਮਾਪਤੀ ਕਰਕੇ ਮੈਂ ਹੁਣ ਜੌਬ ਕਰ ਸਕਦਾ ਸੀ, ਵਧੀਆ ਜੌਬ ਕਰ ਸਕਦਾ ਸੀ। ਇਹ ਵੱਡਿਆਂ ਨੇ ਵੀ ਮੈਨੂੰ ਕਿਹਾ ਸੀ, ਛੋਟਿਆਂ ਨੇ ਵੀ ਕਿਹਾ ਸੀ, ਪਰ ਸਪੋਰਟ ਵੀ ਦੋਨੋਂ ਪਾਸੋਂ ਮਿਲਦੀ ਆ। ਹਾਂਜੀ, ਚਲੋ ਸਾਰੀਆਂ ਤਾਂ ਇੱਕੋ ਜਿਹੇ ਨਹੀਂ ਹੁੰਦੇ, 2-4% ਲੋਕ ਹੀ ਹਮੇਸ਼ਾ। ਮੈਂ ਵੈਸੇ ਤਾਂ ਬਾਬੇ ਨੇ ਆਪਾਂ ਨੂੰ ਕਿਹਾ ਵੀ ਕੋਈ ਮਾੜਾ ਹੈ ਹੀ ਨਹੀਂ, ਆਪਾਂ ਹੀ ਮਾੜੇ ਆ ਤੇ ਦੂਜੇ ਤਾਂ ਸਾਰੇ ਚੰਗੇ ਹੀ ਆ, ਪਰ ਫਿਰ ਵੀ ਹਰ ਥਾਂ ਤੇ 2-4% ਹੁੰਦੇ ਆ ਜਿਨ੍ਹਾਂ ਦਾ ਕੰਮ ਹੀ ਇਹ ਹੁੰਦਾ, ਉਹਨਾਂ ਦੀ ਡਿਊਟੀ ਅਕਾਲ ਪੁਰਖ ਵੀ ਨਹੀਂ ਲੱਗੀ ਹੁੰਦੀ ਇਸ ਕੰਮ ਤੇ। ਸੋ ਚੰਗੀ ਗੱਲ ਆ, ਜ਼ਿਆਦਾਤਰ ਲੋਕ ਉਹ ਆ ਜਿਹੜਾ ਤੁਹਾਨੂੰ ਹੌਸਲਾ ਦਿੰਦੇ ਆ, ਤੇ ਅਸੀਂ ਅਰਦਾਸ ਦੁਆ ਵੀ ਕਰਦੇ ਹਾਂ ਸਾਡੇ ਵੱਲੋਂ ਤੇ ਵੀ ਛੇਤੀ ਤੁਸੀਂ ਇੱਕ ਪ੍ਰੋਫੈਸਰ ਬਣੋ, ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਵਿਜ਼ਿਟਿੰਗ ਪ੍ਰੋਫੈਸਰ ਦੇ ਤੌਰ ਤੇ ਤੁਹਾਨੂੰ ਆਸਟ੍ਰੇਲੀਆ ਬੁਲਾਵਾਂਗੇ। ਵੱਡੀ ਗੱਲ ਆ ਜੀ। ਹੋਰ ਸਾਰੇ ਘਟਨਾਕ੍ਰਮ 'ਚ ਕੋਈ ਵੀ ਆਪਾਂ ਇੱਕ ਬੇਨਤੀ ਕਰਨੀ ਕਲੋਜ਼ਿੰਗ ਲਈ। ਜੀ ਸਾਡੇ ਛੋਟੇ ਬੇਟੇ ਨੇ, ਦੇਖੋ ਅਸੀਂ ਚਾਹੁੰਦੇ ਹਾਂ, ਦੇਖੋ ਡਾਕਟਰ ਵਕੀਲ ਇੱਕ ਪ੍ਰੋਫੈਸ਼ਨ ਆ ਜੀ, ਜਿਹੜੀ ਬੇਟਾ ਫੀਲਡ ਕਰ ਰਿਹਾ ਨਾ, ਸਾਡੇ ਬੱਚਿਆਂ ਨੂੰ ਇਹ ਫੀਲਡ ਬਹੁਤ ਜ਼ਰੂਰੀ ਆ। ਬਿਲਕੁਲ ਜੇ ਆਪਾਂ ਕਮਿਊਨਿਟੀ ਨੂੰ ਆਪਣਾ ਮੈਸੇਜ ਕਹਾਂ ਜਾ ਕੇ ਜਾਣਾ, ਤੁਸੀਂ ਪੈਸੇ ਕਮਾ ਸਕਦੇ ਆ ਪ੍ਰੋਫੈਸ਼ਨ ਵਿੱਚ, ਪਰ ਆਪਣੀ ਕਮਿਊਨਿਟੀ ਦੀ ਇੰਨਾ ਸੇਵਾ ਨਹੀਂ ਕਰ ਸਕਦੇ ਜਿੰਨੀ ਐਜੂਕੇਸ਼ਨ ਗਦਰੀ ਬਾਬਿਆਂ ਦੇ ਹੋਏ ਸੀਗਾ। ਵੀ ਐਜੂਕੇਟ ਹੋ ਗਏ ਤੁਸੀਂ ਕਮਿਊਨਿਟੀ ਦੀ ਵੀ ਆਪਣਾ ਯੋਗਦਾਨ ਪਾ ਸਕੋ। ਦੁਨੀਆ ਬੈਠੇ ਬੱਚਿਆਂ ਨੂੰ ਇਹ ਕਹਿੰਦੇ ਇਹਨਾਂ ਕੰਟਰੀਆਂ ਸਾਨੂੰ ਰੋਟੀ ਤਾਂ ਮਿਲੀ ਜਾਣੀ ਆ, ਭਾਵੇਂ ਇੱਥੇ ਲੇਬਰ ਦੀ ਵੀ ਇੰਨੀ ਆ ਲੋੜ ਆ, ਪਰ ਉਹ ਕਰੋ ਜਿਹੜਾ ਤੁਹਾਡੀ ਕਮਿਊਨਿਟੀ 'ਚ ਵੀ ਕੋਈ ਬੈਨੀਫਿਟ ਹੋਵੇ। ਡਾਕਟਰ ਵਕੀਲ ਬਹੁਤ ਵਾ, ਇੱਕ ਤੁਸੀਂ ਰੋਟੀ ਆਪਣੇ ਟੱਬਰ ਨੂੰ ਵਧੀਆ ਦੇ ਸਕੋਗੇ। ਜੇ ਬੱਚੇ ਨੇ PhD ਕੀਤੀ ਆ, ਰੋਟੀ ਤਾਂ ਭੁੱਖਾ ਐਨ ਵੀ ਨਹੀਂ ਮਾਰਨਾ, ਮਹਾਰਾਜ ਦੀ ਕਿਰਪਾ ਨਾਲ ਕਮਿਊਨਿਟੀ ਨੂੰ ਵੀ ਕੁਝ ਦੇ ਕੇ ਜਾਊਗਾ। ਸਾਨੂੰ ਗਾਹਾਂ ਬੱਚਿਆਂ ਨੂੰ ਇਹੋ ਬੇਨਤੀ ਕਰਨੀ ਚਾਹੀਦੀ ਆ ਵੀ ਚਲੋ ਲੋੜ ਸੀ ਇੱਕਦਮ, ਜਦੋਂ ਸਾਡੇ ਕੋਲ ਕੁਛ ਨਹੀਂ ਸੀ, ਉਦੋਂ ਡਾਕਟਰ ਵਕੀਲ ਬਹੁਤ ਵਧੀਆ ਲੱਗਦੇ ਸੀ, ਹੁਣ ਤਾਂ ਬਹੁਤ ਹੋ ਗਿਆ, ਹੁਣ ਗਾਹਾਂ PhD ਵੱਲੋਂ ਕਰੀਏ ਆਪਾਂ ਵੀ ਸ਼ੁਰੂ। ਹਾਂਜੀ, ਨਾਲ ਹੀ ਥੋੜਾ ਜਿਹਾ ਕਮੈਂਟ ਮੈਂ ਵੀ ਕਰਨਾ ਚਾਹੂੰਗਾ ਇਸ ਚੀਜ਼ ਦੇ ਉੱਤੇ। ਜੀ ਦੇਖੋ, ਹਰ ਇੱਕ ਬੰਦਾ ਆਪਾਂ ਸਾਰੇ ਜਣੇ ਆਪਣੇ ਆਪਣੀ ਸੋਚ ਨੂੰ ਸੋਚ ਕੇ ਦੇਖੀਏ, ਰਾਈਟ। ਹਰ ਇੱਕ ਬੰਦਾ ਚਾਹੁੰਦਾ ਕਿ ਮੇਰੇ ਮਰਨ ਤੋਂ ਬਾਅਦ ਮੇਰਾ ਨਾਂ ਰਵੇ। ਬਿਲਕੁਲ, ਇਸੇ ਕਰਕੇ ਜ਼ਿਆਦਾ ਪੁੱਤ ਦੀ ਲੋੜ ਨੂੰ ਮਹਿਸੂਸ ਕੀਤਾ ਜਾਂਦਾ, ਧੀਆਂ ਨੂੰ, ਸਾਰਾ ਤੁਸੀਂ ਜਾਣਦੇ ਆ, ਰਾਈਟ। ਪਰ ਜਦੋਂ ਗਦਰੀ ਬਾਬਿਆਂ ਦੀ ਸੋਚ ਨੂੰ ਸੋਚ ਕੇ ਦੇਖੋ, ਬਾਬਾ ਫਰੀਦ ਜੀ, ਬਾਬਾ ਕਬੀਰ ਜੀ, ਭਗਤ ਨਾਮਦੇਵ ਜੀ, ਕਿੰਨੇ 100 ਸਾਲ ਹੋ ਗਏ ਉਹਨਾਂ ਦਾ ਨਾਂ ਹੈਗਾ, ਉਵੇਂ ਆ ਤੇ ਰਹਿੰਦੀ ਦੁਨੀਆ ਤੱਕ ਚੱਲਣਾ ਰਹੂਗਾ, ਉਵੇਂ ਚੱਲਣਾ। ਗਦਰੀ ਬਾਬਿਆਂ ਦੀ ਤੁਸੀਂ ਗੱਲ ਸਵਾਲ ਭਾਜੀ ਨੂੰ ਪੁੱਛਿਆ ਸੀਗਾ ਤੇ ਗਦਰੀ ਬਾਬੇ ਜਿਹੜੀ ਜ਼ਿੰਦਗੀ ਆ ਛੱਡ ਕੇ ਤਾਂ ਕਿਹੜੀ ਚੀਜ਼ ਜਿਹੜੀ ਖਿੱਚ ਕੇ ਲੈ ਗਏ ਪਿੱਛੇ ਨੂੰ, ਰਾਈਟ। ਅੱਜ ਜਿਹੜੀ ਚੀਜ਼ ਦੀ ਘਾਟ ਆ ਨਾ ਸਾਡੇ ਵਿੱਚ, ਅਸੀਂ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਹਾਂ, ਅਸੀਂ ਗੁਰੂ ਸਾਹਿਬ ਨੂੰ ਕਹਿੰਦੇ ਤੂੰ ਸਾਡਾ ਗੁਰੂ ਆ, ਪਰ ਅਸੀਂ ਤੇਰੀ ਗੱਲ ਨਹੀਂ ਮੰਨਣੀ, ਮੱਥਾ ਵੀ ਤੈਨੂੰ ਟੇਕਣਾ ਪਰ ਤੇਰੀ ਗੱਲ ਨਹੀਂ ਮੰਨਣੀ। ਅਸੀਂ ਰੱਬ ਨੂੰ ਅੱਜ ਜੱਬ ਬਣਾ ਲਿਆ, ਸਭ ਤੋਂ ਵੱਡਾ ਜਿਹੜਾ ਕਾਰਨ। ਅਸੀਂ ਰੱਬ ਨੂੰ ਰੱਬ ਨਹੀਂ ਮੰਨਦੇ, ਰੱਬ ਨੂੰ ਇੱਕ ਬਹੁਤ ਵੱਡਾ ਜੱਬ ਬਣਾ ਲਿਆ, ਲੜਾਈ ਦਾ ਘਰ ਬਣਾ ਲਿਆ ਰੱਬ ਨੂੰ। ਜਦੋਂ ਹੁਣ ਜਿਹੜੇ ਗੁਰੂ ਸਾਹਿਬ ਸਾਨੂੰ ਗੱਲ ਸਮਝਾਉਂਦੇ ਸੀਗੇ ਬਾਣੀ ਦੇ ਵਿੱਚ, ਵੀ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ, ਚਾਰੋਂ ਧੂੜ ਬਣ ਜਾ ਸਾਰਿਆਂ ਦੀ, ਫਿਰ ਗੁਰੂ ਦੇ ਦਰ ਤੇ ਤੂੰ ਪ੍ਰਵਾਨ ਆ। ਇਹ ਗਦਰੀ ਬਾਬਿਆਂ ਨੂੰ ਪਤਾ ਸੀ ਵੀ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਕਿਵੇਂ ਸਾਂਭੀ ਜਾਣੀ ਆ। ਉਸ ਚੀਜ਼ ਨੂੰ ਲੈ ਕੇ ਤੇ ਉਸ ਚੀਜ਼ ਦਾ ਵਿਜ਼ਨ ਲੈ ਕੇ ਅੱਜ ਅਸੀਂ ਇੱਥੇ ਬੈਠੇ ਆ ਨਾ, ਸਾਡੇ ਦਾੜੀ ਕੇਸ ਆ, ਦਸਤਾਰਾਂ ਆ, ਅਸੀਂ ਕੰਮਕਾਰ ਤੇ ਜਾਂਦੇ ਆ। ਅੱਜ ਨਹੀਂ ਡਿਸਕ੍ਰਿਮੀਨੇਸ਼ਨ ਕੋਈ ਕਿਸੇ ਨਾਲ ਵਾਧਾ ਘਾਟਾ ਨਹੀਂ ਹੋ ਰਿਹਾ, ਰਾਈਟ। ਉਸ ਵੇਲੇ ਦਾ ਇਤਿਹਾਸ ਪੜ੍ਹੋ ਜਿਹੜਾ ਗਦਰੀ ਬਾਬਿਆਂ ਨੇ ਲਿਖਿਆ, ਭਈ ਫਲਾਨਾ ਸਿੰਘ ਸਟੋਰ ਦੇ ਵਿੱਚ ਗਿਆ ਸਮਾਨ ਲੈਣ, ਗਰੋਸਰੀ ਸਟੋਰ ਦੇ ਵਿੱਚ, ਉੱਥੇ ਉਹਦੇ ਤੇ ਏਦਾਂ ਮਾਰਿਆ ਗਿਆ ਕੁਛ, ਉਹਨੂੰ ਰੈਗ ਹੈਡ ਸੱਦਿਆ ਗਿਆ, ਉੱਤੇ ਗਲਤ ਕਮੈਂਟ ਕੱਸੇ ਗਏ, ਉਹਨੇ ਫਿਰ ਵੀ ਦਸਤਾਰਾਂ ਨਹੀਂ ਲਾਈਆਂ, ਨਾ ਦਾੜੀ ਕੇਸ ਕਟਾਏ। ਉਹਨੇ ਆਪਣੀ ਹੋਂਦ ਦੀ ਲੜਾਈ ਲੜੀ ਆ ਤੇ ਹੋਂਦ ਨੂੰ ਪ੍ਰਗਟ ਕਰਕੇ ਦੁਨੀਆ ਦੇ ਸਾਹਮਣੇ ਰੱਖਤਾ। ਅੱਜ ਉਹਨਾਂ ਦੀ ਬਦੌਲਤ ਆ ਵੀ ਇਸ ਸਥਾਨ ਤੋਂ 1999 ਤੋਂ ਨਗਰ ਕੀਰਤਨ ਨਿਕਲਦਾ, ਆ 23ਵਾਂ ਨਗਰ ਕੀਰਤਨ ਆ। ਖਾਲਸਾ ਦੇ ਜਾਲੋ ਜਲਾਲ ਦਾ ਪੂਰਾ ਸਾਜਨਾ ਦਿਵਸ ਨੂੰ ਸਮਰਪਿਤ ਹੁੰਦਾ ਹਰੇਕ ਸਾਲ ਵਿਸਾਖੀ ਦੇ ਦਿਹਾੜੇ ਦੇ ਉੱਤੇ। ਅੱਜ ਉਸ ਦੀ ਬਦੌਲਤ ਨੂੰ ਲੈ ਕੇ ਅਸੀਂ ਉਹਨਾਂ ਗਦਰੀ ਬਾਬੇ ਨੇ ਤਾਂ ਹੀ ਗਏ ਸੀਗੇ, ਉਹਨਾਂ ਦੀ ਸੋਚ ਜਿੰਦਾ ਆ ਅੱਜ ਵੀ ਇਸ ਸਥਾਨ ਤੇ ਜਿੰਦੀ ਆ ਸੋਚ, ਉਹਦਾ ਪ੍ਰਤੱਖ ਰੂਪ ਆ ਵੱਡੇ ਬੇਟਾ ਜਾਂਦਾ ਪ੍ਰਤੱਖ ਆ ਜਾਂਦਾ। ਮਤਲਬ ਤੁਸੀਂ ਇਸ ਚੀਜ਼ ਨੂੰ ਦੇਖ ਸਕਦੇ ਆ ਕਿ
ਇੱਥੇ ਲੱਖਾਂ ਹੀ ਪੈਸਿਆਂ ਵਾਲੇ ਗਏ ਆ, ਹੁਣ ਦੇ ਜ਼ਮਾਨੇ 'ਚ ਵੀ ਗਏ ਆ, ਨਾਂ ਨਹੀਂ ਲੈਂਦਾ ਕੋਈ ਬਾਅਦ 'ਚ ਉਹਨਾਂ ਦਾ। 10 ਦਿਨਾਂ ਤੋਂ ਬਾਅਦ 10ਵਾਂ ਦਿਨ ਵੀ ਪਰਿਵਾਰ ਹੀ ਲੈਂਦਾ ਹੋਊਗਾ। ਮੇਰਾ ਖਿਆਲ ਆਮ ਜਨਤਾ ਨੂੰ ਨਹੀਂ ਪਤਾ ਵੀ 10ਵੇਂ ਦਿਨ ਕੀ ਹੁੰਦਾ। ਨਹੀਂ ਪਤਾ। ਅੱਜ ਵੀ ਮਿਲੀਅਨਰ ਬੰਦਾ ਚੱਲ ਜਾਵੇ ਕੋਈ ਨਹੀਂ ਪੁੱਛਦਾ, ਪਰ ਪੁੱਛ ਗਿੱਛ ਉਹਦੀ ਉਹ ਰਹਿਣੀ ਆ ਜਿਹਦੇ ਅੰਦਰ ਆਹ ਪਿਆਰ ਹੋਇਆ ਵੀ ਮੈਂ ਜੋ ਇਤਿਹਾਸ ਸਾਡੇ ਬਾਬਿਆਂ ਨੇ ਸਿਰਜਿਆ ਗੁਰੂ ਸਾਹਿਬ ਦੇ ਇੱਕ ਸੰਦੇਸ਼ ਨੂੰ ਲੈ ਕੇ। ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਦੇ ਨਾਲ, ਬਾਬਰ ਨੂੰ ਕੀ ਕਿਹਾ ਸੀ? ਜਾਬਰ, ਰਾਜੇਸ਼ੀ ਮੁਕੱਦਮ ਕੁੱਤੇ, ਰਾਈਟ। ਮਤਲਬ ਜਿਹੜੀ ਗੱਲ ਦੀ ਇੱਕ ਹੋਂਦ ਦੀ ਲੜਾਈ ਗੁਰੂ ਨਾਨਕ ਨੇ ਥੰਮੀ ਸੀ, ਬਾਬਾ ਫਰੀਦ ਜੀ ਨੂੰ, ਭਗਤ ਕਬੀਰ ਜੀ ਨੂੰ ਇੱਕ ਵੱਖਰੇ ਰੱਬ ਨੂੰ ਮੰਨਣ ਦੇ ਤੌਰ ਤੇ ਹਾਥੀਆਂ ਮੋਹਰੇ ਬੰਨ੍ਹ ਕੇ ਸਿੱਟਿਆ, ਜੰਜੀਰਾਂ 'ਚ ਜਕੜਿਆ, ਪਰ ਗੁਰੂ ਨਾਨਕ ਨੇ ਕਿਹਾ ਨਹੀਂ, ਉਹਨਾਂ ਦੀ ਸੋਚ ਆਜ਼ਾਦ ਕਰਾਉਣੀ ਆ ਤੇ ਮੈਂ ਆਪਣੀ ਸੋਚ ਵੀ ਆਜ਼ਾਦ ਰੱਖਣੀ ਆ। ਉਸੇ ਵਿਜ਼ਨ ਨੂੰ ਲੈ ਕੇ ਇੱਥੇ ਕਾਲੇ ਪਾਣੀਆਂ ਦੀਆਂ ਸਜ਼ਾ ਹੋਈਆਂ, ਸਾਰਾ ਕੁਛ ਹੈ, ਗਦਰੀ ਬਾਬੇ ਇੱਥੇ ਆਏ, ਉਹਨੇ ਵਿਜ਼ਨ ਨਹੀਂ ਛੱਡਿਆ। ਅੱਜ ਨਾ ਇੱਥੇ ਅੱਜ ਜਿੰਨੇ ਆਪਾਂ ਸਿੰਘ ਬੈਠੇ ਆ, ਕਿਸੇ ਨੂੰ ਕਹਿ ਦੋ ਵੀ ਆਪਾਂ ਸਰੂਪ ਲੈ ਕੇ ਆਉਣਾ, ਚਲੋ ਚਲੀਏ, ਇੱਥੋਂ 20 ਕਿਲੋਮੀਟਰ ਤੇ ਹੀ ਆ ਜਾਂ 20 ਮਾਈਲ ਦੇ ਉੱਤੇ ਆ, ਗੱਡੀ 'ਚ ਬਹਿ ਕੇ ਜਾਣ ਨੂੰ ਵੀ ਬਹੁਤ ਘੱਟ ਤਿਆਰ ਹੁੰਦੇ ਆ, ਕਹਿੰਦਾ ਯਾਰ ਤੁਸੀਂ ਲੈ ਆਓ ਜਾ। ਇੱਥੇ ਸਰੂਪ ਕੈਨੇਡਾ ਤੋਂ ਲੈ ਕੇ ਆਉਣਾ ਕਿਹੜਾ ਸਾਧਨ ਸੀਗਾ। ਇਸ ਚੀਜ਼ਾਂ ਨੂੰ ਲੈ ਕੇ ਸਾਨੂੰ ਪਿੱਛੇ ਆਪਣਾ ਵਿਜ਼ਨ ਘੱਟੋ ਘੱਟ ਸਾਨੂੰ 100 ਸਾਲ ਪਿੱਛੇ ਤਾਂ ਚੱਲੋ ਆਪਣੇ ਆਪ ਨੂੰ। ਅੱਜ ਤੁਸੀਂ ਏਸੀ ਕਾਰਾਂ 'ਚ ਘੁੰਮਦੇ ਆ, ਏਸੀ ਕਾਰਾਂ ਨੂੰ ਆਈਆਂ ਨੂੰ ਕਿੰਨਾ ਚਿਰ ਹੋਇਆ? 20 ਸਾਲ। ਕਾਰਾਂ ਆਈਆਂ ਨੂੰ ਕਿੰਨਾ ਚੱਕਰ ਹੋਇਆ, ਰਾਈਟ। ਕਿੱਦਾਂ ਮਹਾਰਾਜ ਦਾ ਸਰੂਪ ਲਿਆਂਦਾ ਹੋਊਗਾ ਯਾਰ, ਕਿੰਨਾ ਕੁ ਪਿਆਰ ਹੋਊਗਾ ਉਹਨਾਂ ਦੇ ਅੰਦਰ। ਅਸੀਂ ਆਸਟ੍ਰੇਲੀਆ ਬੈਠੇ ਆ, ਅਸੀਂ ਜਰਮਨ ਬੈਠੇ ਆ, ਅਸੀਂ ਇੰਗਲੈਂਡ ਬੈਠੇ ਆ, ਅਸੀਂ ਗੁਰੂ ਸਾਹਿਬ ਨਾਲ ਇੰਨਾ ਪਿਆਰ ਕਰਦੇ ਆ? ਨਹੀਂ ਕਰਦੇ। ਪਰ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਹੋਂਦ ਦੀ ਸਮਾਪਤੀ ਆਪਣੀ ਚਾਹੁੰਦੇ ਆ ਕਿ ਦੇਸ਼ ਪੰਜਾਬ ਆਜ਼ਾਦ ਦੇਸ਼ ਪੰਜਾਬ ਹੋਵੇ, ਉਹਦੀ ਆਪਣੀ ਇੱਕ ਵੱਖਰੀ ਹੋਂਦ ਹੋਵੇ, ਉਹਦੀ ਵੱਖਰੀ ਹੋਂਦ ਡਿਪੈਂਡ ਕਰਦੀ ਆ ਕੱਲੇ ਕੱਲੇ ਦੀ ਹੋਂਦ ਦੇ ਨਾਲ, ਕੱਲੇ ਕੱਲੇ ਗੁਰਸਿੱਖ ਦੀ ਹੋਂਦ ਦੇ ਨਾਲ ਜੁੜੀ ਹੋਈ ਆ। ਜਿੱਦਾਂ ਇਹ ਬੱਚੇ ਨੇ ਪਿਆਰ ਕੀਤਾ, ਜੇ ਸਾਰੇ ਇਦਾਂ ਪਿਆਰ ਕਰਨ ਕਿ ਮੈਨੂੰ ਪੈਸਾ ਨਹੀਂ ਚਾਹੀਦਾ, ਪਰ ਮੈਨੂੰ ਚਾਹੀਦਾ ਗਦਰੀ ਬਾਬਿਆਂ ਦਾ ਪਿਆਰ, ਮੈਨੂੰ ਚਾਹੀਦਾ ਗੁਰੂ ਸਾਹਿਬ ਦੀ ਗੋਦ, ਮੇਰੇ ਮਰਨ ਤੋਂ ਬਾਅਦ ਵੀ ਮੈਨੂੰ ਕੋਈ ਚੇਤੇ ਕਰੇ। ਅੱਜ ਆਪਾਂ ਸਾਰੇ ਗਦਰੀ ਬਾਬੇ ਅੱਜ ਕਿਤੇ ਗਏ ਥੋੜੀ ਆ, ਉਹਨਾਂ ਦੇ ਰਜਿਸਟਰ ਪਏ ਆ, ਤੁਸੀਂ ਘੁੱਟ ਕੇ ਸੀਨੇ ਨਾਲ ਲਾ ਕੇ ਨਾ ਦੇਖੋ, ਇਦਾਂ ਸਾਡੇ ਠੰਡ ਪੈਂਦੀ ਆ, ਮਹਿਸੂਸ ਹੁੰਦੀ ਹੈ, ਤੁਹਾਨੂੰ ਮਹਿਸੂਸ ਹੁੰਦਾ ਕਿ ਸਾਡੇ ਮਾਂ-ਬਾਪ ਆ ਸਾਰੇ ਜਿੰਦੇ ਇੱਥੇ ਜਿੰਦਾ ਸਾਡੇ ਕੋਲ ਬੈਠੇ ਆ। ਜਿੱਦਾਂ ਉਹਨਾਂ ਦੀ ਸੋਚ ਬੋਲਦੇ ਆ, ਖੋਲ ਕੇ ਤੁਸੀਂ ਆ ਰਜਿਸਟਰ ਹੁਣ ਮੇਰੇ ਸਾਹਮਣੇ ਖੁੱਲਾ ਪਿਆ, ਮੱਖਣ ਸਿੰਘ, ਤਾਰਾ ਸਿੰਘ, ਕਾਲਾ ਸਿੰਘ, ਪਿੰਡ ਦਾ ਨਾਂ, ਕਿੰਨੇ ਪੈਸੇ ਦਿੱਤੇ ਆ। $1 ਇੱਕ 25 ਸੈਂਟ, $1 25 ਸੈਂਟ, ਕਿਸੇ ਦੇ $5, ਕਿਸੇ ਦੇ $2। ਯਾਰ ਸੋਚ ਕਿਤੇ ਮਰਦੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹੀ ਸਮਝਾਇਆ ਸੀ। ਸੋ ਮੇਰਾ ਇਹ ਜਿੰਨੇ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਆ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਆ, ਸਾਰਿਆਂ ਮਾਈਆਂ ਭਾਈਆਂ ਨੂੰ, ਕਿ ਗਦਰੀ ਬਾਬਿਆਂ ਦੀ ਤੇ ਆਪਣੀ ਸੋਚ ਨੂੰ ਆਜ਼ਾਦ ਰੱਖੋ ਤੇ ਅਡਾਪਟ ਕਰੋ ਗੁਰੂ ਸਾਹਿਬ ਦੀ ਗੱਲ ਨੂੰ। ਮੱਥਾ ਘੱਟ ਟੇਕੋ ਪਰ ਗੁਰੂ ਸਾਹਿਬ ਦੀ ਗੱਲ ਮੰਨੋ। ਅੱਜ ਪਖੰਡ ਬਹੁਤ ਹੋ ਰਿਹਾ ਹੈ, ਬਹੁਤ ਜ਼ਿਆਦਾ ਕਰਮਕਾਂਡ ਹੋ ਰਿਹਾ ਆ, ਪਰ ਗੱਲ ਮੰਨਣੀ ਗੁਰੂ ਸਾਹਿਬ ਦੀ ਬਹੁਤ ਜ਼ਰੂਰੀ ਆ। ਜਪਜੀ ਸਾਹਿਬ ਦੀ ਇੱਕੋ ਹੀ ਗੱਲ ਮੰਨ ਲਓ ਤੇ ਤੁਹਾਡਾ ਪਾਰ ਉਤਾਰਾ ਹੋ ਜਾਣਾ ਤੇ ਗੁਰੂ ਸਾਹਿਬ ਦਾ ਪਿਆਰ ਮਿਲ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੱਲਾਂ ਬਾਤਾਂ ਤਾਂ ਇੱਥੋਂ ਉੱਠਣ ਨੂੰ ਦਿਲ ਨਹੀਂ ਕਰ ਰਿਹਾ। ਬਹੁਤ ਸਾਰੇ ਮਸਲੇ ਆ ਜਿਹੜੇ ਇੱਦਾਂ ਹੀ ਬੈਠ ਕੇ ਵਿਚਾਰੇ ਜਾਂਦੇ ਆ, ਇੱਥੋਂ ਹੀ ਸਾਰੀਆਂ ਚੀਜ਼ਾਂ ਨਿਕਲਦੀਆਂ। ਜਿਹੜੀ ਇਹ ਕਹਿੰਦੇ ਹੁੰਦੇ ਵੀ ਮੇਜ਼ ਦੇ ਉੱਤੇ ਵੀ ਬਹੁਤ ਸਾਰੇ ਹੱਲ ਨਿਕਲਦੇ ਆ, ਉਹ ਚੀਜ਼ਾਂ ਹੁੰਦੀਆਂ। ਪਰ ਮੈਂ ਜਿੰਨਾ ਕਿ ਨੋਟ ਕੀਤਾ ਬੱਚੇ ਦੀਆਂ ਗੱਲਾਂ ਤੋਂ ਵੀ ਭਾਵੁਕ ਹੋਏ ਆ, ਸਾਰੀਆਂ ਗੱਲਾਂ ਤੋਂ। ਜੇ ਹੁਣ ਆਪਾਂ ਹੋਰਾਂ ਕਮਿਊਨਿਟੀਆਂ ਦੀ ਉਦਾਹਰਨਾਂ ਦੇਖੀਏ ਤਾਂ ਅਕਸਰ ਅਸੀਂ ਯਹੂਦੀਆਂ ਦੇ ਉਦਾਹਰਨ ਦਿੰਦੇ ਆ ਵੀ ਉਹਨਾਂ ਨੇ ਆਪਦੀ ਬੋਲੀ ਸਾਂਭੀ, ਉਹਨਾਂ ਨੇ ਆਪਦਾ ਕੋਈ ਜਗ੍ਹਾ ਨਹੀਂ ਸੀ, ਉਹਨਾਂ ਨੇ ਆਪਦਾ ਮੁਲਕ ਬਣਾਇਆ, ਹੋਰ ਕੀਤਾ। ਚਲੋ ਕਈ ਗੱਲਾਂ ਤੇ ਮੈਂ ਉਹਨਾਂ ਦੀਆਂ ਕੁਝ ਕੁ ਚੀਜ਼ਾਂ ਨਾਲ ਭਾਵੇਂ ਸਹਿਮਤ ਨਹੀਂ ਹਾਂ, ਪਰ ਉਹਨਾਂ ਦੀ ਇੱਕ ਗੱਲ ਤੋਂ ਤੁਸੀਂ ਦੇਖਿਓ ਵੀ ਉਹਨਾਂ ਨੇ ਵੀ ਜਿਹੜਾ ਲੜ ਫੜਿਆ ਨਾ, ਉਹ ਲੜ ਐਜੂਕੇਸ਼ਨ ਦਾ ਫੜਿਆ। ਐਜੂਕੇਸ਼ਨ ਦਾ ਲੜ ਜੇ ਫੜਿਆ ਉਹਨਾਂ ਨੇ, ਤੇ ਅੱਜ ਉਹਨਾਂ ਦਾ ਦੁਨੀਆ ਦੇ ਵਿੱਚ ਬੈਂਕਿੰਗ ਦੇ ਉੱਤੇ ਗਲਬਾ, ਉਹਨਾਂ ਦਾ ਦੁਨੀਆ ਦੇ ਉੱਤੇ ਇੰਜੀਨੀਅਰਿੰਗ ਦੇ ਉੱਤੇ ਗਲਬਾ, ਉਹਨਾਂ ਦਾ ਹਰ ਵੱਡੇ ਕਾਰਜ ਦੇ ਉੱਤੇ ਉਹਨਾਂ ਦਾ ਗਲਬਾ ਆ ਜਾ ਇਸ ਟਾਈਮ। ਸੋ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਤਾਂ ਇਹ ਚੀਜ਼ ਜ਼ਰੂਰ ਸੋਚਣੀ ਪੈਣੀ ਆ ਵੀ ਉਹ ਚੰਗੀਆਂ ਤੋਂ ਚੰਗੀਆਂ ਪੜ੍ਹਾਈਆਂ ਕਰਨ, ਆਪਣੇ ਇਤਿਹਾਸ ਨੂੰ ਪਹਿਲਾਂ ਉਹਦੇ ਗੋ ਥਰੂ ਹੋਣ, ਉਹਦੇ ਵਿੱਚ ਦੀ ਲੰਘਣ, ਤੇ ਫਿਰ ਉਹਨਾਂ ਨੂੰ ਮਹਿਸੂਸ ਹੋਊਗਾ ਵੀ ਸਾਡਾ ਇਤਿਹਾਸ ਵਿਰਸਾ ਕਿੰਨਾ ਅਮੀਰ ਆ ਜਾਂ ਅਮੀਰ ਸੀ, ਤੇ ਉਹਨੂੰ ਅਸੀਂ ਅੱਗੇ ਕਿਵੇਂ ਬਰਕਰਾਰ ਰੱਖਣਾ। ਜਦੋਂ ਸਾਡੀ ਕੌਮ ਦੇ ਬੱਚੇ ਵੱਡੀਆਂ ਵੱਡੀਆਂ ਪੋਸਟਾਂ ਤੇ ਕਿਸੇ ਵੀ ਮੁਲਕਾਂ 'ਚ ਬੈਠਣਗੇ, ਕਿਤੇ ਵੀ ਜਾਣਗੇ, ਤਾਂ ਰਾਜ ਲੈਣਾ ਵੀ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਰਹਿਣੀ, ਕਿਉਂਕਿ ਵਕਤ ਦੀ ਲੜਾਈ ਵਕਤ ਦੇ ਹਥਿਆਰਾਂ ਨਾਲ ਹੀ ਲੜੀ ਜਾਂਦੀ ਆ। ਜਦੋਂ ਜੇ ਵਕਤ ਹੁੰਦਾ ਉਹੇ ਜਿਹੇ ਹਥਿਆਰ ਵਰਤੇ ਜਾਂਦੇ ਆ। ਸੋ ਅੱਜ ਵਕਤ ਆ ਜਿਹੜਾ ਉਹ ਦਿਮਾਗੀ ਖੇਡ ਦਾ ਵੀ ਆ, ਤੇ ਦਿਮਾਗੀ ਖੇਡ ਫੇਰ ਹੀ ਪੈਦਾ ਹੋਣੀ ਆ ਜੇ ਅਸੀਂ ਜਿਹੜੀ ਪੜ੍ਹਾਈ ਲਿਖਾਈ ਨੂੰ ਲੈ ਕੇ ਆਵਾਂਗੇ। ਤੇ ਦੂਜੀ ਗੱਲ ਜਿਹੜੀ ਅਕਸਰ ਅਸੀਂ ਸਾਡੇ ਚੈਨਲ ਜਰੀਏ ਕਹਿੰਦੇ ਹੁੰਦੇ ਆ ਵੀ ਨੂੰ ਮੰਨਣ ਦੀ ਲੋੜ ਨਹੀਂ, ਦੀ ਮੰਨਣ ਦੀ ਲੋੜ ਆ। ਗੁਰੂ ਸਾਹਿਬ ਨੂੰ ਬਹੁਤ ਮੰਨ ਲਿਆ, ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ, ਉਹ ਅਸੀਂ ਰੋਕਦੇ ਨਹੀਂ, ਪਰ ਉਹਨਾਂ ਦੀ ਮੰਨਣੀ ਜਿਹੜੀ ਉਹ ਮਸਟ ਆ, ਜ਼ਰੂਰੀ ਆ। ਜੇ ਤੁਸੀਂ ਅੱਜ
ਤੁਹਾਨੂੰ ਇੱਕ ਕੰਪਿਊਟਰ ਯੁੱਗ ਨੇ ਇੰਨਾ ਸੌਖਾ ਕਰਤਾ ਵੀ ਤੁਸੀਂ ਜਦੋਂ ਮਰਜ਼ੀ ਗੁਰੂ ਸਾਹਿਬ ਤੋਂ ਸਵਾਲ ਪੁੱਛ ਸਕਦੇ ਹੋ 2 ਮਿੰਟਾਂ ਦੇ ਵਿੱਚ। ਤੁਸੀਂ ਤੁਹਾਨੂੰ ਵਿਚੋਲੇ ਦੀ ਲੋੜ ਨਹੀਂ, ਤੁਹਾਨੂੰ ਕਿਸੇ ਤੀਜੇ ਬੰਦੇ ਦੀ ਲੋੜ ਨਹੀਂ, ਤਾਂ ਕਿਉਂ ਨਹੀਂ ਤੁਸੀਂ ਉਹਦੇ ਗੋ ਥਰੂ ਹੁੰਦੇ। ਸੋ ਕੋਸ਼ਿਸ਼ ਕਰਿਆ ਕਰੋ ਜੀ, ਗੁਰਬਾਣੀ ਨਾਲ ਜੁੜੋ। ਜਦੋਂ ਗੁਰਬਾਣੀ ਨਾਲ ਜੁੜਦੇ ਆ ਤਾਂ ਆਪੇ ਹੀ ਸਾਰੀਆਂ ਚੀਜ਼ਾਂ ਤੁਹਾਡੇ ਰਾਹ ਖੁੱਲ੍ਹ ਜਾਂਦੇ ਆ। ਅੱਜ ਦੀ ਇਸ ਸਾਡਾ ਦਿਨ ਜਿਹੜਾ ਅੱਜ ਅਮਰੀਕਾ ਦੇ ਦੌਰੇ ਦੇ ਉੱਤੇ ਆਏ ਆ, ਭਾਵੇਂ ਬਹੁਤ ਰੰਗ ਬਰੰਗੀ ਵੀ ਦੁਨੀਆ ਦੇਖਦੇ ਆ ਕਿ ਦੁਨਿਆਵੀ ਬੰਦੇ ਆ, ਪਰ ਅੱਜ ਦਾ ਦਿਨ ਖਾਸਾ ਸਫਲ ਦਿਨਾਂ ਦੇ ਵਿੱਚ ਮੈਂ ਆਪਦੀ ਜ਼ਿੰਦਗੀ ਦਾ ਗਿਣੂੰਗਾ ਵੀ ਇੰਨੀ ਵਧੀਆ ਜਿਹੜੇ ਉਹਨਾਂ ਗੁਰਸਿੱਖਾਂ ਦੀ ਕਹਿੰਦੇ ਹੁੰਦੇ ਜਿਨ੍ਹਾਂ ਦੇ ਦਰਸ਼ਨਾਂ ਦੀ ਵੀ ਗੱਲ ਕਰੀ ਆ ਆਪਣੀ, ਕਿਹਾ ਜਾਂਦਾ ਵੀ ਜੇ ਗੁਰਸਿੱਖ ਦੀ ਸੰਗਤ ਆ ਜਿਹੜੀ, ਜੇ ਕਿਤੇ ਉਹ ਜਿਹੜਾ ਸੰਗਤ ਅੱਜ ਮੈਨੂੰ ਕਰਨ ਦਾ ਮੌਕਾ ਮਿਲਿਆ। ਸੋ ਮੈਂ ਦਿਲੋਂ ਧੰਨਵਾਦੀ ਹਾਂ ਜੀ ਪੇਂਡੂ ਆਸਟ੍ਰੇਲੀਆ ਚੈਨਲ ਦੀ ਸਾਰੀ ਟੀਮ ਬੰਨਿਓ, ਆਸਟ੍ਰੇਲੀਆ ਦੀ ਸਾਰੀ ਸੰਗਤ ਬੰਨਿਓ। ਤੁਸੀਂ ਜੁੜ ਬੈਠੇ, ਸਾਨੂੰ ਗਿਆਨ 'ਚ ਵਾਧਾ ਕੀਤਾ, ਤੇ ਬਹੁਤ ਜ਼ਿਆਦਾ ਧੰਨਵਾਦ ਬਾਈ ਗੁਰਨਾਮ ਸਿੰਘ ਹੋਰਾਂ ਦਾ ਜਿਨ੍ਹਾਂ ਨੇ ਸਾਨੂੰ ਇਹ ਸਬੱਬ ਬਣਾਇਆ। ਸਾਡਾ ਸਬੱਬ ਨਹੀਂ ਬਣਨਾ ਸੀ, ਸਾਡੀ ਪਤਾ ਨਹੀਂ ਕਈ ਵਾਰੀ ਕੀ ਹੁੰਦਾ ਵੀ ਸਾਨੂੰ ਲੱਗਦਾ ਨਹੀਂ ਹੁੰਦਾ ਵੀ ਕੀ ਸਿਸਟਮ ਹੋਊ, ਕਿਵੇਂ ਜਾਵਾਂਗੇ। ਦੇਖਣ ਆਉਣਾ ਸੀ, ਦੇਖੇ ਬਿਨਾਂ ਤਾਂ ਜਾ ਹੀ ਨਹੀਂ ਸਕਦੇ ਸੀ, ਪਰ ਐਡੀ ਗਹਿਰਾਈ ਤੱਕ ਸਮਝ ਕੇ ਜਾਵਾਂਗੇ, ਇਹ ਬਾਈ ਗੁਰਨਾਮ ਸਿੰਘ ਹੋਰਾਂ ਨੇ ਸਬੱਬ ਬਣਾਇਆ। ਸੋ ਇਹਨਾਂ ਦੇ ਦਿਲੋਂ ਧੰਨਵਾਦੀ ਹਾਂ, ਤੁਹਾਡੇ ਵੀ ਸਾਰਿਆਂ ਦੇ ਧੰਨਵਾਦੀ ਹਾਂ। ਕੀ ਜਾਂਦੇ ਜਾਂਦੇ ਕਹਿਣਾ ਚਾਹੋ ਕੁਛ? ਮੈਂ ਤਾਂ ਸਿਰਫ ਇੱਕ ਚੀਜ਼ ਐਡ ਕਰਨੀ ਚਾਹੁੰਦਾ ਵੀ ਜਿੱਦਾਂ ਹੁਣ ਇਹ ਭਾਈ ਸਾਹਿਬ ਨੇ ਬੱਚੇ ਨੇ ਨਾ ਜਿਹੜੇ, ਠੀਕ ਆ ਅਸੀਂ ਸਾਰੇ ਵੀ ਬੰਦੇ ਗਦਰੀ ਬਾਬਿਆਂ ਦੇ ਮਿਆਰ ਤੇ ਨਹੀਂ ਹੈਗੇ, ਪਰ ਜਦੋਂ ਇਹ ਸਿੱਖੀ ਸਰੂਪ ਦੇ ਵਿੱਚ ਸਕੂਲਾਂ 'ਚ ਜਾਂਦੇ ਨੇ, ਇਹਨਾਂ ਦੇ ਮਾਂ-ਬਾਪ ਇਹਨਾਂ ਨੂੰ ਇੱਥੇ ਤਿਆਰ ਕਰਕੇ ਖਾਲਸਾ ਸਕੂਲ 'ਚ ਇੱਥੇ ਲੈ ਕੇ ਆਉਂਦੇ ਨੇ ਜੀ, ਉਹ ਸਾਰੇ ਅਪਰੀਸ਼ੀਏਟ ਕਰਨ ਯੋਗ ਨੇ। ਮਾਵਾਂ ਭੈਣਾਂ ਜੋ ਵੀ ਹੈਗੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਵੀ ਨਹੀਂ ਕਰ ਰਹੇ, ਉਹ ਬਹੁਤ ਕੁਝ ਜੋ ਉਹਨਾਂ ਤੋਂ ਸਰਦਾ ਉਹ ਕਰ ਰਹੇ ਨੇ। ਤੇ ਸਾਨੂੰ ਇੱਕ ਚੀਜ਼ ਗੋਰਿਆਂ ਤੋਂ ਲਰਨ ਕਰਨ ਦੀ ਜ਼ਰੂਰਤ ਹੈਗੀ ਆ, ਉਹ ਹੈਗੀ ਅਪਰੀਸ਼ੀਏਸ਼ਨ, ਵੀ ਸਾਨੂੰ ਅਪਰੀਸ਼ੀਏਟ ਕਰਨਾ ਚਾਹੀਦਾ। ਜਿਹੜੇ ਵੀ ਬੱਚੇ ਇੱਦਾਂ ਸਿੱਖੀ ਸਰੂਪ ਦੇ ਵਿੱਚ PhD ਤੱਕ ਪਹੁੰਚੇ ਨੇ, ਉਹ ਸਕੂਲ ਦੇ ਵਿੱਚ ਕਿੰਨੀਆਂ ਪ੍ਰੋਬਲਮ ਆਈਆਂ ਹੋਣਗੀਆਂ ਇਹਨਾਂ ਨੂੰ। ਜੀ ਜੀ, ਕਿਉਂਕਿ ਮੈਨੂੰ ਪਤਾ ਸਾਡੀ ਫੈਮਿਲੀ ਦੇ ਬੱਚਿਆਂ ਲਈ ਮੈਂ ਵੀ ਉਹਦੇ 'ਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਦੱਸਦਾ ਰਿਹਾ ਵੀ ਇਹ ਜੂੜਾ ਕਾਹਤੇ ਕੀਤਾ ਹੋਇਆ, ਤੇ ਉਹਨਾਂ ਨੂੰ ਕਹਿੰਦੇ ਨੇ ਇਹ ਕੁੜੀ ਹੈ ਜੀ। ਸੋ ਇੰਨੀਆਂ ਜਿਹੀਆਂ ਪ੍ਰੋਬਲਮਾਂ ਜਿਹੜੀਆਂ ਬੱਚਿਆਂ ਨੂੰ ਪਹਿਲਾਂ ਆਉਂਦੀਆਂ ਨੇ, ਉਹ ਸਾਨੂੰ ਨਹੀਂ ਆਈਆਂ ਹੈਗੀਆਂ। ਸੋ ਇਸ ਕਰਕੇ ਇਹਨਾਂ ਦੇ ਮਾਂ-ਬਾਪ ਦਾ ਵੀ, ਪੇਰੈਂਟਸ ਦਾ ਵੀ ਬਹੁਤ ਯੋਗਦਾਨ ਹੈ ਇਹਦੇ ਵਿੱਚ, ਇਹਨਾਂ ਦਾ ਵੀ ਬਹੁਤ ਯੋਗਦਾਨ ਹੈ। ਤੇ ਮੈਂ ਕਹਿੰਦਾ ਬਹੁਤ ਬਹਾਦਰ ਨੇ ਜਿਹੜੇ ਇਹ ਬੰਦੇ, ਬੱਚੇ ਆਪਣੇ ਸਿੱਖੀ ਸਰੂਪ ਦੇ ਨਾਲ ਹਾਈ ਸਕੂਲ 'ਚੋਂ ਲੰਘ ਗਏ ਨੇ ਤੇ ਯੂਨੀਵਰਸਿਟੀਆਂ ਦੇ ਵਿੱਚ ਆਪਣੇ ਨੰਬਰ ਲੈ ਰਹੇ ਨੇ। ਜੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।